सब सत्कारयोग दर्शकों ਨੂੰ ਨਿੱਘੀ ਜੀਵਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਨੇ ਜਸਵੀਰ ਸਿੰਘ ਅਤੇ ਹਰਵਿੰਦਰ ਸਿੰਘ ਅਤੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ ਯੂਪੀ ਤੋਂ ਜਿਹੜੇ ਗਰਾਊਂਡ ਜ਼ੀਰੋ ਦੇ ਹਾਲਾਤ ਸਾਨੂੰ ਦੱਸਣਗੇ ਸਰਦਾਰ ਦਲਜੀਤ ਸਿੰਘ। ਦਰਸ਼ਕੋ ਬੀਤੇ ਕੱਲ ਤੋਂ ਸਾਡੇ ਕੋਲ ਟੁੱਟਵੇਂ ਰੂਪ ਦੇ ਵਿੱਚ ਅਤੇ ਕਿਤੇ ਪੂਰੀ ਕੰਪਲੀਟ ਰੂਪ ਦੇ ਵਿੱਚ ਹੀ ਸਾਡੇ ਕੋਲ ਖਬਰਾਂ ਆ ਰਹੀਆਂ ਨੇ ਜੋ ਯੂਪੀ ਦੇ ਵਿੱਚ ਲਖੀਮਪੁਰ 'ਚ ਕਤਲੇਆਮ ਹੋਇਆ ਹੈ ਨੌਜਵਾਨਾਂ ਦਾ। ਉਸ ਦੀ ਚਰਚਾ ਹੁਣ ਦੁਨੀਆ ਭਰ ਦੇ ਸਿੱਖਾਂ ਅਤੇ ਪੰਜਾਬੀਆਂ ਦੇ ਵਿੱਚ ਛਿੜੀ ਹੋਈ ਆ। ਗੋਦੀ ਮੀਡੀਆ ਵੀ ਉਸ ਦੀ ਬੋਚ-ਬੋਚ ਕੇ ਗੱਲ ਕਰ ਰਿਹਾ ਹੈ, ਪਰ ਉਹ ਚੀਜ਼ ਜ਼ਿਆਦਾ ਦਿਖਾ ਰਿਹਾ ਹੈ ਜਿੱਥੇ ਬੀਜੇਪੀ ਦੇ 3 ਵਰਕਰ ਵੀ ਆ ਜਿਹੜੇ ਉਹਦੇ ਵਿੱਚ ਮਾਰੇ ਗਏ ਨੇ। ਅਸੀਂ ਸਰਦਾਰ ਦਲਜੀਤ ਸਿੰਘ ਤੋਂ ਇਸ ਸਾਰੇ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਗੱਲ ਸ਼ੁਰੂ ਕਿੱਥੋਂ ਹੋਈ। ਉਹਨਾਂ ਦੇ ਨਾਲ ਅਸੀਂ ਮੁੱਢੇ ਰੂਪ ਦੇ ਵਿੱਚ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਜਸਵੀਰ ਸਿੰਘ ਹੋਰਾਂ ਤੋਂ ਪੰਜਾਬ ਦੇ ਹਾਲਾਤ ਜਾਣਾਂਗੇ। ਹਰਵਿੰਦਰ ਸਿੰਘ ਕਿਉਂਕਿ ਉਹਨਾਂ ਦਾ ਪਿਛੋਕੜ ਹਰਿਆਣੇ ਤੋਂ ਆ, ਜੋ ਹਰਿਆਣਾ ਦੇ ਮੁੱਖ ਮੰਤਰੀ ਨੇ ਇਹਦੇ ਵਿੱਚ ਬਿਆਨ ਦਿੱਤਾ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਆਪਾਂ। ਅਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਕੁਝ ਕੁ ਵੀਡੀਓ ਕਲਿੱਪਸ ਵੀ ਦਿਖਾਵਾਂਗੇ ਜੋ ਤੁਹਾਨੂੰ ਇਹ ਸਾਰੇ ਹਾਲਾਤ ਨੂੰ ਸਮਝਣ ਦੇ ਵਿੱਚ ਸਹਾਇਤਾ ਕਰਨਗੀਆਂ। ਤੁਸੀਂ ਜੇਕਰ ਕੋਈ ਟਿੱਪਣੀ ਕਰਨੀ ਹੈ ਤੇ ਉਹ ਲਾਈਵ ਟਿੱਪਣੀ ਕਰ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਸ਼ਾਮਲ ਕਰਨ ਦੀ। ਸਭ ਤੋਂ ਪਹਿਲਾਂ ਆਪਾਂ ਸਰਦਾਰ ਦਲਜੀਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਸਾਡੇ ਨਾਲ ਯੂਪੀ ਤੋਂ ਲਾਈਵ ਜੁੜੇ ਹੋਏ ਨੇ। ਸਰਦਾਰ ਦਲਜੀਤ ਸਿੰਘ ਜੀ, ਜੀਓ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦਲਜੀਤ ਸਿੰਘ ਜੀ, ਤੁਸੀਂ ਸਾਨੂੰ ਥੋੜਾ ਜਿਹਾ ਦੱਸੋਗੇ ਇਹ ਕਿ ਗੱਲ ਅਕਸਰ ਖਾਸ ਸ਼ੁਰੂ ਕਿੱਥੋਂ ਹੁੰਦੀ ਆ? ਜੋ ਅਜੇ ਮਿਸ਼ਰਾ ਨੇ, ਜਿਨ੍ਹਾਂ ਦਾ ਨਾਮ ਜਿਹੜੇ ਹੋਮ ਮਿਨਿਸਟਰ ਨੇ ਭਾਰਤ ਸਰਕਾਰ ਦੇ ਵਿੱਚ ਕੈਬਨਿਟ ਦੇ ਵਿੱਚ, ਰਾਜ ਹੋਮ ਮਿਨਿਸਟਰ, ਰਾਜ ਦੇ ਹੋਮ ਮਿਨਿਸਟਰ ਨੇ, ਸਟੇਟ ਹੋਮ ਮਿਨਿਸਟਰ ਨੇ, ਸੋ ਉਹਨਾਂ ਦਾ ਕਾਫੀ ਜ਼ਿਆਦਾ ਨਾਂ ਆ ਰਿਹਾ ਹੈਗਾ। ਸੋ ਤੁਸੀਂ ਜੋ ਦੇਖਿਆ ਕੱਲ ਨੇੜੇ ਜਾ ਕੇ, ਸੋ ਤੁਸੀਂ ਉੱਥੇ ਲੋਕਾਂ ਨਾਲ ਗੱਲ ਵੀ ਕੀਤੀ, ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ। ਇਦਾਂ ਜੀ 27 ਤਰੀਕ ਨੂੰ ਭਾਰਤ ਬੰਦ ਦਾ ਇੱਕ ਕਾਲ ਸੀ। ਹਾਂਜੀ, ਸੰਯੁਕਤ ਮੋਰਚੇ ਦੀ ਭਾਰਤ ਬੰਦ ਕਰਵਾਇਆ ਗਿਆ ਉੱਥੇ, ਤੇ ਉੱਥੋਂ ਦਾ ਅਜੇ ਮਿਸ਼ਰਾ ਜਿਹੜਾ ਉਹ ਵਿਧਾਇਕ ਵੀ ਹੈ। ਹਾਂਜੀ, ਬਲੀਆ ਨਿਗਾਸਨ ਔਰ ਚਿਕੋਨੀਆ ਇਹਦਾ ਖੇਤਰ ਪੈਂਦਾ। ਉਹਦੇ ਵਿੱਚ ਕਿਸਾਨਾਂ ਦੁਆਰਾ ਜਦੋਂ ਭਾਰਤ ਬੰਦ ਕਰਵਾਇਆ ਗਿਆ ਤੇ ਇਹਨੇ ਉੱਥੇ ਆਣ ਕੇ ਇਹ ਕਿਹਾ ਸੀ ਕਿ ਇੱਥੋਂ ਦੇ ਮੈਂ ਕਿਸਾਨਾਂ ਨੂੰ ਜਿਹੜੇ ਮੁੱਖ ਟਾਰਗੇਟ ਉਹਨਾਂ ਸਿੱਖਾਂ ਦੇ ਕੀਤਾ। ਹਾਂਜੀ, ਕਿ ਇਹਨਾਂ ਨੂੰ ਪਲੀਆ ਕੀ ਨਾਲ ਲਖੀਮਪੁਰ ਤੋਂ ਹੀ ਬਾਹਰ ਕੱਢ ਸਕਣਾ। ਸੋ ਉਸਨੇ 27 ਤਰੀਕ ਦਾ ਉਹਨੇ ਕਿਹਾ ਕਿ ਭਾਵ ਕਿ ਇਹਨਾਂ ਨੂੰ ਬਾਹਰ ਕੱਢਣ ਦਾ ਮਤਲਬ ਹੈ ਕਿ ਪ੍ਰੋਟੈਸਟਰਾਂ ਨੂੰ ਬਾਹਰ ਕੱਢ ਸਕਦਾ ਜਾਂ ਭਾਵ ਕਿ ਸਮੁੱਚੇ ਰੂਪ ਚ ਇਹਨਾਂ ਨੂੰ ਬਾਹਰ ਭਜਾ ਸਕਦਾ। ਹਾਂ, ਮਤਲਬ ਸਮੁੱਚੇ ਗੁੰਡਾਗਰਦੀ ਜੀ ਉਹਦੀ ਪੂਰੀ ਉੱਥੇ ਜੀ। ਹਾਂਜੀ ਜੀ। ਉਸ ਤੋਂ ਬਾਅਦ ਕੇਸ਼ਵ ਪ੍ਰਸਾਦ ਮੌर्य ਜਿਹੜਾ ਡਿਪਟੀ ਸੀਐਮ ਹੈ ਯੂਪੀ ਦਾ, ਉਹਨੇ ਪ੍ਰੋਗਰਾਮ ਰੱਖਿਆ ਸੀ ਉੱਥੋਂ ਦਾ 3 ਤਰੀਕ ਦਾ। ਹਾਂਜੀ, ਕਿ ਮੈਂ ਉੱਥੇ ਆਉਣਾ। ਹਾਂਜੀ, ਤੇ ਜਿੱਥੇ ਹੈਲੀਪੈਡ ਬਣਾਇਆ ਗਿਆ ਸੀ ਉੱਥੇ ਕਿਸਾਨਾਂ ਦੁਆਰਾ ਮਤਲਬ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕਿ ਅਸੀਂ ਇਹਦਾ ਹੈਲੀਪੈਡ ਨਹੀਂ ਕਰਨ ਦਾਂਗੇ। ਜਿਹੜੀ ਹੈ ਉਹਨੇ ਕੇਸ਼ਵ ਪ੍ਰਸਾਦ ਨੇ ਜਾਣਾ ਸੀ ਇਹਦੇ ਅਜੇ ਮਿਸ਼ਰਾ ਦੇ ਘਰ। ਹਾਂਜੀ, ਉੱਥੇ ਕੋਈ ਰੈਲੀ ਨੂੰ ਸੰਬੋਧਨ ਕਰਨਾ ਤੇ ਕਿਸਾਨਾਂ ਵੱਲੋਂ ਬਿਲਕੁਲ ਚੁੱਪਚਾਪ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਜਿੱਥੇ ਉਹਦਾ ਹੈਲੀਪੈਡ ਸੀ ਕਿ ਇੱਥੇ ਕੇਸ਼ਵ ਮੌर्य ਨੇ ਉਤਰਨਾ ਤੇ ਉਹਦਾ ਅਸੀਂ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਨਾ। ਆਪਾਂ ਇੱਥੇ ਇੱਕ ਸੈਕਿੰਡ ਤੁਸੀਂ ਥੋੜਾ ਹੋਲਡ ਰੱਖਿਓ, ਆਪਾਂ ਨਾਲ ਦੀ ਨਾਲ ਬਿਆਨ ਵੀ ਸੁਣਾਈ ਜਾਂਦੇ ਆ। ਮੈਂ ਦਰਸ਼ਕਾਂ ਨੂੰ ਕਿਹੜਾ ਬਿਆਨ ਸੁਣਾ ਦਾਂ ਜਿਹੜਾ ਦਿੱਤਾ ਹੈ ਅਜੇ ਮਿਸ਼ਰਾ ਨੇ। ਸੋ ਦਰਸ਼ਕੋ, ਆਪਾਂ ਬਿਆਨ ਸੁਣਦੇ ਹਾਂ ਜਿੱਥੋਂ ਅਸਲ ਗੱਲ ਸ਼ੁਰੂ ਹੁੰਦੀ ਆ। ਜਿਹੜਾ ਇਹ ਬਿਆਨ ਆ ਇਹ ਭਾਰਤ ਦੇ ਕਾਨੂੰਨ ਦੇ ਤਹਿਤ ਸੈਡੀਸ਼ਨ ਦੇ ਚਾਰਜਸ ਬਣਦੇ ਆ ਇਹਦੇ, ਕਿ ਜਦੋਂ ਕੋਈ ਇਸ ਤਰ੍ਹਾਂ ਦਾ ਬਿਆਨ ਦਿੰਦਾ ਤੇ ਉਦੋਂ ਬਾਅਦ ਦੇ ਵਿੱਚ ਦੰਗਾ ਭੜਕ ਜਾਂਦਾਗਾ ਤੇ ਬਿਆਨ ਦੇਣ ਵਾਲੇ ਦੇ ਉੱਤੇ ਸੈਡੀਸ਼ਨ ਦੇ ਚਾਰਜ ਲੱਗਦੇ ਆ। ਪਰ ਇਹਦੇ ਉੱਤੇ ਅਜੇ ਜਿਹੜੀ ਧਾਰਾ ਲਾਈ ਗਈ ਆ ਉਹ ਜੇ ਇਹਦੇ ਮੁੰਡੇ ਨੂੰ ਤੇ ਜਾਂ ਇਹਨੂੰ ਗ੍ਰਿਫਤਾਰ ਵੀ ਨਹੀਂ ਕੀਤਾ। ਸੋ ਆਪਾਂ ਸੁਣਦੇ ਹਾਂ ਬਿਆਨ, ਉਦੋਂ ਬਾਅਦ ਆਪਾਂ ਦਲਜੀਤ ਸਿੰਘ ਦੀ ਫਿਰ ਤੁਹਾਡੇ ਨਾਲ ਗੱਲ ਇੱਥੋਂ ਸ਼ੁਰੂ ਕਰਦੇ ਹਾਂ। यहाँ आंदोलन क्यों नहीं फैल गया? क्यों ही वो 10-15 आदमी, अगर हम उतर भी जाते तो भागते हुए रास्ता नहीं मिलता। अगर मैं वहां उतर जाता तो उनको भागने का रास्ता नहीं मिलता। पीठ पीछे काम करने वाले लोग ऐसे 10-15 लोग यहाँ पर शोर मचाते तो यहाँ पूरे देश में फैल जाना चाहिए था आंदोलन। अगर किसी कानून खराब हो तो क्यों नहीं फैला? 10-11 महीने हो गए। मैं ऐसे लोगों को कहना चाहता हूं कि सुधर जाओ, नहीं तो सामना करवा के हम आपको सुधार देंगे। 2 मिनट लगेगा।
मैं केवल मंत्री नहीं हूं, ये सांसद विधायक नहीं हूं। जो विधायक व सांसद बनने से पहले मेरे विषय में जानते होंगे, उनको ये भी मालूम होगा कि मैं किसी चुनौती से भागता नहीं हूं। और जिस दिन मैंने उस चुनौती को स्वीकार करके काम कर लिया, उस दिन पलिया नहीं, लखीमपुर तक छोड़ना पड़ जाएगा, ये याद रखिए। ਸੋ ਦਰਸ਼ਕੋ ਜੀ, ਤੁਸੀਂ ਦੇਖਿਆ ਕਿ ਜਿਸ ਦੇ ਵਿੱਚ ਇਹ ਜਿਹੜੇ ਲੀਡਰ ਨੇ ਬੀਜੇਪੀ ਦੇ ਇਹ ਬਿਆਨ ਦੇ ਰਹੇ ਨੇ ਕਿ ਤੁਹਾਨੂੰ ਲਖੀਮਪੁਰ ਛੱਡਣਾ ਪੈ ਜਾਊਗਾ। ਉਸ ਤੋਂ ਬਾਅਦ ਫਿਰ ਆਪਾਂ ਸਰਦਾਰ ਦਲਜੀਤ ਸਿੰਘ ਹੋਰਾਂ ਕੋਲ ਚੱਲਦੇ ਹਾਂ। ਸੋ ਤੁਸੀਂ ਦੱਸ ਰਹੇ ਸੀ ਕਿ ਜਿਹੜੀ ਹੈਲੀਪੈਡ ਆ ਉੱਥੇ ਕਿਸਾਨਾਂ ਨੇ ਜਾ ਕੇ ਕਬਜ਼ਾ ਕਰ ਲਿਆ ਕਿ ਅਸੀਂ ਤੁਹਾਡਾ ਜਿਹੜਾ ਚੌਪਰ ਆ, ਹੈਲੀਕਾਪਟਰ ਆ, ਉਹ ਨਹੀਂ ਉਤਰਨ ਦੇਵਾਂਗੇ। ਸੋ ਉਸ ਤੋਂ ਬਾਅਦ ਕੀ ਹੋਇਆ ਜੀ? ਹਾਂਜੀ, ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਗੱਲ ਹੁੰਦੀ, ਪ੍ਰਸ਼ਾਸਨ ਨੇ ਬੋਲਿਆ ਕਿ ਅਸੀਂ ਉਹਦਾ ਰੂਟ ਬਦਲ ਦਿੱਤਾ। ਹਾਂਜੀ, ਉਹ ਹੈਲੀਕਾਪਟਰ ਦੁਆਰਾ ਨਾ ਆ ਕੇ ਕਿ ਆਪਣੇ ਕਾਰ ਤੇ ਆ ਰਿਹਾ ਤੇ ਤੁਸੀਂ ਆਪਣਾ ਇਹ ਜਿਹੜਾ ਧਰਨਾ ਜਾਂ ਵਿਰੋਧ ਪ੍ਰਦਰਸ਼ਨ ਇਹ ਖਤਮ ਕਰੋ। ਹਾਂਜੀ, ਉਹਨਾਂ ਕਿਹਾ ਠੀਕ ਹੈ ਜੀ, ਅਸੀਂ ਵਿਰੋਧ ਪ੍ਰਦਰਸ਼ਨ ਕਰਨਾ ਸੀ, ਅਸੀਂ ਕਰ ਲਿਆ। ਹੁਣ ਅਸੀਂ ਇੱਥੇ ਸਮਾਪਤ ਕਰਨੇ ਆ। ਲਗਭਗ ਟਾਈਮ ਵੀ 1:30 ਦਾ ਹੋ ਚੁੱਕਾ ਸੀ। ਹਾਂਜੀ, ਜਾਂ 2 ਦਾ ਹੀ ਹੋ ਸਕਦਾ ਸ਼ਾਇਦ। ਤੇ ਕਿਸਾਨ ਜਿਹੜੇ ਸੀ ਉੱਥੋਂ ਹੌਲੀ ਹੌਲੀ ਮਤਲਬ ਆਪਣਾ ਘਰਾਂ ਨੂੰ ਚਾਲੇ ਪਾਉਣ ਨੂੰ ਤਿਆਰ ਹੋ ਗਏ। ਹਾਂਜੀ, ਉਸ ਤੋਂ ਬਾਅਦ ਅਜੇ ਮਿਸ਼ਰਾ ਦਾ ਮੁੰਡਾ ਜਿਹੜਾ ਹੈ ਮੋਨੂ ਮਿਸ਼ਰਾ, ਉਹ ਇੰਨਾ ਭੜਕ ਗਿਆ, ਬੁਖਲਾ ਗਿਆ। ਹਾਂਜੀ, ਮੋਨੂ ਮਿਸ਼ਰਾ, ਕਿ ਇਹਨਾਂ ਕੇਸ਼ਵ ਪ੍ਰਸਾਦ ਡਿਪਟੀ ਸੀਐਮ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ। ਤੇ ਉਹ ਇੰਨਾ ਬੁਖਲਾ ਗਿਆ ਕਿ ਉਹਨੇ ਆਪਣੇ ਗੁੰਡਿਆਂ ਦੇ ਨਾਲ ਆਪੇ ਥਾਰ ਗੱਡੀ ਖੁਦ ਡਰਾਈਵ ਕਰ ਰਿਹਾ ਸੀ। ਉਹ ਵੀਡੀਓ ਵੀ ਮੈਂ ਭੇਜੀ ਤੁਹਾਨੂੰ। ਹਾਂਜੀ, ਤੇ ਦੂਜੀ ਇੱਕ ਫੋਰਚੂਨਰ ਸੀ, ਇੱਕ ਸਕੋਰਪੀਓ ਸੀ। ਹਾਂਜੀ, ਲਗਭਗ 80 ਤੋਂ 90 ਦੀ ਸਪੀਡ ਤੇ ਆ ਰਿਹਾ ਅਤੇ ਪਬਲਿਕ ਖੜੀ ਜਨਤਾ ਰੋਡ ਜੀ ਉਛਲਦਾ ਹੋਇਆ ਨਿਕਲ ਜਾਂਦਾ ਹੈ। ਉਸ ਤੋਂ 4 ਮੌਕੇ ਤੇ ਹੀ ਸ਼ਹੀਦ ਹੋਏ ਨੇ ਕਿਸਾਨ। ਠੀਕ ਹੈ ਜੀ। ਇਹ ਫਿਰ ਜਿਹੜਾ ਮੋਨੂ ਮਿਸ਼ਰਾ ਜੀ, ਇਹ ਗੋਲੀ ਚਲਾਉਂਦਾ ਹੋਇਆ ਗੰਨੇ 'ਚ ਵੜ ਜਾਂਦਾ ਤੇ ਕਈਆਂ ਨੂੰ ਗੋਲੀਆਂ ਵੀ ਲੱਗੀਆਂ ਹੋਈਆਂ ਨੇ। ਗੰਨੇ 'ਚ ਗੋਲੀ ਚਲਾਉਂਦਾ। ਉਸ ਤੋਂ ਅੱਗੇ ਫਿਰ ਪੁਲਿਸ ਇਹਦੇ ਚਾਰ ਚਫੇਰੇ ਉਹਨੂੰ ਸਮਰਥਨ ਕਰਕੇ ਤੇ ਮੋਟਰਸਾਈਕਲ ਤੇ ਬਿਠਾ ਕੇ ਬਾਹਰ ਕੱਢ ਦਿੰਦੀ। ਠੀਕ ਹੈ ਜੀ। ਔਰ ਜਿਹੜਾ ਇਹਦਾ ਡਰਾਈਵਰ ਸੀ, ਕਿਸੇ ਵੀ ਗੱਡੀ ਦਾ ਰਿਹਾ ਹੋਏ, ਇਹਦੇ ਡਰਾਈਵਰਿੰਗ ਖੁਦ ਕਰ ਰਿਹਾ ਸੀ ਮੋਨੂ ਮਿਸ਼ਰਾ। ਤੇ ਹੋਰ ਜਿਹੜਾ ਡਰਾਈਵਰ ਸੀ ਦੂਜੇ ਗੱਡੀਆਂ ਦਾ, ਉਹ ਕਿਸਾਨਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰਦਾ ਕਿ ਆਹ ਵੇਖੋ ਇਹਦਾ ਡਰਾਈਵਰ ਹੈ ਗੱਡੀ ਦਾ। ਉਹ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਉਹਨੂੰ ਮਾਰਤਾ। ਭਾਵ ਕਿ ਜਿਹੜੇ ਉੱਥੇ ਕਿਸਾਨਾਂ ਤੋਂ ਬਿਨਾਂ ਹੋਰ ਬੰਦੇ ਮਾਰਨ ਦੀ ਗੱਲ ਆ ਰਹੀ ਆ, ਜਿਹੜੇ ਬੀਜੇਪੀ ਦੇ ਵਰਕਰ ਨੇ। ਸੋ ਇਹ ਦੋਸ਼ ਲੱਗ ਰਿਹਾ ਵੀ ਪੁਲਿਸ ਨੇ ਉਹਨਾਂ ਨੂੰ ਮਾਰਿਆ ਬਾਅਦ ਦੇ ਵਿੱਚ। ਹਾਂਜੀ, ਪੁਲਿਸ ਨੇ ਮਾਰਿਆ, ਕਿਸਾਨਾਂ ਨੇ ਉਹਨੂੰ ਕੁਛ ਨਹੀਂ ਕਿਹਾ। ਕਿਉਂਕਿ ਉਹਦੀ ਵੀਡੀਓ ਆ ਰਹੀ, ਕਿਸਾਨਾਂ ਨੇ ਹੋ ਸਕਦਾ ਗੁੱਸੇ ਚ ਆਏ ਥੋੜਾ ਬਹੁਤ ਚੁੱਕਿਆ ਹੋਏ, ਪਰ ਬੜੀ ਮੁਸ਼ਕਿਲ ਹੈ। ਕੁਛ ਤੇ ਦੱਸ ਰਹੇ ਨੇ ਕਿ ਜਦੋਂ ਗੱਡੀ ਪਲਟੀ ਹੈ ਨਾ, ਉਹਦੇ ਥੱਲੇ ਆਣ ਕੇ ਵੀ ਮਰੇ ਨੇ। ਹਾਂਜੀ, ਗੱਡੀ ਚ ਸੀ ਤੇ ਗੱਡੀ ਪਲਟੀ ਵੀ ਹੈ ਤੇ ਉਹਦੇ ਥੱਲੇ ਆਣ ਕੇ ਮਰੇ ਨੇ ਜੀ। ਇਹਦੇ ਵਿੱਚ ਇੱਕ ਪੱਤਰਕਾਰ ਵੀ ਮਾਰਿਆ ਗਿਆ। ਪੱਤਰਕਾਰ ਦੀ ਜਿਹੜੀ ਮਾਤਾ ਗੀ, ਉਹਦੀ ਜਿਹੜੀ ਫੈਮਿਲੀ ਆ, ਉਸ ਦਾ ਕਹਿਣਾ ਗਾ, ਮੈਂ ਤੁਹਾਨੂੰ ਲਾਈਨ ਹੀ ਪੜ੍ਹ ਕੇ ਸੁਣਾ ਦਿੰਨਾ। ਵਾਈਲ counting those killed in Sunday's violence, Union Ministers Ajay Mishra's Tani had included Kashyap, 32 in his toll of 4 BJP, ਭਾਵ ਕਿ ਉਹ BJP ਵਾਲਿਆਂ ਦੇ ਵਿੱਚ 4 ਦੇ ਵਿੱਚੋਂ ਇੱਕ ਉਹ ਵੀ ਆ। His family, however, said he was doing his job as a reporter and accused Mishra's son Ashish, ਭਾਵ ਕਿ ਆਸ਼ੀਸ਼ ਮਿਸ਼ਰਾ ਗਾ ਜਿਹੜਾ, ਉਸ ਦੇ ਹੱਥੋਂ ਹੀ ਜਾਂ ਉਹਨਾਂ ਦੇ ਬੰਦਿਆਂ ਦੇ ਹੱਥੋਂ ਹੀ ਉਹਨਾਂ ਨੂੰ ਉਹ ਕਤਲ ਹੋਇਆ, ਜਿਹੜਾ ਰਿਪੋਰਟਰ ਸੀਗਾ ਇੱਕ। ਇਹ ਉਹਨਾਂ ਦੀ ਫੈਮਿਲੀ ਕਹਿ ਰਹੀ ਹੈ ਕਤਲ ਕੀਤਾ ਜਾਂ ਉਹ ਇਹਨਾਂ ਨਹੀਂ। ਵੈਸੇ ਭੀੜ ਬਹੁਤ ਜ਼ਿਆਦਾ ਸੀ, ਪਤਾ ਚੱਲ ਪਾਇਆ ਸਾਨੂੰ ਫਿਰ ਕਿਸ ਤਰ੍ਹਾਂ ਕੀ ਹੋਇਆ, ਮਗਰ ਉਹ ਪੱਤਰਕਾਰ ਇੱਕ ਮਾਰਿਆ ਗਿਆ ਜੀ। ਸੋ ਇਹ ਟਾਈਮਜ਼ ਆਫ ਇੰਡੀਆ ਦੀ ਖਬਰ ਆ, ਜਿਹੜੀ ਮੈਂ ਤੁਹਾਨੂੰ ਹੁਣੀ ਪੜ੍ਹ ਕੇ ਦੱਸੀ ਹੈ ਜੀ। ਹਾਂਜੀ, ਠੀਕ ਹੈ। ਸੋ ਹੁਣ ਦੇ ਹਾਲਾਤ ਉੱਥੇ ਕੀ ਨੇ ਦਲਜੀਤ ਸਿੰਘ ਜੀ? ਬੀਤੇ ਕੱਲ ਜਦੋਂ ਰਾਕੇਸ਼ ਟਿਕੈਤ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਪੁਲਿਸ ਦੇ ਨਾਲ ਰਲ ਕੇ, ਕੀ ਉਹਨਾਂ ਦੇ ਨਾਲ ਸਾਰੇ ਲੋਕਾਂ ਦੀ ਸਹਿਮਤੀ ਸੀ ਜਾਂ ਫਿਰ ਇਹ ਆਪਣੇ ਤੌਰ ਦੇ ਉੱਤੇ ਉਹ ਜਿਹੜੀ ਯੂਨੀਅਨ ਆ ਉਹ ਫੈਸਲਾ ਲੈ ਗਈ? ਆਮ ਲੋਕਾਂ ਦਾ ਕੀ ਉੱਥੇ ਰੋਕਿਆ ਇਹਦੇ ਬਾਰੇ? ਦੇਖੋ ਜੀ, ਸਾਰੀ ਗੱਲ ਕਿਸਾਨ ਮੋਰਚੇ ਤੇ ਹੀ
ਸਿੱਖ ਦੀ ਰਕੇਸ਼ ਟਕੈਤ ਨੂੰ ਜਦੋਂ ਪਤਾ ਲੱਗਾ, ਉਹ ਤੋਂ ਗਾਜੀਪੁਰ ਤੋਂ ਫੌਰਨ ਚੱਲ ਪਏ। ਲਗਭਗ 1-1:30 ਵਜੇ ਉਹ ਪਹੁੰਚ ਜਾਂਦੇ ਨੇ ਕੱਲ ਰਾਤ ਉੱਥੇ। ਹਾਂਜੀ। ਤੇ ਉਸ ਤੋਂ ਬਾਅਦ ਸਾਰਾ ਦਿਨ ਚਰਚਾ ਦਾ ਦੌਰ ਚੱਲਦਾ ਰਿਹਾ। ਡੀਜੀਪੀ ਨੇ ਆਪ ਆਣ ਕੇ ਫਿਰ ਸਾਹਮਣੇ ਬਹਿ ਕੇ ਰਕੇਸ਼ ਟਕੈਤ ਨਾਲ ਗੱਲਬਾਤ ਕਰਕੇ, ਤੇ ਮਾਹੌਲ ਉਹਨਾਂ ਨੂੰ ਵੀ ਦੇਖਦਾ ਕਿ ਬਹੁਤ ਜ਼ਿਆਦਾ ਗਰਮ ਹੋ ਗਿਆ। ਕਰਫਿਊ ਲਾਤਾ ਜਿੱਥੇ ਉਹ ਦੇਖਦੇ ਕਿ ਸਿੱਖਾਂ ਦਾ ਗੜ ਸ਼ਹਿਰਾਂ 'ਚ ਕਰਫਿਊ ਲਾਤਾ। ਤੇ ਡੀਜੀਪੀ ਦੇ ਨਾਲ ਇਹਨਾਂ ਦੀ ਗੱਲਬਾਤ ਹੋ ਗਈ ਕਿ ਜਿਹੜੇ ਉੱਥੇ 4 ਸ਼ਹੀਦ ਹੋਏ ਨੇ ਕਿਸਾਨ, ਉਹਨਾਂ ਨੂੰ 45 ਲੱਖ ਰੁਪਇਆ ਮੁਆਵਜ਼ਾ ਔਰ ਇੱਕ ਬੰਦੇ ਨੂੰ ਸਰਕਾਰੀ ਨੌਕਰੀ, ਉਹਦੀ ਯੋਗਦਾਨ था, और 10 लाख रुपया जी। बाकी किसानों ਨੂੰ ਰਕੇਸ਼ ਟਕੈਤ ਜੀ ਰਹੀ, ਕਿਸਾਨ ਆਗੂ ਨੇ, ਔਰ ਉਹਨਾਂ ਦੀ ਮੰਨਣੀ ਪਏਗੀ, ਚਾਹੇ ਕਿਸੇ 'ਚ ਅਕਰੋਸ਼ ਜ਼ਿਆਦਾ ਹੈ ਚਾਹੇ ਘੱਟ ਹੈ, ਮਗਰ ਉਹਨਾਂ ਦੀ ਉਹ ਫੈਸਲਾ ਮੰਨਣਾ ਹੀ ਪਏਗਾ। ਜੀ, ਸੋ ਧੰਨਵਾਦ ਤੁਹਾਡਾ। ਉਹਨਾਂ ਕਿਹਾ ਅਗਰ ਇੱਕ ਹਫ਼ਤੇ ਦੇ ਅਗਰ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਹੈ, ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ, ਅਸੀਂ ਜੋ ਵੀ ਸਾਨੂੰ ਕਰਨਾ ਪਏਗਾ ਉਹ ਅਸੀਂ ਕਰਾਂਗੇ ਇੱਥੇ ਆਣ ਕੇ। ਜੀ, ਉਸ ਤੋਂ ਬਾਅਦ ਫਿਰ ਖਤਮ ਕੀਤਾ ਗਿਆ ਉੱਥੇ ਜੋ ਵੀ ਕਰਨਾ ਪਏਗਾ, ਲਾਸ਼ਾਂ ਦਾ ਫਿਰ ਪੋਸਟਮਾਰਟਮ ਹੋਇਆ। ਜੀ, ਸੋ ਧੰਨਵਾਦ ਤੁਹਾਡਾ ਦਲਜੀਤ ਸਿੰਘ ਜੀ, ਤੁਸੀਂ ਸਾਨੂੰ ਮੂਲ ਜਾਣਕਾਰੀ ਇੱਥੋਂ ਦੀ ਸਾਂਝੀ ਕੀਤੀ ਆ। ਸੋ ਫਿਊਚਰ ਦੇ ਵਿੱਚ ਜੇਕਰ ਭਵਿੱਖ 'ਚ ਫਿਰ ਵੀ ਸਬੱਬ ਬਣਿਆ ਤੁਹਾਡੇ ਤੋਂ ਹੋਰ ਜਾਣਕਾਰੀ ਲਵਾਂਗੇ। ਸੋ ਇਹ ਜਾਣਕਾਰੀ ਲਈ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦਰਸ਼ਕੋ, ਇਹ ਸਨ ਦਲਜੀਤ ਸਿੰਘ ਜਿਨ੍ਹਾਂ ਨੇ ਸਾਨੂੰ ਮੂਲ ਜਾਣਕਾਰੀ ਦਿੱਤੀ ਆ। ਇਹਨਾਂ ਨੇ ਸਾਰਾ ਉੱਥੇ ਮੌਕੇ ਦੇ ਹਾਲਾਤ ਵੀ ਜਾ ਕੇ ਦੇਖੇ ਨੇ। ਉੱਥੇ ਮੌਕੇ ਤੇ ਤਾਂ ਇਹ ਮੌਜੂਦ ਨਹੀਂ ਸੀ, ਪਰ ਇਹਨਾਂ ਦਾ ਕੁਝ ਸੈਂਕੜੇ ਕਿਲੋਮੀਟਰ ਇਹਨਾਂ ਦਾ ਨੇੜੇ ਪਿੰਡ ਆ, ਅਤੇ ਉੱਥੋਂ ਜਾ ਕੇ ਇਹਨਾਂ ਨੇ ਸਹਿਯੋਗ ਵੀ ਕੀਤਾ ਜੋ ਉੱਥੇ ਕਰ ਸਕਦੇ ਸੀ ਕਿਸਾਨਾਂ ਨੂੰ, ਜਾਂ ਉੱਥੇ ਜਿਹੜੇ ਪੀੜਤ ਪਰਿਵਾਰ ਸੀਗੇ ਸਾਰੇ ਸਿੱਖ ਬੜੇ ਇਕੱਠੇ ਹੋ ਕੇ ਰਹਿੰਦੇ ਨੇ ਉੱਥੇ। ਉਹਨਾਂ ਨੇ ਜਿੰਨੀ ਉਹਨਾਂ ਨੂੰ ਜਾਣਕਾਰੀ ਮਿਲੀ ਉਹ ਸਾਡੇ ਨਾਲ ਸਾਂਝੀ ਕੀਤੀ ਹੈ, ਜਾਂ ਉੱਥੋਂ ਦਾ ਜਿਹੜਾ ਮਾਹੌਲ ਆ। ਹੁਣ ਆਪਾਂ ਜਸਵੀਰ ਸਿੰਘ ਹੋਰਾਂ ਤੋਂ ਪੁੱਛਦੇ ਹਾਂ। ਜਸਵੀਰ ਸਿੰਘ ਜੀ, ਤੁਸੀਂ ਥੋੜੀ ਜਿਹੀ ਜਾਣਕਾਰੀ ਸਾਂਝੀ ਕਰੋਗੇ ਕਿ ਇਸ ਵਕਤ ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਆ, ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਹ ਕੀ ਕਹਿੰਦੀਆਂ ਨੇ, ਕਿਸਾਨ ਮੋਰਚੇ ਦੇ ਵੱਲੋਂ ਕੀ ਖਬਰਾਂ ਆ ਰਹੀਆਂ ਨੇ, ਸੋ ਪੰਜਾਬ ਦੇ ਲੀਡਰ ਨੇ ਜਿਹੜੇ ਉਹ ਕੀ ਕਰ ਰਹੇ ਆ? ਗੁਰਤੇਜ ਸਿੰਘ ਜੀ, ਦੇਖੋ ਇਹ ਜਿਹੜਾ ਹੁਣ ਸਿਚੁਏਸ਼ਨ ਹੋਈ ਹੈ ਨਾ ਕੱਲ, ਇਹ ਬਹੁਤ ਭਿਆਨਕ ਸਿਚੁਏਸ਼ਨ ਆ ਕਿਸਾਨੀ ਸੰਘਰਸ਼ ਦੇ ਵਿੱਚ। ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਹੈਗਾ ਉਹ ਤਕਰੀਬਨ ਜਿਹੜੀ ਹੈ 750 ਜਿਹੜੇ ਕਿਸਾਨ ਉਹਨਾਂ ਦੀ ਜਾਨ ਚਲੇ ਗਈ ਆ, ਜਿਨ੍ਹਾਂ ਦੇ ਵਿੱਚ ਵੀਰ ਨਵਰੀਤ ਸਿੰਘ ਦੀ ਜਿਹੜੀ ਸ਼ਹੀਦੀ ਉਹ ਗੋਲੀ ਲੱਗਣ ਕਰਕੇ ਹੋਈ, ਔਰ ਬਾਕੀ ਜਿਹੜੇ ਕਿਸਾਨਾਂ ਦੀ ਜਿਹੜੀ ਜ਼ਿੰਦਗੀ ਉਹ ਵੀ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀ ਹੈ। ਚਾਹੇ ਉਹ ਕਿਸੇ ਨੇ ਆਤਮ ਹੱਤਿਆ ਕੀਤੀ ਹੈ ਇਹਨਾਂ ਬਾਰਡਰਾਂ ਤੇ ਬੈਠਿਆਂ ਨੇ ਸਰਕਾਰ ਦੇ ਸਿਰ ਚੜ੍ਹ ਕੇ, ਚਾਹੇ ਕਿਸੇ ਦਾ ਐਕਸੀਡੈਂਟ ਹੋ ਗਿਆ, ਚਾਹੇ ਕੋਈ ਜਿਹੜਾ ਉੱਥੇ ਢਿੱਲਾ ਮੱਸਾ ਹੋ ਗਿਆ ਬਾਰਡਰਾਂ ਦੇ ਉੱਤੇ, ਕਿਉਂਕਿ ਕਰੋਸੇ ਕਰਨ ਵਾਸਤੇ ਗਿਆ ਸੀ ਜਿਹੜਾ ਸੰਘਰਸ਼ ਚੱਲ ਰਿਹਾ। ਔਰ ਉਹ ਸਾਰੀਆਂ ਜਿਹੜੀਆਂ ਕੁਰਬਾਨੀਆਂ ਹੈਗੀਆਂ ਕਿਸਾਨੀ ਸੰਘਰਸ਼ ਦੇ ਲੇਖੇ ਲੱਗਣੀਆਂ, ਔਰ ਜਿਹੜੀ ਇਹ ਯੂਪੀ ਵਾਲੀ ਘਟਨਾ, ਇਹਦਾ ਬਹੁਤ ਫਰਕ ਆ। ਜੇ ਅਸੀਂ ਜਿਹੜੀਆਂ ਇਹ ਨੁਕਸਾਨ, ਬਹੁਤ ਜਾਨੀ ਨੁਕਸਾਨ ਹੋਇਆ, ਇਹ ਸ਼ਹੀਦੀਆਂ ਹੋਈਆਂ ਹੈ, ਇਹਨਾਂ ਨੂੰ ਉਹਨਾਂ ਦੇ ਬਰਾਬਰ ਦੇਖ ਕੇ ਕਹਿੰਦੇ ਵੀ ਠੀਕ ਹੈ ਹੋ ਗਿਆ ਤੇ ਬਾਰਡਰਾਂ ਤੇ ਮੋਰਚਾ ਲੱਗਾ ਹੋਇਆ ਜੀ, ਤਾਂ ਫਿਰ ਇੱਕ ਬੜੀ ਵੱਡੀ ਗਲਤੀ ਹੈ। ਲੋਕ ਪੰਜਾਬ ਦੇ ਕੀ ਸੋਚਦੇ ਆ? ਜਿੱਦਾਂ ਅਸੀਂ ਹੁਣ ਵਿਚਰੇ ਆ ਇੱਥੇ, ਹਾਲਾਂਕਿ ਅਸੀਂ ਯੂਪੀ ਨਹੀਂ ਗਏ, ਆਪਣੀ ਟੀਮ ਜਿਹੜੀ KTV ਦੀ ਗਈ ਹੋਈ ਆ, ਲੋਕ ਪਿੱਛੇ ਬੈਠੇ ਇਹੀ ਕਹਿ ਰਹੇ ਆ, ਦੇਖੋ ਸੋਸ਼ਲ ਮੀਡੀਆ ਤੇ ਵੀ ਭਰਿਆ ਪਿਆ, ਕਹਿੰਦੇ ਵੀ ਹੋਰ ਕਿੰਨੇ ਕੁ ਬੰਦੇ ਬਣਾਉਣੇ ਆ, ਕਿੰਨੀਆਂ ਲਾਸ਼ਾਂ ਘਰਾਂ ਨੂੰ ਲਿਜਾਣੀਆਂ, ਔਰ ਕਿਹੜਾ ਉਹ ਪਲ ਹੋਊਗਾ, ਕਿਹੜੀ ਸਿਚੁਏਸ਼ਨ ਹੋਊਗੀ ਜਦੋਂ ਇਹਨਾਂ ਜਿਹੜਾ ਸੰਘਰਸ਼ ਦਾ ਹੱਲ ਹੋਊਗਾ, ਕਿਸਾਨਾਂ ਦੀ ਜਿੱਤ ਹੋਊਗੀ, ਔਰ ਕਦੋਂ। ਇਹ ਬੜੀ ਜਿਹੜੀ ਹੈਰਾਨੀਜਨਕ ਸਥਿਤੀ ਹੈ। ਕੱਲ ਜਿਹੜਾ ਹੁਣ ਉੱਥੇ ਹੋਇਆ ਹੈਗਾ ਪੂਰਾ, ਪਹਿਲਾਂ ਬੰਦੇ 4 ਜਿਹੜਾ ਕਿ ਉਹ ਕਿਸਾਨ ਜਿਹੜੇ ਆ ਉਹਨਾਂ ਦੀ ਜਾਨ ਚਲੇ ਗਈ, ਇੱਕ ਪੱਤਰਕਾਰ ਦੀ ਵੀ ਜਾਨ ਚਲੇ ਗਈ, ਔਰ 3 ਜਿਹੜੇ ਆ ਉਹ BJP ਦੇ ਜਿਹੜੇ ਆਮ ਵਰਕਰ ਹੋਣਗੇ, ਕੋਈ ਵੱਡਾ ਚਿਹਰਾ ਤਾਂ ਹੈ ਨਹੀਂ ਸੀਗਾ, ਉਹਨਾਂ ਦੀ ਵੀ ਜਿਹੜੀ ਆ ਉਹ ਜਾਨ ਚਲੇ ਗਈ ਆ। ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਕੁਝ ਲੀਡਰ ਆ ਜਿਹੜੇ ਉਹ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਮੀਟਿੰਗਾਂ ਹੁੰਦੀਆਂ, ਮੰਗ ਕੀ ਹੈ 2 ਕਰੋੜ 1 ਕਰੋੜ ਜਾਂ 10 ਕਰੋੜ ਵੀ ਲਾ ਲਓ, ਔਰ ਸੰਘਰਸ਼ ਕਿਸ ਵਾਸਤੇ ਚੱਲ ਰਿਹਾ ਉਹ ਉੱਥੇ ਮੰਗ ਮੇਰੇ ਖਿਆਲ 'ਚ ਉਹ ਹੋਣੀ ਚਾਹੀਦੀ ਸੀ। ਆਮ ਲੋਕਾਂ ਦਾ ਵੀ ਕਹਿਣਾ, ਔਰ ਇਹ ਬੜੀ ਵਾਜਬ ਗੱਲ ਵੀ ਆ। ਬੰਦੇ ਮਰ ਰਹੇ ਆ, ਲਗਾਤਾਰ ਬੰਦੇ ਮਰ ਰਹੇ ਆ। ਕਿਸਾਨੀ ਸੰਘਰਸ਼ ਜਿਹੜਾ ਠੰਡਾ ਪੈ ਗਿਆ ਸੀਗਾ, ਇਹ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਬਾਰਡਰਾਂ ਤੇ ਬੈਠੇ ਹੋਏ ਸੀਗੇ ਕਿਸਾਨ ਲੀਡਰ ਵੀ ਪਿੱਛੇ ਆ ਕੇ ਪੰਜਾਬ ਦੇ ਵਿੱਚ ਮਹਾਪੰਚਾਇਤਾਂ ਕਰਨ ਲੱਗ ਪਏ, ਔਰ ਬਹੁਤ ਸਾਰੇ ਜਿਹੜੇ ਗਾਉਣ ਵਾਲੇ ਸੀ ਜਾਂ ਨੌਜਵਾਨ ਸਪੋਰਟਰ ਹੈਗੇ ਉਹ ਵੀ ਜਿਹੜਾ ਕਿ ਪੰਜਾਬ ਦੇ ਵਿੱਚ ਜਾਂ ਹਰਿਆਣਾ 'ਚ ਮਹਾਪੰਚਾਇਤਾਂ ਕਰਨ ਲੱਗ ਪਏ, ਲੋਕਾਂ ਨੂੰ ਲਾਮਬੰਦ ਕਰੀਏ, ਜਾਗਰੂਕ ਕਰੀਏ। ਤਾਂ ਬਾਰਡਰਾਂ ਵਾਲਾ ਜਿਹੜਾ ਮਾਹੌਲ ਥੋੜਾ ਠੰਡਾ ਪੈ ਗਿਆ ਸੀਗਾ।
ਕੱਲ ਪਰਸੋਂ ਵਾਲੀ ਜਿਹੜੀ ਇੱਕ ਵੱਡੀ ਘਟਨਾ ਹੈ, ਇਹਨੇ ਕਿਸਾਨੀ ਸੰਘਰਸ਼ ਨੂੰ ਮੁੜ ਤੋਂ ਜਿਹੜਾ ਉਹ ਭਾਂਬੜ ਜਿਹੜਾ ਸੀਗਾ ਉਹ ਮੱਚ ਚੁੱਕਿਆ। ਤਾਂ ਉੱਥੇ ਲੋਕ ਕਹਿੰਦੇ ਵੀ ਗੱਲ ਇਹ ਹੁੰਦੀ ਵੀ ਇਹ ਲੋਕਾਂ ਨੂੰ ਇਹ ਵੇਖੋ ਵੀ ਇਹ ਕੰਮ ਹੋਇਆ ਕਿਉਂ ਆ। ਵਿਰੋਧ ਤਾਂ ਕਰ ਰਹੇ ਸੀ ਕਿਸਾਨ, ਕਿਉਂ ਕਰ ਰਹੇ ਸੀ? ਕਾਲੀਆਂ ਝੰਡੀਆਂ ਵਿਖਾਉਣ ਦੀ ਕਿਉਂ ਲੋੜ ਪਈ? ਲੋੜ ਤਾਂ ਪਈ ਵੀ ਸਰਕਾਰ ਜਿਹੜੀ ਆ ਉਹ ਕਾਨੂੰਨ ਜਿਹੜੇ ਰੱਦ ਨਹੀਂ ਕਰ ਰਹੀ, ਔਰ ਉਹ ਕਾਨੂੰਨ ਰੱਦ ਕਰੋ। ਸਾਨੂੰ ਨਹੀਂ ਚਾਹੀਦਾ ਸਰਕਾਰ ਦਾ 2 ਕਰੋੜ 5 ਕਰੋੜ, ਉਹ ਤਾਂ ਸਰਕਾਰ ਨੂੰ ਦੇਣਾ ਹੀ ਪੈਣਾ। ਸਰਕਾਰ ਦੀ ਗਲਤੀ ਕਰਕੇ ਬੰਦਿਆਂ ਦੀ ਜਾਨ ਗਈ, ਉਹ ਤਾਂ ਦੇਣਾ ਹੀ ਪੈਣਾ। ਉਹ ਤੁਸੀਂ ਜੇ ਏਜੰਡਾ ਹੀ ਉਹ ਰੱਖ ਲਿਆ, ਹਾਂਜੀ ਕਰੋੜ ਦੋ, ਸਰ ਕਿਤੇ ਉਪ ਮੁੱਖ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਕਿਹੜਾ ਆਪਦੀ ਜੇਬ ਚੋਂ ਦੇਣਾ? ਤੁਹਾਡਾ ਟੈਕਸ ਆ ਇਕੱਠਾ ਕਰਕੇ ਤੁਹਾਨੂੰ ਦੇਤਾ, ਖਾਤੇ 'ਚ ਪਾ ਦੇਣਗੇ, ਉਹਦੇ ਨਾਲ ਕੀ ਹੋ ਜਾਊਗਾ? ਮਾਫ ਕਰਨਾ। ਬਿਲਕੁਲ ਜੀ, ਆਪਾਂ ਕਹਿੰਦੇ ਇੱਕ ਮੁੱਖ ਮੁੱਦਾ ਜਿਸ ਦੇ ਲਈ ਸਾਰੀ ਲੜਾਈ ਲੜੀ ਜਾ ਰਹੀ ਆ, ਉਸ ਤੋਂ ਬਾਅਦ ਸਰਕਾਰ ਦੀ ਇੱਕ ਮਨਸ਼ਾ ਕਰਕੇ, ਗਲਤੀ ਕਰਕੇ ਜਾਂ ਉਹਦਾ ਇੱਕ ਉਸ ਤਰ੍ਹਾਂ ਦਾ ਮਾਈਂਡ ਸੈਟ ਕਰਕੇ ਇੱਕ ਹੋਰ ਮੁੱਦਾ ਖੜਾ ਹੋ ਜਾਂਦਾ। ਸੋ ਉਸ ਦੇ ਉੱਤੇ ਸਮਝੌਤਾ ਕਰਕੇ ਆਪਣਾ ਨੁਕਸਾਨ ਕਰਾ ਕੇ ਤੇ ਉਤੇ ਸਮਝੌਤਾ ਕਰਕੇ ਉਹਨੂੰ ਜਿੱਤ ਦੱਸੀ ਜਾਣਾ। 5-6 ਵਾਰ ਗੁਰਤੇਜ ਸਿੰਘ ਜੀ ਹੋ ਗਿਆ, 2-3 ਵਾਰ ਹਰਿਆਣੇ ਚ ਉਹਨੂੰ ਕਹਿਣਾ ਕਿ ਅਸੀਂ ਮੈਨੇਜ ਕਰ ਲਿਆ। ਇਹ ਕੋਈ ਲੀਡਰਸ਼ਿਪ ਦੀ ਆਪਾਂ ਕਹਦੇ ਕੋਈ ਸਿਫਤ ਕਰਨ ਵਾਲੀ ਗੱਲ ਤਾਂ ਹੈ ਨਹੀਂ, ਤੇ ਲੀਡਰਸ਼ਿਪ ਫੇਲੀਅਰ ਦੀ ਨਿਸ਼ਾਨੀ ਆ ਜਿਹੜੀ ਕਿ ਬਲਕਿ ਇੱਥੇ ਗੁਰਤੇਜ ਸਿੰਘ ਜਿਸ ਤਰ੍ਹਾਂ 26 ਜਨਵਰੀ ਨੂੰ ਬਾਬਾ ਹਰਦੀਪ ਸਿੰਘ ਡਿਬਡਬਾ ਰੋਂਦੇ ਜਦੋਂ ਗੱਲ ਯਾਦ ਕਰਦੇ, ਕਹਿੰਦੇ ਜੇ ਮੈਂ ਉੱਥੇ ਹੁੰਦਾ ਪਹੁੰਚ ਨਹੀਂ ਸਕੇ, ਪਤਾ ਵੀ ਨਾ ਲੱਗਿਆ, ਸ਼ਾਮ ਨੂੰ ਪਤਾ ਲੱਗਿਆ ਵੀ ਉਹ ਤੁਹਾਡਾ ਬੱਚਾ ਹੈ। ਉਹ ਲਾਸ਼ ਨੂੰ ਰੱਖ ਕੇ ਕਿਸਾਨ ਸੰਘਰਸ਼ ਕੀਤਾ ਜਾਂਦਾ, ਲੀਡਰ ਬਹਿ ਜਾਂਦੇ ਵੀ ਸਾਡਾ ਮੁੰਡਾ ਮਾਰਿਆ ਤੁਸੀਂ ਗੋਲੀ ਮਾਰ ਕੇ, ਇੱਥੋਂ ਗੋਲੀ ਮਾਰੀ ਤਾਂ ਨਿਕਲ ਗਈ, ਸਾਡਾ ਮਸਲਾ ਹੱਲ ਕਰੋ, ਕਰਨਾ ਪੈਂਦਾ। ਦਿੱਲੀ 'ਚ ਬਹਿ ਜਾਂਦੇ। ਕੱਲ ਵੀ ਜੇ ਲਾਸ਼ਾਂ ਇਸ ਵਾਸਤੇ ਰੱਖ ਲੈਂਦੇ ਵੀ ਸਾਡਾ ਮਸਲਾ ਹੱਲ ਕਰੋ, ਕਿੰਨਾ ਚਿਰ ਹੋ ਗਿਆ, ਕਿੰਨੇ ਹੋਰ ਮਰਾਉਣੇ ਆ? ਕਿ ਜਿਹੜਾ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਉਹੀ ਮੋਰਚਾ, ਉਹ ਵੀ ਤਾਂ ਮੋਰਚੇ ਵਾਸਤੇ ਹੋਏ ਨਾ। ਮੈਨੂੰ ਇਹ ਗੱਲ ਬੜੀ ਅਜੀਬ ਲੱਗਦੀ ਵੀ ਜਿੱਥੇ ਨੁਕਸਾਨ ਹੁੰਦਾ ਬੰਦੇ ਮਰ ਜਾਂਦੇ, ਉੱਥੇ ਅਸੀਂ ਮੰਗ ਹੋਰ ਰੱਖ ਦਿੰਦੇ ਆ, ਪੈਸੇ ਦੇ ਦਿਓ, ਸਰਕਾਰੀ ਨੌਕਰੀ ਦੇ ਦਿਓ, ਓਕੇ ਜੀ ਠੀਕ ਆ, ਫਿਰ ਹੋਰ ਮਰਾ ਲਓ। ਉੱਥੇ ਵੀ ਪੈਸੇ ਦੇ ਦਿਓ, ਸਰਕਾਰੀ ਨੌਕਰੀ ਉਹਨਾਂ ਨੇ ਘਰੇ ਆਪਦੇ ਕੋਈ ਜੇਬ ਚੋਂ ਨਹੀਂ ਦੇਣੀ, ਪੈਸੇ ਉਹਨਾਂ ਨੇ ਜੇਬ ਚੋਂ ਨਹੀਂ ਦੇਣੇ। ਤੁਹਾਡਾ ਦਿੱਤਾ ਟੈਕਸ ਆ ਉਹ ਇਕੱਠਾ ਕਰਕੇ ਤੁਹਾਨੂੰ 50 ਕਰੋੜ ਵੀ ਦੇ ਦੇਣਗੇ, ਤਾਂ ਵੀ ਤੁਸੀਂ ਉਹਨਾਂ ਦੇ ਜਿਹਨਾਂ ਦਾ 19 ਸਾਲਾਂ ਦਾ ਹੀਰਾ ਪੁੱਤ ਮਰ ਗਿਆ, 2 ਭੈਣਾਂ ਦਾ ਭਾਈ ਮਰ ਗਿਆ, ਤੁਸੀਂ ਪੂਰਾ ਥੋੜੀ ਕਰ ਸਕਦੇ ਹੋ। ਵੀਡੀਓ ਕਿਵੇਂ ਆਈ ਸਾਹਮਣੇ, ਕਿਸ ਤਰ੍ਹਾਂ ਸ਼ਰੇਆਮ ਆਰਾਮ ਨਾਲ ਖਲੋਤੇ ਆ, ਝੰਡੀਆਂ ਵਿਖਾਉਂਦੇ, ਜਿੰਦਾਬਾਦ ਮੁਰਦਾਬਾਦ ਕਰਦੇ, ਪਿੱਛੋਂ ਲਿਆ ਕੇ ਗੱਡੀ ਚੜਾਈ ਔਰ ਕਤਲੇਆਮ ਕੀਤਾ। ਔਰ ਇੱਥੇ ਲੀਡਰਸ਼ਿਪ ਦੀ ਜਿਹੜੀ ਵੱਡੀ ਗੱਲ ਆ, ਐਡੇ ਵੱਡੀ ਘਟਨਾ ਹੋਣ ਤੋਂ ਬਾਅਦ ਉੱਥੇ ਜਾ ਕੇ ਰਿਆਇਤ ਮੰਗਣੀ, ਉੱਥੇ ਜਾ ਕੇ ਇਹ ਮੰਗਣਾ ਇੰਨੇ ਕੁ ਪੈਸੇ ਦੇ ਦਿਓ ਜੀ, ਇੱਕ ਨੌਕਰੀ ਦੇ ਦਿਓ ਜੀ, ਕਿ ਉਹ ਬੰਦਾ ਮੁੜ ਆਊਗਾ। ਕਮ ਸੇ ਕਮ ਜਿਹੜੇ ਕੰਮ ਵਾਸਤੇ ਉਹਨਾਂ ਦੀ ਸ਼ਹਾਦਤ ਹੋਈ ਹੈ, ਕੁਰਬਾਨੀ ਹੋਈ ਆ, ਉਹ ਗੱਲ ਰੱਖੋ ਵੀ ਕਾਨੂੰਨ ਰੱਦ ਕਰੋ, ਇਹ ਲਾਸ਼ਾਂ ਇੱਥੇ ਪਈਆਂ ਰਹਿਣਗੀਆਂ। ਇਹ ਲੋਕਾਂ ਦੀ ਸਭ ਤੋਂ ਵੱਡੀ ਮੰਗ ਆ ਜਿਹੜੀ ਹੋਈ ਨਹੀਂ ਗੀ। ਔਰ ਉਲਟਾ ਜਿਹੜਾ ਇੰਟਰਨੈਟ ਉੱਥੇ ਵੀ ਜ਼ਮੀਨੀ ਪੱਧਰ ਤੇ ਉਸ ਇਲਾਕੇ 'ਚ ਬੰਦ ਸੀਗਾ, ਉੱਥੋਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਉੱਥੇ ਵੀ ਲੋਕਾਂ ਨੇ ਇਸ ਫੈਸਲੇ ਦੀ ਜਿਹੜੀ ਆ ਉਹ ਵਿਰੋਧਤਾ, ਜਾਂ ਕਹਿ ਸਕਦੇ ਇਹ ਫੈਸਲੇ ਦੇ ਉੱਤੇ ਆਪਣੇ ਜਿਹੜੇ ਵਿਚਾਰ ਪ੍ਰਗਟ ਕੀਤੇ ਆ, ਕੀਤੇ ਹੋਣਗੇ, ਪਰ ਲੋਕਾਂ ਤੱਕ ਨਹੀਂ ਪਹੁੰਚੇ। ਬਜਾਏ ਕਿ ਉਸ ਤੋਂ ਬਾਅਦ ਤੇ 5-6 ਘੰਟੇ ਵਿਸ਼ਵ ਪੱਧਰ ਦੇ ਉੱਤੇ ਜਿਹੜਾ ਕਿ ਇੰਟਰਨੈਟ ਉਹ ਬੰਦ ਰਿਹਾ, ਸਾਨੂੰ ਸਾਰਿਆਂ ਨੂੰ ਪਤਾ, ਉਹਦੇ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਨਹੀਂ ਆਈਆਂ ਜੀ। ਸੋ ਦਰਸ਼ਕੋ, ਤੁਹਾਨੂੰ ਥੋੜਾ ਜਿਹਾ ਅਸੀਂ ਰੀਕੈਪ ਕਰ ਦਈਏ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਯੂਪੀ ਦੇ ਵਿੱਚ ਕਤਲੇਆਮ ਜੋ ਹੋਇਆ ਹੈ ਬੀਜੇਪੀ ਸਰਕਾਰ ਦੇ ਵੱਲੋਂ, ਬੀਜੇਪੀ ਦੇ ਮੰਤਰੀਆਂ ਦੇ ਵੱਲੋਂ ਪ੍ਰਵੋਕ ਕੀਤਾ ਗਿਆ ਹੈ, ਜਿਸ ਦੇ ਵਿੱਚ 4 ਸਿੱਖ ਨੌਜਵਾਨ ਮਾਰੇ ਗਏ ਨੇ ਅਤੇ ਭਾਜਪਾ ਦੇ ਕੁਝ ਵਰਕਰ ਵੀ ਮਾਰੇ ਗਏ ਨੇ। ਉਹਨਾਂ ਨੂੰ ਕਿਹਨੇ ਮਾਰਿਆ ਇਹ ਜੇ ਪਤਾ ਨਹੀਂ, ਪਰ ਨੌਜਵਾਨਾਂ ਨੂੰ ਬੀਜੇਪੀ ਦੀਆਂ ਗੱਡੀਆਂ ਨੇ ਕੁਚਲਿਆਗਾ, ਕੁਚਲ ਕੇ ਮਾਰਿਆ ਉਹਨਾਂ ਨੂੰ, ਭਾਵ ਕਿ ਲਤਾੜ ਕੇ ਮਾਰਿਆ। ਇਹ ਸਪਸ਼ਟ ਆ, ਇਹ ਵੀਡੀਓਜ਼ ਦੇ ਵਿੱਚ ਵੀ ਆ ਗਿਆ। ਪਹਿਲਾਂ ਬੀਜੇਪੀ ਵਾਲੇ ਮੁੱਕਰ ਰਹੇ ਸੀ। ਇਸ ਦੀ ਅਸੀਂ ਤੁਹਾਨੂੰ ਕੱਲੀ ਤੰਦ ਦੱਸਾਂਗੇ ਕਿ ਕਿੱਥੋਂ ਸ਼ੁਰੂ ਹੋਈ ਗੱਲ ਤੇ ਕਿੱਧਰ ਨੂੰ ਇਹ ਜਾ ਰਹੀ ਆ। ਕੁਝ ਗੱਲਾਂ ਨੇ ਜਿਹੜੀਆਂ ਦੀ ਇੱਕ ਆਪਾਂ ਜਦੋਂ ਲੜੀ ਬਣਾ ਕੇ ਦੇਖਦੇ ਆ ਨਾ, ਫਿਰ ਤੁਹਾਨੂੰ ਬਹੁਤ ਸਮਝ ਆਉਣਗੀਆਂ। ਸੋ ਜਸਵੀਰ ਸਿੰਘ ਜੀ, ਆਪਾਂ ਤੁਹਾਨੂੰ ਫਿਰ ਵੀ ਤੁਹਾਡੇ ਕਮੈਂਟ ਲਵਾਂਗੇ। ਹਰਵਿੰਦਰ ਸਿੰਘ ਜੀ, ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਆਪਾਂ ਦਰਸ਼ਕਾਂ ਨੂੰ ਨਾ ਕੁਝ ਕੜੀਆਂ ਜੋੜ ਕੇ ਦਿਖਾਉਣੇ ਆ ਕਿ ਗੱਲ ਅਸਲ 'ਚ ਸ਼ੁਰੂ ਕਿੱਥੋਂ ਹੁੰਦੀ ਆ। ਸੋ ਉਸ ਤੋਂ ਬਾਅਦ ਆਪਾਂ ਹਰਵਿੰਦਰ ਹੁਣੀਆਂ ਕੋਲ ਜਾਵਾਂਗੇ। ਸੋ ਦਰਸ਼ਕੋ, ਇਹ ਜਿਹੜੀ ਤੁਸੀਂ ਪਹਿਲੀ ਵੀਡੀਓ ਦੇਖੋਗੇ, ਇਸ ਵੀਡੀਓ ਦੇ ਵਿੱਚ ਤੁਸੀਂ ਤੇਜਿੰਦਰ ਸਿੰਘ ਵਿਰਕ ਅਤੇ ਜਿਹੜਾ ਉਹ ਬੀਜੇਪੀ ਦਾ ਲੀਡਰ ਆ, ਉਸ ਦੀ ਬਿਆਨਬਾਜ਼ੀ ਸੁਣੋਗੇ। ਇਹ 27 ਤਰੀਕ ਦੇ ਦਿਨਾਂ ਦੀ ਆ, ਭਾਵ ਕਿ ਸਪਟੰਬਰ ਦੇ ਦਿਨਾਂ ਦੀ ਆ। ਇੱਥੋਂ ਇਹ ਗੱਲ ਸ਼ੁਰੂ ਹੁੰਦੀ ਆ। ਵੈਸੇ ਗੱਲ ਇੱਥੋਂ ਨਹੀਂ ਸ਼ੁਰੂ ਹੁੰਦੀ, ਇਹ ਗੱਲ 1955 ਤੋਂ ਸ਼ੁਰੂ ਹੁੰਦੀ ਆ। 1955 ਦੇ ਵਿੱਚ ਜਦੋਂ ਸਿੱਖਾਂ ਨੇ ਇਸ ਤਰਾਈ ਦੇ ਇਲਾਕੇ ਦੇ ਵਿੱਚ, ਇਹਨੂੰ ਤਰਾਈ ਦਾ ਇਲਾਕਾ ਇਸ ਲਈ ਕਿਹਾ ਜਾਂਦਾ ਕਿ ਪਹਾੜ ਤੋਂ ਉਤਰਾਈ, ਤਰਾਈ, ਉਹਨੂੰ ਸ਼ਾਇਦ ਸ਼ਾਰਟ ਦੇ ਵਿੱਚ ਤਰਾਈ ਦਾ ਇਲਾਕਾ ਕਹਿ ਦਿੰਦੇ ਆ। ਜਾਂ ਇੱਥੇ ਹੋ ਸਕਦਾ ਨਹਿਰਾਂ ਬਹੁਤ ਹੋਣ, ਨਹਿਰਾਂ ਹੈਗੀਆਂ ਨੇ, ਨਾਲੇ ਹੈਗੇ ਨੇ, ਉਹਨਾਂ ਕਰਕੇ ਵੀ ਸ਼ਾਇਦ ਇਹਨੂੰ ਕਹਿ ਦਿੱਤਾ ਜਾਂਦਾ ਹੋਵੇ। ਇਹ ਚਲੋ ਸੈਕੰਡਰੀ ਗੱਲ ਆ। ਸੋ ਇੱਥੇ
ਸ਼ੇਰ, ਚੀਤੇ, ਪੂਰਾ ਜੰਗਲ ਸੀ। ਇਹ ਸਰਕਾਰ ਨੇ, ਅੰਗਰੇਜ਼ ਸਰਕਾਰ ਨੇ ਰਿਜ਼ਰਵ ਰੱਖਿਆ ਹੋਇਆ ਸੀ ਇੱਥੋਂ ਦੇ ਜਿਹੜਾ ਜੰਗਲਾਤ ਆ ਉਸ ਨੂੰ ਬਚਾਉਣ ਦੇ ਲਈ। 47 ਤੋਂ ਬਾਅਦ ਦੇ ਵਿੱਚ ਭਾਰਤ ਦੀ ਸਰਕਾਰ ਨੇ 1955 ਚ ਕਹਿਤਾ ਕਿ ਇਹਨੂੰ ਆ ਕੇ ਆਬਾਦ ਕਰੋ, ਵਾਹੀਯੋਗ ਕਰੋ। ਇਹ ਇੱਥੇ ਬਹੁਤ ਸਾਰੇ ਗਏ ਤੇ ਬਹੁਤੇ ਭੱਜੇ ਆਏ। ਜ਼ਿਆਦਾਤਰ ਰਹੇ ਕਿਹੜੇ ਇੱਥੇ? ਕੰਬੋ, ਜਾਟ ਤੇ ਰਾਏ, ਤਿੰਨੇ ਸਿੱਖ ਪੰਥ ਦਾ ਹਿੱਸਾ ਨੇ। ਮੈਂ ਜਾਤਾਂ ਦੇ ਵਿੱਚ ਨਹੀਂ ਜਾਂਦਾ, ਪਰ ਇੱਥੋਂ ਅੱਗੇ ਗੱਲ ਹੋਰ ਕਈ ਇੱਥੋਂ ਨੁਕਤੇ ਨਿਕਲਦੇ ਨੇ ਜਿਹੜੇ ਆਪਾਂ ਅੱਜ ਨਹੀਂ ਕਰਨੇ, ਉਹ ਕਦੇ ਫਿਊਚਰ 'ਚ ਸਪਸ਼ਟ ਕਰਾਂਗੇ ਕਿ ਕਿਵੇਂ ਜ਼ਿਲ੍ਹਾ ਬਣਿਆ ਸ਼ਹੀਦ ਊਧਮ ਸਿੰਘ ਦੇ ਨਾਂ ਦੇ ਉੱਤੇ, ਉਹ ਬਾਅਦ 'ਚ ਕਦੇ ਗੱਲ ਕਰਾਂਗੇ। ਸੋ ਇਹ ਤਿੰਨੇ ਜਿਹੜਾ ਭਾਈਚਾਰੇ ਰਹਿ ਗਏ ਸਿੱਖ ਪੰਥ ਦਾ ਜੋ ਹਿੱਸਾ ਨੇ, ਇਹਨਾਂ ਨੇ ਆਪਣੀ ਖੂਨ ਪਸੀਨੇ ਲਾ ਕੇ, ਭਾਵ ਕਿ ਸ਼ੇਰਾਂ ਨੂੰ ਮਾਰ ਕੇ, ਚੀਤਿਆਂ ਨੂੰ ਮਾਰ ਕੇ, ਚੀਤਿਆਂ ਨੂੰ ਲੜ ਕੇ, ਸੱਚੀ ਮੁੱਚੀ ਅਸਲ ਦੇ ਵਿੱਚ ਮੈਂ ਤੁਹਾਨੂੰ ਗੁਰਪ੍ਰੀਤ ਸਿੰਘ ਮੰਡਿਆਣੀ ਹੋਰਾਂ ਦੀ ਖਬਰ ਦਿਖਾਉਣਾ ਕਿ ਜਿੱਥੇ ਉਹਨਾਂ ਦੇ ਨਾਨਾ ਜੀ ਸਰਦਾਰ ਜਗੀਰ ਸਿੰਘ ਇੱਕ ਸ਼ੇਰ ਨੂੰ ਮਾਰ ਕੇ ਉੱਥੇ ਬੈਠੇ ਹੋਏ ਨੇ। ਮੈਂ ਕੋਸ਼ਿਸ਼ ਕਰਦਾ ਕਿ ਜੇਕਰ ਇਹ ਖਬਰ ਸਕਰੀਨ ਦੇ ਉੱਤੇ, ਹਾਂਜੀ, ਉਹਨਾਂ ਨੇ ਇੱਕ ਆਰਟੀਕਲ ਵੀ ਲਿਖਿਆ ਕਿ ਸ਼ੇਰਾਂ ਨਾਲ ਸੱਚੀ ਮੁੱਚੀ ਭਿੜਨਾ ਪਿਆ ਸਿੱਖ ਕਿਸਾਨਾਂ ਨੂੰ ਯੂਪੀ ਦੀ ਤਰਾਈ ਆਬਾਦ ਕਰਨ ਵੇਲੇ। ਤੁਸੀਂ ਸ਼ੇਰ ਦੇ ਕੋਲ ਬੈਠੇ ਦੇਖ ਸਕਦੇ ਹੋ, ਉਹ ਸ਼ੇਰ ਮਾਰੀ ਬੈਠੇ ਨੇ। ਸੋ ਐਸੇ ਅਨੇਕਾਂ ਹੀ ਸ਼ੇਰ ਚੀਤੇ ਮਾਰ ਕੇ ਉਹਨਾਂ ਨੇ ਇਹ ਜ਼ਮੀਨਾਂ ਆਬਾਦ ਕਰੀਆਂ। ਕੋਈ ਉਹਨਾਂ ਕੋਲ ਮਾਡਰਨ ਸੰਦ ਨਹੀਂ ਸੀ। ਹੌਲੀ ਹੌਲੀ ਉਹਨਾਂ ਨੇ ਆਪਣੇ ਗਹਿਣਾ ਗੱਟਾ ਵੇਚ ਕੇ, ਜਿਹੜੇ ਬਹੁਤੇ ਇਹਨਾਂ ਦੇ ਵਿੱਚੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ, ਜੋ ਉਹਨਾਂ ਕੋਲ ਸੀ ਉਹਨਾਂ ਨੇ ਆ ਕੇ ਖੇਤੀ ਆਬਾਦ ਕਰੀ। ਜਦੋਂ ਖੇਤੀ ਆਬਾਦ ਹੋ ਗਈ, ਫਿਰ ਜਿਹੜੇ ਉੱਥੇ ਪਹਾੜੀਏ ਬੈਠੇ ਸੀ ਉਹਨਾਂ ਦੀਆਂ ਵੀ ਅੱਖਾਂ ਲਲਚਾਈਆਂ ਕਿ ਹੁਣ ਅਸੀਂ ਦੱਬ ਲਈਏ ਇਹਨਾਂ ਨੂੰ। ਇਹ 1955 ਤੋਂ ਕੰਮ ਸ਼ੁਰੂ ਹੋਇਆ। 60ਵੇਂ ਦੇ ਵਿੱਚ ਜਾ ਕੇ ਕਾਫੀ ਤੇਜ਼ੀ ਨਾਲ ਸ਼ੁਰੂ ਹੋ ਗਿਆ, ਜਦੋਂ ਇੱਕ ਮਹਿਕਮਾ ਸੀ ਉੱਥੋਂ ਦਾ ਯੂਪੀ ਦਾ, ਉਹਨੇ ਇਹ ਐਲਾਨਤਾ ਜੀ ਇਹ ਤਾਂ ਜ਼ਮੀਨ ਬੰਜਰ ਆ, ਵਾਹੀਯੋਗ ਨਹੀਂ, ਫਸਲਾਂ ਖੜੀਆਂ ਜ਼ਮੀਨਾਂ ਨੂੰ ਉਹਨਾਂ ਨੇ ਬੰਜਰ ਕਹਿਤੀ। ਤੇ ਉਹ ਪੰਜਾਬ ਦੇ ਇੱਕ ਕਾਫੀ ਨਾਮੀ ਸਰਦਾਰ ਦੀ ਉਹ ਜ਼ਮੀਨ ਸੀ। ਉਸ ਨੂੰ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਲੜ ਕੇ, ਕੇਸ ਕੁਛ ਲੜ ਕੇ ਉਹਨਾਂ ਨੂੰ ਆਬਾਦ ਕਰਾ ਲਿਆ, ਭਾਵ ਕਿ ਉਹਨਾਂ ਨੂੰ ਬਹਾਲ ਕਰਾ ਲਿਆ। ਅਦਾਲਤਾਂ ਦੇ ਵਿੱਚ ਕੇਸ ਜਿੱਤ ਗਏ। ਤੇ ਜਿੰਨੇ ਇੱਥੇ ਤਰਾਈ ਦੇ ਇਲਾਕੇ ਦੇ ਵਿੱਚ ਸਿੱਖ ਰਹਿੰਦੇ ਨੇ, ਉਹਨਾਂ ਦੇ ਦੱਸਣ ਦੇ ਅਨੁਸਾਰ ਜਿੰਨੇ ਉਹਨਾਂ ਦੇ ਜ਼ਮੀਨਾਂ ਦੇ ਭਾਅ ਨੇ, ਜਿੰਨਾ ਉਹਨਾਂ ਨੂੰ ਵਾਹੀਯੋਗ ਬਣਾਉਣ ਦੇ ਉੱਤੇ ਪੈਸਾ ਲੱਗਿਆ, ਉਨਾ ਹੀ ਪੈਸਾ ਉਹਨਾਂ ਦਾ ਵੱਡੀਆਂ ਅਦਾਲਤਾਂ ਦੇ ਵਿੱਚ, ਹਾਈ ਕੋਰਟਸ ਦੇ ਵਿੱਚ ਜ਼ਮੀਨਾਂ ਨੂੰ, ਆਪਣੀਆਂ ਜ਼ਮੀਨਾਂ ਨੂੰ ਜਿਹੜੀਆਂ ਉਹਨਾਂ ਨੇ ਉੱਤੇ 100 ਸਾਲ ਦੇ ਪੱਟੇ ਦੇ ਉੱਤੇ ਲਈਆਂ ਸੀ, ਆਪਣੀਆਂ ਜ਼ਮੀਨਾਂ ਨੂੰ ਆਪਣੇ ਹੱਕ ਦੇ ਕਰਨ ਦੇ ਵਿੱਚ ਲੱਗਿਆ। ਸੋ ਇਹ ਤਾਂ ਬੇਸਿਕ ਜੀ ਜਿਹੜੀ ਇਹਦੇ ਵਿੱਚ ਜਾਣਕਾਰੀ ਆ। ਤੇ ਅੱਗੇ ਜੇਕਰ ਆਪਾਂ ਚੱਲੀਏ ਕਿ ਹੁਣ ਉਹ ਜ਼ਮੀਨਾਂ ਨੂੰ ਦੱਬਣ ਦਾ ਕੰਮ ਰੁਕਿਆ ਨਹੀਂ ਸੀ। ਉਹ ਚੰਗਿਆੜੀ ਕਦੇ-ਕਦੇ ਉੱਡਦੀ ਰਹਿੰਦੀ ਸੀ। ਜਦੋਂ ਸ਼ਹੀਦ ਊਧਮ ਸਿੰਘ ਜ਼ਿਲ੍ਹਾ ਬਣਿਆਗਾ, ਸ਼ਹੀਦ ਊਧਮ ਸਿੰਘ ਜ਼ਿਲ੍ਹਾ ਬਣਨ ਦੇ ਵੇਲੇ ਉਹਨੂੰ ਉੱਤਰਾਖੰਡ ਦੇ ਵਿੱਚ ਰੱਖਣ ਦੀ ਸਲਾਹ ਚੱਲ ਪਈ। ਉਦੋਂ ਸਿੱਖਾਂ ਨੇ ਬੜਾ ਜ਼ੋਰ ਲਾਇਆ ਕਿ ਉੱਤਰਾਖੰਡ ਦੇ ਵਿੱਚ ਪਹਾੜੀਆਂ ਦੀ ਜ਼ਿਆਦਾ ਚੱਲੂਗੀ, ਇੱਧਰ ਯੂਪੀ ਦੇ ਵਿੱਚ ਫਿਰ ਵੀ ਜਿਹੜੇ ਇੱਥੇ ਸਿੱਖਾਂ ਦੀ ਵੋਟ ਹੋਣ ਕਰਕੇ ਹੋਰ ਜਿਹੜੇ ਜ਼ਿਲ੍ਹੇ ਸੀ ਕਿ ਉਹਨਾਂ ਦੇ ਨਾਲ ਸਰਕਾਰ ਪ੍ਰਭਾਵ ਦੇ ਹੇਠ ਰਹੂਗੀ, ਉਹਨਾਂ ਦੀਆਂ ਜ਼ਮੀਨਾਂ ਨਹੀਂ ਦੱਬੀਆਂ ਜਾਣਗੀਆਂ। ਉਸ ਵਕਤ ਉਹ ਜਿਹੜਾ ਜ਼ਿਲ੍ਹਾ ਗਾ ਉਹ ਉੱਤਰਾਖੰਡ ਦੇ ਵਿੱਚ ਚਲਿਆ ਗਿਆ। ਪਰ ਇਹ ਜਿਹੜੀ ਗੱਲ ਆ ਇਹ ਨਹੀਂ ਸੀ ਖਤਮ ਹੋਈ ਕਿ ਸਿੱਖਾਂ ਦੀਆਂ ਜ਼ਮੀਨਾਂ ਦੇ ਉੱਤੇ ਅੱਖਾਂ ਲਲਚਾਉਣ ਦੀ, ਇਹ ਗੱਲ ਨਹੀਂ ਸੀ ਖਤਮ ਹੋਈ। ਉਸੇ ਗੱਲ ਦੇ ਵਿੱਚੋਂ ਨਿਕਲਦੀ ਆ ਇਸ ਭਾਜਪਾ ਵਾਲੇ ਲੀਡਰ ਦੀ ਬਿਆਨਬਾਜ਼ੀ। ਇਹ ਕੀ ਬਿਆਨਬਾਜ਼ੀ ਆ, ਇਹ ਆਪਾਂ ਤੁਹਾਨੂੰ ਸੁਣਾਉਣੇ ਆ। ਉਹ ਜਿਹੜੀ ਗੱਲ ਕਹਿ ਰਿਹਾ ਨਾ, ਇਹਦਾ ਪਿਛੋਕੜ ਕਿਤੇ ਹੋਰ ਪਿਆ ਹੋਇਆਗਾ। ਸੋ ਇਹ ਤੁਸੀਂ ਸੁਣੋ, ਇਹ ਤੋਂ ਤੁਹਾਨੂੰ ਅੰਦਾਜ਼ਾ ਲੱਗੂਗਾ। चाहता हूं कि सुधर जाओ, नहीं तो सामना करो आके, हम आपको सुधार देंगे। 2 मिनट लगेगा केवल। लखीमपुर के किसान पिछले 10 महीने से लगातार जो आंदोलन कर रहे हैं, जो गाजीपुर मोर्चे पर बैठे हैं, किसान विरोधी कानूनों के खिलाफ लगातार प्रोटेस्ट कर रहे हैं, वो माफी चाह रहा हूं जी मैं। काले अपना प्रतीकात्मक विरोध कर रहे थे। उसी के विरोध में एक सभा के अंदर मंत्री जी का यह बयान आना एक जो है शर्मनाक करने वाला है। फैल गया, क्यों ही वो 10-15 आदमी, अगर हम उतर भी जाते तो भागते हुए रास्ता नहीं मिलता। अगर मैं वहां उतर जाता तो उनको भागने का रास्ता नहीं मिलता। किसान संयुक्त मोर्चा आपको चुनौती देता है कि जिस दिन, जिस तारीख, जिस समय पे आप कहोगे, उस दिन आपके घर पर आने को किसान तैयार है और आपको पूछेगा कि किसान कानून किसान के हित के हैं और किन लोगों ने अवैध कब्जे कर रखे हैं। ਸੋ ਇਸ ਦੇ ਵਿੱਚੋਂ ਦਰਸ਼ਕੋ ਤੁਹਾਨੂੰ ਮੋਟੀ ਸਮਝ ਲੱਗੀ ਹੋ ਕਿ ਇੱਕ ਪਾਸੇ ਤਜਿੰਦਰ ਸਿੰਘ ਵਿਰਕ ਨੇ, ਦੂਸਰੇ ਪਾਸੇ ਉਹ ਬੀਜੇਪੀ ਦੇ ਲੀਡਰ ਨੇ ਮਿਸ਼ਰੇ ਹੋਣੀ। ਉਹ ਮਿਸ਼ਰਾ ਕਹਿ ਰਿਹਾ ਕਿ ਮੈਂ ਤੁਹਾਨੂੰ 15 ਦਿਨਾਂ ਦੇ ਵਿੱਚ ਇੱਥੋਂ ਕੱਢ ਦੂੰ।
ਤੁਸੀਂ ਜਿਹੜੇ 15-20 ਜਾਣੇ ਹੋ ਨਾ, ਸੋ ਤੁਹਾਨੂੰ ਮੈਂ 2 ਮਿੰਟਾਂ ਦੇ ਵਿੱਚ ਭਜਾ ਦੂੰਗਾ ਇੱਥੋਂ ਲਖਮੀਪੁਰ ਦੇ ਵਿੱਚੋਂ। ਉਹਦਾ ਭਜਾਉਣ ਦਾ ਮਤਲਬ ਇਹ ਨਹੀਂ ਕਿ ਇੱਕ ਪਾਰਟੀਕੂਲਰ ਇਸ ਗਰੁੱਪ ਨੂੰ ਭਜਾ ਦੂਗਾ, ਉਸ ਦਾ ਇਸ਼ਾਰਾ ਇਹ ਹੈ ਕਿ ਤੁਹਾਡੀਆਂ ਜ਼ਮੀਨਾਂ ਅਸੀਂ ਦੱਬਾਂਗੇ ਅਤੇ ਤੁਹਾਨੂੰ ਜਿਹੜੇ ਸਾਰੇ ਸਿੱਖਾਂ ਨੂੰ ਇੱਥੋਂ ਭਜਾ ਦਾਂਗੇ। ਸੋ ਇੱਥੋਂ ਗੱਲ ਸ਼ੁਰੂਆਤ ਹੁੰਦੀ ਆ। ਉਸ ਦੇ ਵਿੱਚ ਬਲਦੀ ਦੇ ਉੱਤੇ ਤੇਲ ਪਾਉਣ ਦੇ ਲਈ ਹਰਿਆਣੇ ਦਾ ਮੁੱਖ ਮੰਤਰੀ ਖੱਟੜ ਆ ਜਿਹੜਾ, ਉਹ ਪਾਉਂਦਾ ਗਾ। ਉਹ ਕੀ ਕਹਿੰਦਾ ਉਹ ਆਪਾਂ ਸੁਣਾਉਣੇ ਆ ਅਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਆਪਾਂ ਹਰਵਿੰਦਰ ਸਿੰਘ ਹੋਰਾਂ ਤੋਂ। और उभर रहे हैं उनको भी प्रोत्साहन देना पड़ेगा, उनको आगे चलाना पड़ेगा। और अगर हर जिले में, खास करके ये उत्तर और पश्चिम हरियाणा के, दक्षिण हरियाणा में समस्या ज्यादा नहीं है, लेकिन उत्तर पश्चिम हरियाणा के हर जिले में अपने किसानों के 500, 700, 1000 लोग आप लोग अपने खड़े करो, उनको वॉलंटियर बनाओ और फिर जगह जगह 60 60 समाज चले। क्या अर्थ होता है इसका? 60 60 समाज चले, क्या अर्थ होता है? कौन बताएगा? अंग्रेजी में बता दिया ना, हिंदी में बता। जैसे को तैसा, जैसे को तैसा। ठालो ठंडे हैं, ठीक है, नहीं वो भी देख लेंगे। और दूसरी बात यह है, जब ठावेंगे डंडे तो जमानत की परवाह मत करो। महीना 6 महीने 2 महीने रहे होगे ना, तो इतनी पढ़ाई इस मीटिंगों में नहीं होगी। अगर 2-4 महीने वहां रहे होगे तो बड़े लीडर अपने आप बन जाओगे। नहीं 2-4 महीने में अपने आप बड़े नेता बन जाओगे, चिंता मत करो, ये इतिहास में नाम लिखा जाता है। ਸੋ ਇਹ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਇਹ ਰਵਾਇਤ ਆ ਕਿ ਉਹ ਗੁੰਡਿਆਂ ਨੂੰ ਹੀ ਭਰਤੀ ਕਰਦੇ ਆ। ਜਿਸ ਤਰ੍ਹਾਂ ਉਹ ਮਿਸ਼ਰਾ ਕਹਿ ਰਿਹਾ ਗਾ ਆਪਣੀ ਵੀਡੀਓ ਦੇ ਵਿੱਚ ਕਿ ਤੁਸੀਂ ਮੈਨੂੰ ਜਾਣਦੇ ਨਹੀਂ, ਮੈਂ ਕੌਣ ਆ। ਉਹਦਾ ਕਹਿਣ ਦਾ ਮਤਲਬ ਇਹੀ ਆ ਕਿ ਮੈਂ ਪਹਿਲਾਂ ਗੁੰਡਾ ਸੀ। ਉਹ ਹੈ ਵੀ ਗੁੰਡਾ ਹੀ ਸੀ ਪਹਿਲਾਂ। ਇੱਥੇ ਨਵੀਂ ਭਰਤੀ ਵੀ ਖੋਲ ਰਿਹਾ ਗਾ ਹਰਿਆਣੇ ਦਾ ਮੁੱਖ ਮੰਤਰੀ ਖੱਟੜ, ਜਿਹੜਾ ਕਿ ਕਹਿ ਰਿਹਾ ਤੁਸੀਂ ਕੋਈ ਚੱਕਰ ਨਹੀਂ, 2 ਮਹੀਨੇ ਰਹਿ ਲਓ ਜੇਲ੍ਹ ਦੇ ਵਿੱਚ। ਭਾਵ ਕਿ ਇੱਕ ਇਲੈਕਟਡ ਆਫੀਸ਼ਲ, ਇੱਕ ਚੀਫ ਕਿਸੇ ਸਟੇਟ ਦਾ, ਉਹ ਪ੍ਰਵੋਕ ਕਰ ਰਿਹਾ ਗਾ। ਸੰਯੁਕਤ ਮੋਰਚਾ ਦਾ ਕਹਿ ਰਿਹਾ ਵਾਰ-ਵਾਰ ਕਿ ਤੁਸੀਂ ਭਾਈ ਸ਼ਾਂਤੀ ਰੱਖੋ, ਸ਼ਾਂਤੀ ਰੱਖੋ, ਜਦ ਕਿ ਜਿਹੜੇ ਸੰਯੁਕਤ ਮੋਰਚੇ ਦੇ ਵਲੰਟੀਅਰ ਨੇ ਉਹ ਕੋਈ ਕਾਨੂੰਨੀ ਅਹੁਦੇ ਤੇ ਨਹੀਂ, ਉਹ ਇੱਕ ਪ੍ਰੋਟੈਸਟ ਕਰਨ ਗਏ ਨੇ। ਪ੍ਰੋਟੈਸਟ ਵਾਲਿਆਂ ਨੂੰ ਖੁੱਲ੍ਹ ਹੁੰਦੀ ਆ, ਉਹ ਕੁਝ ਵੀ ਕਰ ਸਕਦੇ ਆ, ਪਰ ਫਿਰ ਵੀ ਇੰਨੇ ਜਾਬਤੇ ਦੇ ਵਿੱਚ ਰਹਿ ਕੇ ਉਹ ਸਾਰਾ ਕੁਝ ਕਰ ਰਹੇ ਨੇ ਕਿਉਂਕਿ ਉਹ ਦੋਸ਼ੀ ਧਿਰ ਨਹੀਂ ਨੇ। ਪ੍ਰੋਟੈਸਟ ਵਾਲੇ ਉਹ ਪ੍ਰੋਟੈਸਟ ਇਸ ਲਈ ਕਰ ਰਹੇ ਨੇ ਕਿਉਂਕਿ ਸਰਕਾਰ ਉਹਨਾਂ ਦੀ ਜ਼ਮੀਨਾਂ ਖੋਹ ਰਹੀ ਆ। ਉਹਨਾਂ ਦੀ ਜਸਟੀਫਾਈ ਆ ਉਹ ਜਿਹੜੀ ਵੀ ਚੀਜ਼ ਕਰਨਗੇ। ਹਾਂ, ਨੈਤਿਕਤਾ ਤਾਂ ਕੋਈ ਗਿਰੀ ਨਾ ਹੋਵੇ, ਪਰ ਜਿਹੜੀ ਵੀ ਉਹ ਚੀਜ਼ ਕਰਨਗੇ ਉਹ ਜਸਟੀਫਾਈ ਆ। ਪਰ ਇੱਕ ਜਿਹੜਾ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਬੈਠਾ ਹੋਇਆ ਬੰਦਾ ਕਹਿ ਰਿਹਾ ਕਿ ਤੁਸੀਂ ਡੰਡੇ ਚੱਕੋ ਤੇ ਭਰਾਓ, ਉਹਨੂੰ ਕਿਵੇਂ ਜਸਟੀਫਾਈ ਕਰਨਗੇ? ਇਹ ਸਿੱਧਾ ਸਿੱਧਾ ਉਂਝ ਸੈਡੀਸ਼ਨ ਦਾ ਕੇਸ ਬਣਦਾ ਗਾ। ਪਰ ਰਾਜ ਹਿੰਦੂ ਕਾ ਸੋ ਦੇਸ਼ ਤਿੱਕੜੇ ਕਾ, ਗੁਰੂ ਰਾਖਾ ਭਾਈ ਗਰੀਬ ਸਿੱਖੜੇ ਕਾ। ਹਰਵਿੰਦਰ ਸਿੰਘ, ਕਿਵੇਂ ਤੁਸੀਂ ਦੇਖਦੇ ਹੋ? ਤੁਸੀਂ ਕਿਉਂਕਿ ਹਰਿਆਣੇ ਤੋਂ ਤੁਹਾਡਾ ਪਿਛੋਕੜ ਆ, ਤੁਸੀਂ ਇਹਨੂੰ ਜ਼ਿਆਦਾ ਵਧੀਆ ਐਕਸਪਲੇਨ ਕਰ ਸਕਦੇ ਹੋ। ਹਾਂਜੀ, ਇਹ ਗੁਰਤੇਜ ਸਿੰਘ ਦੇਖਣ ਦੀ ਲੋੜ ਹੈ, ਇਹ ਕੜੀਆਂ ਜੋੜਨ ਦੀ ਲੋੜ ਹੈ, ਕਿਉਂਕਿ ਪਿਛਲੇ ਜਿਉਂ ਤੋਂ ਸਾਡੇ ਜਿਹੜੇ ਬਜ਼ੁਰਗ ਨੇ ਉਹ ਉੱਜੜ ਕੇ ਜਿਹੜੇ ਲਹਿੰਦੇ ਪੰਜਾਬ ਤੋਂ ਆਏ ਨੇ, ਤੇ ਇਹ ਸ਼ੁਰੂ ਤੋਂ ਜਦੋਂ ਆਏ ਨੇ ਉਦੋਂ ਵੀ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇੱਥੋਂ ਥੋੜ੍ਹੇ ਚਲੋ ਸੁਭਾਅ ਦੇ ਮਾਰ ਖੁਰੇ ਸਨ। ਇਸ ਕਰਕੇ ਇਹਨਾਂ ਜਿਹੜੇ ਇਲਾਕਿਆਂ ਦੇ ਵਿੱਚ ਉਹਨਾਂ ਨੇ ਆਪਣਾ ਵਜਕਾ ਜਿਹੜਾ ਸੀ ਉੱਥੋਂ ਵਾਲਾ ਉਹ ਬਣਾਈ ਰੱਖਿਆ। ਤੇ ਇੱਥੇ ਸਮੇਂ-ਸਮੇਂ ਤੇ 84 ਹੋਵੇ, ਜਿਹੜੀਆਂ ਦੱਬੀ ਆਵਾਜ਼ ਦੇ ਵਿੱਚ ਲੋਕੀ ਜਿਹੜਾ ਇੱਥੋਂ ਸਾਨੂੰ ਮੁੱਢੋਂ ਪੱਟਣ ਤੇ ਨਾ ਕੋਸ਼ਿਸ਼ਾਂ ਕਰਦੇ ਹੀ ਰਹੇ ਨੇ। ਤੇ ਬਾਕੀ ਇਵੇਂ ਹੀ ਹਰਿਆਣੇ ਦੇ ਵਿੱਚ ਵੀ ਸ਼ੁਰੂਆਤੀ ਤੌਰ ਤੇ ਹੋਇਆ। ਤੇ ਜਦੋਂ ਸਾਡੇ ਤੇ 84 ਦੀ ਨਸਲਕੁਸ਼ੀ ਹੋਈ, ਉਸ ਵੇਲੇ ਵੀ ਸਾਡੇ ਪਿੰਡ ਦੇ ਵਿੱਚੋਂ ਇਹ ਆਵਾਜ਼ਾਂ ਆਈਆਂ ਸਨ ਕਿ ਫਲਾਣੇ ਦੀ ਕੋਠੀ ਦੇ ਉੱਤੇ ਮੈਂ ਕਬਜ਼ਾ ਕਰਾਂਗਾ, ਫਲਾਣੇ ਦੀ ਕੋਠੀ ਤੇ ਮੈਂ ਕਬਜ਼ਾ ਕਰਾਂਗਾ। ਚਲੋ ਉਹ ਤੇ ਜਿਵੇਂ ਦੱਸਿਆ ਵੀ ਬਜ਼ੁਰਗਾਂ ਨੇ ਉਦੋਂ 2-4 ਫੈਰ ਕੀਤੇ ਤੇ ਉਹਨੇ ਹੈ ਨਹੀਂ ਸਨ ਉਹ, ਤੇ ਕਿਉਂਕਿ ਪਿੱਛੋਂ ਪ੍ਰਸ਼ਾਸਨ ਦੀਆਂ ਉਵੇਂ ਇੱਥੇ ਮਜ਼ਬੂਤ ਨਹੀਂ ਹੈ ਜਿਵੇਂ ਜਿਹੜਾ ਦੱਖਣੀ ਹਰਿਆਣੇ ਦਾ ਖੱਟੜ ਜਿਹੜਾ ਉਹ ਗੱਲ ਕਰ ਰਿਹਾ। ਤੇ ਉਹਦੇ ਤੇ ਆਪਾਂ ਦੱਖਣੀ ਹਰਿਆਣੇ ਤੇ ਆਉਂਦੇ ਹਾਂ ਵੀ ਇਹਨੇ ਉੱਤਰੀ ਹਰਿਆਣਾ ਤੇ ਉੱਤਰੀ ਪੱਛਮੀ ਹਰਿਆਣੇ ਦੀ ਗੱਲ ਕਿਉਂ ਕੀਤੀ, ਉਹਦੇ ਤੇ ਆਉਂਦੇ ਹਾਂ। ਕਿਉਂਕਿ ਉਸ ਤਰ੍ਹਾਂ ਦੀ ਜਿਹੜੀ ਲਾਮਬੰਦੀ ਹੈ ਉਹ ਇਹਨਾਂ ਇਲਾਕਿਆਂ ਦੇ ਵਿੱਚ ਨਹੀਂ ਹੋ ਸਕੀ, ਕਿਉਂਕਿ ਇੱਥੇ ਫਿਰ ਵੀ ਜਿਹੜੀ ਸਿੱਖ ਜਿਹੜੀ ਬਹੁਲ ਇਲਾਕਾ ਹੈ, ਇਹਦੇ ਖਾਸ ਕਰਕੇ ਕਰਨਾਲ ਤੋਂ ਲੈ ਕੇ ਅੰਬਾਲੇ ਤੱਕ ਪੰਜਾਬ ਦੇ ਨਾਲ ਲੱਗਦਾ ਜਿਹੜਾ ਸਾਰਾ ਇਲਾਕਾ ਹੈ, ਇਹ ਸਿੱਖਾਂ ਦੀ ਵਸੋਂ ਕਾਫੀ ਹੈ। ਤੇ ਇਸ ਕਰਕੇ ਉਵੇਂ ਉਸ ਤਰ੍ਹਾਂ ਕਾਮਯਾਬ ਨਹੀਂ ਹੋਏ।
ਤੇ ਦੂਜੀ ਗੱਲ ਆਪਾਂ ਜੇ ਕਰੀਏ ਯੂਪੀ ਦੇ ਵਿੱਚ ਵੀ ਦੋ ਭਾਈਚਾਰੇ ਜਿਹੜੇ ਨੇ ਉਹ ਵੱਧ ਗਏ ਆਪਣੇ ਸਿੱਖਾਂ ਦੇ। ਇੱਕ ਜਿਹੜੇ 47 ਵੇਲੇ ਉੱਜੜ ਕੇ ਆਏ ਉਧਰੋਂ ਲੈਂਦੇ ਪੰਜਾਬ ਤੋਂ, ਤੇ ਦੂਜੇ ਅੰਮ੍ਰਿਤਸਰ ਇਲਾਕੇ ਤੋਂ ਜੈਲ ਸਿੰਘ ਜਿਹੜੇ ਨੇ ਸਿੱਖ ਉਹ ਉਧਰ ਗਏ। ਤੇ ਇਹ ਦੋਵੇਂ ਹੀ ਜਿਹੜੇ ਨੇ ਚਲੋ ਇਹ ਆਪਾਂ ਇਹਨਾਂ ਸੁਭਾਅ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਖਾੜਕੂਪਣਾ ਹੈ ਵੀ ਉਸ ਬਗਾਨੇ ਥਾਂ ਤੇ ਜਾ ਕੇ ਬੇਆਬਾਦ ਜਿਹੜੀਆਂ ਜ਼ਮੀਨਾਂ ਜਿਹੜੇ ਜੰਗਲ ਸਨ ਉਹ ਇਹਨਾਂ ਆਬਾਦ ਕੀਤੇ। ਤੇ ਨਾਲ ਦੀ ਨਾਲ ਚਲੋ ਕੋਈ ਵੱਡਾ ਇੱਥੇ ਕਾਰਾ ਤਾਂ ਨਹੀਂ ਹੋਇਆ, ਕੋਈ ਵੱਡੀ ਘਟਨਾਵਾਂ ਇੰਨੀ ਅਨਸੁਖਾਵੀ ਨਹੀਂ ਹੋਈ, ਪਰ ਕਿਉਂਕਿ ਕੁਛ ਘਟਨਾਵਾਂ ਮੈਨੂੰ ਯਾਦ ਨੇ, ਸਾਡੇ ਰਿਸ਼ਤੇਦਾਰਾਂ ਦੇ ਉੱਥੇ ਕਤਲ ਵਗੈਰਾ ਵੀ ਹੋਏ ਤੇ ਉਹ ਬਾਅਦ ਚ ਉੱਥੋਂ ਜ਼ਮੀਨ ਵੇਚ ਕੇ ਇੱਧਰ ਵੀ ਆਏ ਜਿੱਥੇ ਸਿੱਖਾਂ ਦੀ ਜਿਹੜੀ ਵਸੋਂ ਘੱਟ ਸੀ। ਇਹਦੀਆਂ ਛੋਟੀਆਂ ਮੋਟੀਆਂ ਘਟਨਾਵਾਂ ਜਿਹੜੀਆਂ ਨੇ ਉੱਥੇ ਆਮ ਹੁੰਦੀਆਂ ਰਹੀਆਂ, ਪਰ ਫਿਰ ਵੀ ਜਿੱਥੇ ਆਪਣੀ ਸੰਘਣੀ ਵਸੋਂ ਸੀ ਉੱਥੇ ਜਿਹੜਾ ਆਪਣੇ ਬੰਦਿਆਂ ਦਾ ਵਿਚਕਾ ਜਿਹੜਾ ਉਹ ਕਾਇਮ ਰਿਹਾ। ਤੇ ਹੁਣ ਆਪਾਂ ਇਹਨਾਂ ਗੱਲਾਂ ਨੂੰ ਡੀਕੋਡ ਕਰਨੇ ਆ ਜਿਹੜੀਆਂ ਉਹਨੇ ਤੇ ਅਜੇ ਮਿਸ਼ਰਾ ਜਿਹੜਾ ਉਹਨੇ ਕੀ ਉਹਨੇ ਗੱਲ ਕਹੀ ਹੈ ਪਲੀਆ ਤੋਂ ਲੈ ਕੇ ਜਿਹੜਾ ਲਖੀਮਪੁਰ ਖੀਰੀ ਦਾ ਜਿਹੜਾ ਇਲਾਕਾ ਹੈ ਇਹਦੇ ਵਿੱਚ ਇਹਨਾਂ ਨੂੰ ਇੱਥੋਂ ਛੱਡ ਕੇ ਭੱਜਣਾ ਪਏਗਾ। ਅਸਲ ਦੇ ਵਿੱਚ ਇਹ ਭੱਜਣਾ ਕਿਉਂ ਪਏਗਾ? ਕਿਉਂਕਿ ਇਸ ਜਿਹੜੀ ਨਾਨਕ ਮੱਤੇ ਵਾਲੀ ਬੈਲਟ 200-250 ਕਿਲੋਮੀਟਰ ਇਹਦੇ ਵਿੱਚ ਸਿੱਖ ਜਿਹੜੇ ਬਾਹੁਲ ਨੇ ਤੇ ਉਹ ਕਾਫੀ ਸਾਧਨ ਸੰਪੰਨ ਵੀ ਨੇ, ਕਿਉਂਕਿ ਉੱਥੇ ਜਦੋਂ ਬੇਆਬਾਦ ਜ਼ਮੀਨਾਂ ਆਬਾਦ ਕੀਤੀਆਂ, ਮਿਹਨਤਾਂ ਬਹੁਤ ਕੀਤੀਆਂ ਤੇ ਜ਼ਮੀਨਾਂ ਵੀ ਜਿਹੜੀਆਂ ਨੇ ਉਹ ਜ਼ਮੀਨ ਭਾਂਡੇ ਵੱਲੋਂ ਵੀ ਜਿਹੜੇ ਉਹ ਸੌਖੇ ਨੇ ਉੱਧਰ। ਹਾਂਜੀ। ਤੇ ਇਸ ਕਰਕੇ ਜਦੋਂ ਤੁਸੀਂ ਸਾਧਨ ਸੰਪੰਨ ਹੋਵੋ ਤੇ ਜਿਹੜਾ ਤੇ ਬਾਹਰੋਂ ਆ ਕੇ ਹੋਵੋ ਤੇ ਜਿਹੜਾ ਉੱਥੋਂ ਦਾ ਸਮਾਜ ਹੁੰਦਾ ਹੈ ਉਹ ਤੁਹਾਨੂੰ ਇੱਕ ਜਿਹੜੀ ਹੈ ਉਹ ਮਾੜੀ ਨਿਗਾਹ ਦੇ ਨਾਲ ਵੇਂਦਾ ਹੀ ਵੇਂਦਾ ਹੈ, ਕਿਉਂਕਿ ਉਹ ਸਮਾਜ ਉਸ ਰਫਤਾਰ ਦੇ ਨਾਲ ਉਹਨੇ ਤਰੱਕੀ ਨਹੀਂ ਕੀਤੀ ਜਿਹੜਾ ਉੱਥੇ ਸਦੀਆਂ ਦੇ ਉੱਤੇ ਬੈਠਾ ਹੋਇਆ ਸੀ। ਤੇ ਬਾਹਰੋਂ ਆ ਕੇ ਜਿਹੜੇ ਬੰਦੇ ਉਹ 70 ਸਾਲਾਂ ਦੇ ਵਿੱਚ ਉੱਥੇ ਦੇ ਬਾਦਸ਼ਾਹ ਬਣ ਗਏ। ਤੇ ਇਹ ਪਲੀਆ ਇਹ ਸਿੱਧੀ ਗੁਰਤੇਜ ਸਿੰਘ ਦੀ ਇੱਕ ਇਹ ਨਹੀਂਗਾ ਵੀ ਉੱਥੋਂ ਉਹਨਾਂ ਨੂੰ ਮਾਰ ਕੇ ਉੱਥੋਂ ਕੱਲਣ ਦੀ ਜਿਹੜੀ ਹੈ ਉਹ ਕਵਾਇਦ ਨਹੀਂ, ਅਸਲ ਦੇ ਵਿੱਚ ਇਹ ਜੈਨੋਸਾਈਡ ਦੀ ਕਾਲ ਹੈ। ਤੁਸੀਂ ਹੋਰ ਐਲੈਬੋਰੇਟ ਕਰੋਗੇ ਜੈਨੋਸਾਈਡ ਦੀ ਕਾਲ ਕਿਸ ਤਰ੍ਹਾਂ? ਕਿਉਂਕਿ ਵੇਖੋ ਆਮ ਹਾਲਾਤ ਦੇ ਵਿੱਚ ਆਪਾਂ ਗੱਲ ਕਰੀਏ, ਕਿਉਂਕਿ ਜੇ ਕਿਉਂਕਿ ਮਾਰ ਖਾ ਕੇ ਤੇ ਉੱਥੋਂ ਜਿਹੜੇ ਪਿਛਲੇ 70 ਸਾਲ ਤੋਂ ਉੱਥੇ ਬੈਠੇ ਨੇ ਉਹ ਮਾਰ ਖਾ ਕੇ ਤੇ ਆਉਣਗੇ ਨਹੀਂ ਜੀ। ਤੇ ਮਾਰ ਖਾ ਜਦੋਂ ਆਪ ਉੱਥੋਂ ਟਾਕਰਾ ਹੋਏਗਾ ਤੇ ਦੋਵਾਂ ਧਿਰਾਂ ਦੇ ਵਿੱਚੋਂ ਹੋਏਗਾ ਹੀ, ਕਿਉਂਕਿ ਇਹ ਤਾਂ ਨਹੀਂਗਾ ਮੰਨ ਲਓ ਵੀ ਜਿਵੇਂ ਕਿ ਤੁਸੀਂ ਚਲੋ ਆਪਣਾ ਸਾਜੋ ਸਮਾਨ ਜੋ ਜੁੱਲੀ ਬਿਸਤਰਾ ਚੁੱਕਿਆ ਤੇ ਚਲੋ ਤੁਸੀਂ ਪੰਜਾਬ ਆ ਜਾਓਗੇ, ਅੱਗੋਂ ਟਾਕਰੇ ਤੇ ਹੋਣਗੇ। ਤੇ ਟਾਕਰੇ ਜਦੋਂ ਹੋਣਗੇ ਉਸ ਵੇਲੇ ਜਿਹੜਾ ਹੈ ਉਹ ਸਟੇਟ ਦੀ ਮਸ਼ੀਨਰੀ ਉੱਥੋਂ ਦਾ ਜਿਹੜਾ ਆਲੇ ਦੁਆਲੇ ਦਾ ਇਲਾਕਾ ਹੈ ਉਹ ਭੀੜਾਂ ਜਿਹੜੀਆਂ ਨੇ ਉਹ ਜਿਵੇਂ ਦਿੱਲੀ ਦੇ ਵਿੱਚ ਹੋਇਆ, ਦਿੱਲੀ ਦੇ ਵਿੱਚ ਵੀ ਭੀੜਾਂ ਜਿਹੜੀਆਂ ਚੜ੍ਹ ਕੇ ਉਹ ਦਿੱਲੀ ਦੇ ਵਿੱਚੋਂ ਵੀ ਤੇ ਹਰਿਆਣੇ ਦਾ ਜਿਹੜਾ ਦੱਖਣੀ ਮੈਂ ਕਿਹਾ ਸੀ ਵੀ ਆਪਾਂ ਦੱਖਣੀ ਤੇ ਇਲਾਕੇ ਤੇ ਆਉਂਦੇ ਹਾਂ, ਦੱਖਣੀ ਇਲਾਕਾ ਜਿਹੜਾ ਫਰੀਦਾਬਾਦ ਤੇ ਦਿੱਲੀ ਦੇ ਆਲੇ ਦੁਆਲੇ ਦਾ ਇਲਾਕਾ ਹੈ ਉਸਨੇ ਹੀ ਜਾਰੀ ਜਿਹੜੀ ਸੀ ਉਦੋਂ ਇੱਥੇ ਜਿਹੜੀ ਕਤਲੇਆਮ ਜਿਹੜਾ ਦਿੱਲੀ ਦੇ ਵਿੱਚ ਕੀਤਾ ਸੀ। ਉਵੇਂ ਹੀ ਇੱਥੇ ਜਿਹੜੀ ਇਹ ਹੁਣ ਗੱਲ ਇੱਥੇ ਪਲੀਆ ਜਾਂ ਜਿਹੜੀ ਲਖੀਮਪੁਰ ਖੀਰੀ ਦੀ ਵੀ ਕੀਤੀ ਜਾ ਰਹੀ ਹੈ, ਉਹ ਕੱਢਣ ਦੀ ਗੱਲ ਇਹ ਹੈ ਕਿ ਉੱਥੋਂ ਇਹਨਾਂ ਦਾ ਸਫਾਇਆ ਕੀਤਾ ਜਾਏਗਾ। ਤੇ ਕਿਉਂਕਿ ਇਹ ਬਿਲਕੁਲ ਉਹੀ ਪੈਟਰਨ ਇਹ 84 ਵਾਲਾ ਚੱਲ ਰਿਹਾ, ਪਰ 84 ਦੇ ਵਿੱਚ ਇਹ ਸੀਗਾ ਕਿ ਕਾਂਗਰਸ ਦੀ ਜਿਹੜੀ ਖੇਡ, ਕਾਂਗਰਸ ਅੱਜ ਸਿੱਖਾਂ ਦੀਆਂ ਲਾਸ਼ਾਂ ਦੇ ਉੱਤੇ ਸਿਆਸਤ ਕਰ ਰਹੀ ਹੈ, ਪਰ ਕਾਂਗਰਸ ਨੇ ਵੀ ਉਦੋਂ ਇਹੀ ਕੀਤਾ ਸੀ। ਬੀਜੇਪੀ ਦਾ ਇਹ ਹੈ ਕਿ ਬੀਜੇਪੀ ਇਸ ਸਮੇਂ ਸਿੱਖਾਂ ਨੂੰ ਆਈਸੋਲੇਟ ਨਹੀਂ ਕਰ ਪਾ ਰਹੀ। ਇਸ ਕਿਸਾਨੀ ਸੰਘਰਸ਼ ਕਰਕੇ ਇੱਕ ਗੱਲ ਜਿਹੜੀ ਉਹ ਵਧੀਆ ਹੋਈ ਹੈ ਕਿ ਜਿਹੜਾ ਪੱਛਮੀ ਯੂਪੀ ਦਾ ਜਾਟ ਭਾਈਚਾਰਾ ਤੇ ਹਰਿਆਣੇ ਦਾ ਜਾਟ ਭਾਈਚਾਰਾ ਜਿਹੜਾ ਉਹ ਵੱਡੀ ਤਾਦਾਦ ਦੇ ਵਿੱਚ ਸਿੱਖਾਂ ਦੇ ਨਾਲ ਜੁੜਿਆ। ਜੇ ਆਪਾਂ 26 ਦੀ ਘਟਨਾ ਤੋਂ ਬਾਅਦ ਦੀ ਗੱਲ ਕਰੀਏ, ਜਸਵੀਰ ਭਾਜੀ ਆਪਣੇ ਨਾਲ ਨੇ, ਇਹ ਬਿਹਤਰ ਉਸ ਬਾਰੇ ਚਾਨਣਾ ਪਾਉਣਗੇ। ਉਦੋਂ ਵੀ ਇੱਕ ਜੈਨੋਸਾਈਡ ਪਲਾਨ ਹੋਇਆ ਸੀ, ਉਦੋਂ ਵੀ ਇੱਕ ਕਤਲੇਆਮ ਦਾ ਇੱਕ ਪਲਾਨ ਹੋਇਆ ਸੀ, ਪਰ ਉੱਥੇ ਜਸਵੀਰ ਭਾਜੀ ਮੇਰੇ ਖਿਆਲ ਨਾਲ ਇਹਦੇ ਬਾਰੇ ਦੱਸਣਗੇ ਕਿ ਕਿਵੇਂ। ਜਸਵੀਰ ਸਿੰਘ ਜੀ, ਤੁਸੀਂ ਇੱਥੇ ਦੱਸੋਗੇ ਕਿ ਉਸ ਨੂੰ ਕਿਵੇਂ ਦੇਖਿਆ ਤੁਸੀਂ, ਉਹਨਾਂ ਦਿਨਾਂ ਦੀਆਂ ਘਟਨਾਵਾਂ ਨੂੰ, ਤੇ ਉਹਨਾਂ ਨੂੰ ਅੱਜ ਵਾਲੀਆਂ ਨਾਲ ਕਿਵੇਂ ਜੋੜ ਕੇ ਦੇਖਦੇ ਹੋ? ਤੁਸੀਂ ਅਨਮਿਊਟ ਕਰ ਲਿਓ, ਤੁਹਾਡਾ ਮਿਊਟ ਹੈ ਜੀ। ਹਾਂਜੀ, ਜਿਸ ਤਰ੍ਹਾਂ ਕਿ ਹੁਣ ਅੱਜ ਵਾਲੇ ਆਪਾਂ ਸ਼ੋਅ ਦੇ ਵਿੱਚ ਤੁਸੀਂ ਸਾਨੂੰ 2 ਕਲਿੱਪ ਵਿਖਾਏ ਆ। ਇੱਕ ਤਾਂ ਉਹ ਆ ਜਿਹਦੇ 'ਚ ਹਰਿਆਣੇ ਦਾ ਚੁਣਿਆ ਹੋਇਆ ਮੁੱਖ ਮੰਤਰੀ ਇੱਕ ਵੱਡਾ ਅਹੁਦਾ ਹੁੰਦਾ, ਹਰਿਆਣੇ ਦੇ ਜਿਹੜਾ ਕਿ ਸਾਰੇ ਲੋਕਾਂ ਦੀ ਅਗਵਾਈ ਕਰਨ ਵਾਲਾ ਕਰੋੜਾਂ ਲੋਕਾਂ ਦਾ ਨੁਮਾਇੰਦਾ,
ਔਰ ਜਿਨ੍ਹਾਂ ਨੇ ਲੋਕਾਂ ਨੂੰ ਦੱਸਣਾ ਹੁੰਦਾ ਵੀ ਅਸੀਂ ਲੋਕਤੰਤਰ 'ਚ ਕਿਵੇਂ ਰਹਿਣਾ, ਕਿਉਂਕਿ ਲੋਕਤੰਤਰੀ ਸਰਕਾਰ ਹੋਣ ਦਾ ਦਾਅਵਾ ਕਰਦਾ ਭਾਰਤੀ ਤੰਤਰ, और वो ये शरेआम लोगों को कह रहा है कि इसका मतलब क्या होता है, जैसे कुछ ऐसा उठा लो लाठी फिर क्या फर्क पड़ता है, मतलब वो लोगों को सीधा कह रहा है भी डांग चुक लो, की फर्क पैंदा 2 महीने अंदर भी ला होता, और जिन्हों कदे भी जस्टिफाई नहीं किया जा सकता। और वो बंदे जिहड़े दूजिਆਂ ਨੂੰ ਕਹਿੰਦੇ, किसानों ਨੂੰ ਕਹਿੰਦੇ भी ये हिंसक है जी, ये अतवादी है जी, ये तालिबानी है जी, और उन्हों का मुख्य मंत्री जिहड़ा हैगा वो इस तरह की स्टेटमेंट दिंदा, और ये स्टेटमेंट दी गई है। और उस तो बाद यूपी ਦੇ ਵਿੱਚ ਅਸੀਂ ਜਿਹੜਾ खूनी कांड देख लिया 26 जनवरी ਨੂੰ ਜਿਹੜਾ ਕਿਸਾਨਾਂ ਦੀ ਟਰੈਕਟਰ ਪਰੇਡ ਸੀਗੀ, ਉਸ ਸਮੇਂ ਜਿਹੜਾ ਕਿ ਦਿੱਲੀ ਪੁਲਿਸ ਦੇ ਨਾਲ ਕਿਸਾਨਾਂ ਦੇ ਟਕਰਾਓ ਹੋਏ, ਇਹਨਾਂ ਨੂੰ ਰੋਕਿਆ ਗਿਆ, ਜੋ ਵੀ ਉਦੋਂ ਸਾਰਾ ਘਟਨਾਕ੍ਰਮ ਹੋਇਆ, ਉਸ ਤੋਂ ਬਾਅਦ ਬੇਸ਼ੱਕ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਤਾਂ ਨਹੀਂ ਸੀ ਸਾਹਮਣੇ ਆਈ, ਪਰ ਅਸਲੀਅਤ ਦੇ ਵਿੱਚ ਉਦੋਂ ਇਹ ਗੱਲਾਂ ਨੂੰ ਜਿਹੜਾ ਅਮਲ ਦੇ ਵਿੱਚ ਲਿਆਂਦਾ ਗਿਆ ਸੀਗਾ, ਜਿਹੜੇ ਇਸ ਮੁੱਖ ਮੰਤਰੀ ਨੂੰ ਫਾਲੋ ਕਰਦੇ ਉਹਨਾਂ ਲੋਕਾਂ ਵੱਲੋਂ। ਪਰ ਬਹੁਤ ਸਾਰੇ ਹਰਿਆਣੇ ਦੇ ਸੂਝਵਾਨ ਜਿਹੜੇ ਸਿਆਣੇ ਲੋਕ, ਖਾਪ ਪੰਚਾਇਤਾਂ ਨੇ ਇਹ ਜਿਹੜੀ ਅੱਗ ਲਾਉਣ ਵਾਲੀ ਬਿਆਨਬਾਜ਼ੀ ਵਰਗੀਆਂ ਜਿਹੜੀਆਂ ਅੰਦਰ ਖਾਤੇ ਪਲੈਨਿੰਗ ਸੀਗੀਆਂ ਉਹਨਾਂ ਨੂੰ ਐਕਸਪੋਜ਼ ਕੀਤਾ। ਸਿੰਘੂ ਕੁੰਡਲੀ ਬਾਰਡਰ ਦੇ ਖਾਸ ਕਰਕੇ ਜਿਹੜੇ ਲਾਗਲੇ ਇਲਾਕੇ ਹੈ, ਜਿਹੜੇ ਉੱਥੇ ਹਰਿਆਣੇ ਦਾ ਗੜ੍ਹ ਹੈ, ਉੱਥੇ ਖਾਪ ਪੰਚਾਇਤਾਂ ਨੇ ਇੱਕ ਸੇਫਟੀ ਵਾਲ ਬਣ ਕੇ ਕੰਮ ਕੀਤਾ ਔਰ ਵਾਰਨਿੰਗ ਦਿੱਤੀ ਵੀ ਜੇ ਤੁਸੀਂ ਕਿਸਾਨਾਂ ਦੇ ਉੱਤੇ ਹਮਲਾ ਕਰੋਗੇ, ਕਿਉਂਕਿ 29 ਤਰੀਕ ਨੂੰ ਹਮਲਾ ਹੋਇਆ ਸਿੰਘੂ ਬਾਰਡਰ ਦੇ ਉੱਤੇ, 29 ਤਰੀਕ ਨੂੰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਸੀ ਉੱਥੇ ਹਮਲਾ ਹੋਇਆ, ਜਦੋਂ ਵੱਡੀ ਸਟੇਜ ਤੋਂ ਉਧਰ ਨਾ ਜਾਣ ਦਾ ਵੀ ਜਿਹੜਾ ਕਿ ਐਲਾਨ ਕੀਤਾ ਸੀ ਵੀ ਅਸੀਂ ਨਹੀਂ ਜਾਣਾ, ਇਹ ਤਾਂ 26 ਜਨਵਰੀ ਨੂੰ ਲਾਲ ਕਿਲੇ ਜਾਣ ਵਾਲੇ ਬੰਦੇ ਆ, ਔਰ ਉਹਨਾਂ ਨੂੰ ਉਸ ਚੀਜ਼ ਦਾ ਨੁਕਸਾਨ ਵੀ ਹੋਇਆ, ਕਿਉਂਕਿ ਜਦੋਂ ਇਹ ਇੱਧਰੋਂ ਸਪੋਰਟ ਨਹੀਂ ਕੀਤੀ ਫਿਰ ਉੱਥੇ ਪੈਟਰੋਲ ਬੰਬ ਸੁੱਟੇ ਗਏ, ਟੈਂਟ ਸਾੜੇ ਗਏ, ਔਰ ਰਣਜੀਤ ਸਿੰਘ ਕਾਜਮਪੁਰ ਜਿਹੜਾ ਸਿੱਖ ਨੌਜਵਾਨ ਆ ਉਹਨੂੰ ਧੂ ਕੇ ਖਿੱਚਿਆ, ਉਹਦੇ ਕੇਸ ਜਿਹੜੇ ਉਹਨਾਂ ਨੇ ਪੁੱਟੇ, ਬਹੁਤ ਤਸ਼ੱਦਦ ਕੀਤਾ। ਉਹ ਵੀ ਚਲੋ ਇੱਕ ਜਦੋਂ ਆਪਣਿਆਂ ਨੇ ਜਿਹੜਾ ਦਗਾ ਦਿੱਤਾ ਉਹ ਇੱਕ ਗੱਲ ਆ। ਤਾਂ ਉਹ ਬੰਦੇ ਹਮਲਾ ਕਰਨ ਵਾਲੇ ਕੌਣ ਸੀ? ਉਹ ਉਹੀ ਲੋਕ ਸੀ ਜਿਨ੍ਹਾਂ ਨੂੰ ਇਸ ਵਕਤ ਜਿਹੜਾ ਕਿ ਸੀਐਮ ਮਨੋਹਰ ਲਾਲ ਖੱਟਰ ਉਕਸਾ ਰਿਹਾ, ਕਹਿ ਰਿਹਾ ਵੀ ਕੋਈ ਚੱਕਰ ਨਹੀਂ, ਕਰ ਦਿਓ ਕੰਮ। ਤਾਂ ਉਦੋਂ ਉਸ ਇਲਾਕੇ ਦੇ ਕੁਝ ਨੌਜਵਾਨ ਹਰਿਆਣੇ ਦੇ ਵਿੱਚ ਸਾਨੂੰ ਜਿਹੜੇ ਮਿਲੇ, ਉਹ ਸੰਯੁਕਤ ਕਿਸਾਨ ਮੋਰਚੇ 'ਚ ਵੀ ਵਿਚਰਦੇ ਆ, ਉਹਨਾਂ ਨੇ ਇਹ ਗੱਲ ਨੂੰ, ਕਿਉਂਕਿ ਹੁਣ ਕਈ ਵਾਰੀ ਹੁਣ ਸਾਨੂੰ ਪੰਜਾਬ ਦੇ ਸੱਭਿਆਚਾਰ ਦਾ, ਪੰਜਾਬ ਦੇ ਮਾਹੌਲ ਦਾ ਪਤਾ ਵੀ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ, ਜਿੱਦਾਂ ਪੰਜਾਬ 'ਚ ਡੇਰਾ ਵਾਲੀ ਘਟਨਾ ਹੋਈ, ਤਾਂ ਸਾਨੂੰ ਲੱਗਦਾ ਵੀ ਇਹ ਡੇਰੇ ਨੇ ਜਿਹੜਾ ਸਿੱਧੇ ਤੌਰ ਤੇ ਬੇਅਦਬੀ ਦੀ ਘਟਨਾ ਕੀਤੀ ਹੈ, ਔਰ ਇਹਨਾਂ ਦੇ ਪਿੱਛੇ ਜਾਂ ਇਸ ਜਿਹੜਾ ਵਿਵਾਦ ਦਾ ਫਾਇਦਾ ਕੋਈ ਹੋਰ ਡੇਰਾ ਜਾਂ ਕੋਈ ਹੋਰ ਜਿਹੜੀ ਪਾਰਟੀ ਆ ਜਾਂ ਕੋਈ ਹੋਰ ਧਿਰ ਆ ਕਿਹੜੀ ਲੈ ਸਕਦੀ ਆ। ਉਸ ਤਰ੍ਹਾਂ ਹਰਿਆਣੇ ਦਾ ਜਿਹੜਾ ਕਿ ਇੱਕ ਅੰਦਰਲਾ ਜਿਹੜਾ ਮਾਹੌਲ ਆ ਉਹ ਕਈ ਵਾਰੀ ਸਾਨੂੰ ਦੂਰ ਰਾਜਾਂ 'ਚ ਬੈਠੇ ਨਹੀਂ ਪਤਾ ਲੱਗਦਾ, ਤਾਂ ਉੱਥੇ ਸੀ ਵੀ ਜਿਹੜੀ ਖਾਪ ਪੰਚਾਇਤਾਂ ਹੈਗੀਆਂ ਨੇ ਇਹਨਾਂ ਤੋਂ ਹੀ ਚੱਲਦੇ ਆ ਲੋਕ ਜਿਹੜੇ ਇਹ ਸੰਘੀ ਸੋਚ ਰੱਖਣ ਵਾਲੇ ਆ, ਤਾਂ ਉਹਨਾਂ ਨੇ ਵਿੱਚ ਖਲੋ ਕੇ ਜਿਹੜਾ ਕਿ ਉਹ ਮਾਹੌਲ ਪੂਰੇ ਦਾ ਪੂਰਾ ਹੋਰ ਖਰਾਬ ਹੋਣ ਤੋਂ ਬਚਾਇਆ। ਔਰ ਸੇਮ ਜਿਹੜੀ ਹੁਣ ਇੱਕ ਚੁਆਤੀ ਲਾਈ ਗਈ ਮਨੋਹਰ ਲਾਲ ਖੱਟਰ ਨੇ, ਉਹਦਾ ਜਿਹੜਾ ਅਸੀਂ ਉਹ ਰਿਜ਼ਲਟ ਵੀ ਦੇਖ ਲਿਆ। ਤਾਂ ਇਹ 'ਤੇ ਹੁਣ ਜਿਹੜੀ ਕਾਨੂੰਨੀ ਕਾਰਵਾਈ ਕਿਸਾਨਾਂ 'ਤੇ ਸਰਕਾਰ ਕਰਦੀ ਆ, ਪੁਲਿਸ ਨੇ ਵੇਖੋ 1000 ਦੇ ਲਗਭਗ ਕਿਸਾਨਾਂ ਨੂੰ ਜਿਹੜਾ ਫੜ ਲਿਆ ਸੀਗਾ 26 ਜਨਵਰੀ ਮੌਕੇ ਵੀ ਇਹ ਜੀ ਮਾਹੌਲ ਖਰਾਬ ਕਰਦੇ ਆ। ਤਾਂ ਮਨੋਹਰ ਲਾਲ ਖੱਟਰ ਨੇ ਜਿਹੜਾ ਆਫੀਸ਼ੀਅਲੀ ਸਟੇਟਮੈਂਟ ਦਿੱਤੀ ਹੈ, ਬਿਲਕੁਲ ਹੈ ਵੀਡੀਓ ਦੇ ਸਾਹਮਣੇ ਬਹਿ ਕੇ ਕਿਹਾ ਵੀ ਚੱਕ ਦਿਓ ਫੱਟੇ, ਕੋਈ ਚੱਕਰ ਨਹੀਂ, ਔਰ ਲੋਕ ਹਾਸਾ ਠੱਠਾ ਕਰਦੇ, ਹਾਂ ਠੀਕ ਹੈ, ਉਹਦਾ ਅਸਰ ਤਾਂ ਹੋਊਗਾ ਹੀ ਕਿਤੇ ਨਾ ਕਿਤੇ, ਉਹਦਾ ਅਸਰ ਅਸੀਂ ਯੂਪੀ ਦੇਖਣ ਨੂੰ ਮਿਲਿਆ। ਹਾਂਜੀ ਗੁਰਤੇਜ ਸਿੰਘ, ਹਾਂਜੀ ਇਹਨੂੰ ਹੁਣ ਨਾ ਜਿਹੜਾ ਖੱਟਰ ਦਾ ਬਿਆਨ ਹੈ ਇਹਨੂੰ ਆਪਾਂ ਡੀਕੋਡ ਕਰਨੇ ਆ। ਹੁਣ ਆਪਾਂ ਉਹ ਦੋ ਜਿਹੜੇ ਸ਼ਬਦ ਉਹਨੇ ਦੋ ਲਾਈਨਾਂ ਦੇ ਵਿੱਚ ਕਹੇ ਆ ਉਹਨੂੰ ਡੀਕੋਡ ਕਰਨੇ ਆ। ਉਹਨੇ ਕਿਹਾ ਹੈ ਇੱਥੇ ਹਰਵਿੰਦਰ ਸਿੰਘ ਜੀ, ਮੈਂ ਇੱਕ ਦੋ ਪਹਿਲਾਂ ਵੀਡੀਓ ਕਲਿੱਪਸ ਦਿਖਾਦਾ, ਮੈਨੂੰ ਫਿਰ ਤੁਹਾਡੀ ਗੱਲ ਜਿਹੜੀ ਹੋਰ ਸਪਸ਼ਟ ਹੋ ਜਾਊਗੀ। ਸੋ ਦਰਸ਼ਕੋ, ਜਦੋਂ ਇਸ ਤਰ੍ਹਾਂ ਗੱਲਾਂ ਹੁੰਦੀਆਂ ਨੇ ਨਾ ਵੀ ਆਪਾਂ ਹੀ ਡਿਸਕਸ ਕਰਦੇ ਹਾਂ, ਭਾਵ ਕਿ ਜਿਹੜੇ ਸਪੋਰਟਰ ਆ ਕਿਸਾਨੀ ਸੰਘਰਸ਼ ਦੇ, ਕਈ ਵਾਰ ਕਈ ਭੈਣ ਵੀਰ ਕਹਿੰਦੇ ਤੁਸੀਂ ਜੀ ਸਿੱਖ ਸ਼ਬਦ ਨਾ ਵਰਤੋ, ਸਿੱਖ ਸ਼ਬਦ ਨਾ ਵਰਤੋ। ਜੇਕਰ ਤੁਸੀਂ ਗੱਲ ਨੂੰ ਸਹੀ ਰੂਪ ਦੇ ਵਿੱਚ ਨਹੀਂ ਪਛਾਣੋਗੇ ਤੇ ਤੁਹਾਨੂੰ ਬਿਮਾਰੀ ਸਮਝ ਨਹੀਂ ਆਉਣੀ। ਜਿਹੜੇ ਸਾਹਮਣੇ ਵਾਲੀ ਹਮਲਾ ਕਰਨ ਵਾਲੀ ਧਿਰ ਆ ਉਹ ਤੁਹਾਨੂੰ ਸਿੱਖ ਕਹਿ ਕੇ ਹਮਲਾ ਕਰ ਰਹੀ ਆ। ਤੁਸੀਂ ਕਹੋਗੇ ਕਿਸਾਨ ਆ, ਇੰਡੀਅਨ ਆ, ਹਮ ਭਾਰਤੀ ਜੇ ਉਹ, ਉਹਨਾਂ ਨੂੰ ਉਹ ਜਿੱਦਾਂ ਕਹਿੰਦੇ ਵੀ ਬਿੱਲੀ ਦੇ ਸਾਹਮਣੇ ਅੱਖਾਂ ਮੀਚਣ ਵਾਲੀ ਗੱਲ ਹੈ। ਜੋ ਤੁਸੀਂ ਹੋ ਉਹ ਆਪਣੇ ਅਸਲ ਨੂੰ ਇੱਥੇ ਪੇਸ਼ ਕਰੋ। ਇੱਥੇ ਦਾਤ ਦੇਣੀ ਬਣਦੀ ਆ ਧਰਮਪਾਲ ਹੋਰਾਂ ਦੀ, ਦਰਸ਼ਨਪਾਲ ਹੋਰਾਂ ਦੀ, ਜਿਨ੍ਹਾਂ ਨੇ NDTV ਦੇ ਉੱਤੇ ਠੀਕ ਸਹੀ ਪਛਾਣ ਕੀਤੀ। ਸੰਯੁਕਤ ਮੋਰਚਾ ਸਮੁੱਚੇ ਰੂਪ 'ਚ ਨਹੀਂ ਇਸ ਤਰ੍ਹਾਂ ਦੀ ਗੱਲ ਕਰਦਾ, ਦਰਸ਼ਨਪਾਲ ਹੋਰਾਂ ਨੇ ਕੀਤੀ ਹੈ। ਉਹ ਕੀ ਆ ਮੈਂ ਤੁਹਾਨੂੰ ਉਹ ਸੁਣਾਉਣਾ, ਅਤੇ ਉਸ ਤੋਂ ਬਾਅਦ ਧਰਨੇ ਦੇ ਉੱਤੇ ਬੈਠੇ ਯੂਪੀ ਦੇ ਵਿੱਚ ਹੀ ਲਖੀਮਪੁਰ 'ਚ ਇੱਕ ਨੌਜਵਾਨ ਦੀ ਮੈਂ ਟਵਿੱਟਰ ਦੇ ਉੱਤੇ ਮੈਨੂੰ ਵੀਡੀਓ ਮਿਲੀ, ਉਹ ਤੁਹਾਨੂੰ ਮੈਂ ਸੁਣਾਉਣਾ। ਇਹਨਾਂ ਦੋਨਾਂ ਤੋਂ ਬਾਅਦ ਫਿਰ ਹਰਵਿੰਦਰ ਸਿੰਘ ਹੋਰਾਂ ਦੀ ਆਪਾਂ ਗੱਲ ਸੁਣਾਂਗੇ। ਇਹ ਤੁਸੀਂ ਸੁਣਿਓ ਕੀ ਕਹਿ ਰਹੇ ਨੇ दर्शनपाल। बात को रिपीट करना चाहता हूं कि मंत्री जी ने जो कहा है केवल किसानों की पिटाई करने वाली बात नहीं कही, उन्होंने अपने भाषण में ही
पंजाब के किसानों के बारे में, पंजाब के किसानों के लीडरों के बारे में, और यूपी और उत्तराखंड में भी उन किसानों को उन्होंने टारगेट किया जो तराई एरिया में माइग्रेंट फार्मर्स हैं, पंजाबी फार्मर्स हैं, और मैं यहाँ तक भी कहूँगा कि सिख फार्मर्स हैं। उन्होंने कहा कि ये आके यूपी के किसानों के जमीनों के ऊपर पटे पे बैठे हैं, कब्जा जमाई बैठे हैं, और हम इनको घर से उखाड़ देंगे, जमीनें इनकी ले लेंगे और इनको यूपी में भी नहीं रहने देंगे। ठीक है, ये 25 सितंबर को मंत्री जी ने स्पीच में अपनी में क्लियर कट बोला है। हाँ, अब तो मेरा ये सवाल अपने आप में केवल वायलेंस की बात नहीं, नहीं, लेकिन एक हेटेड क्रिएट कर, दो कम्युनिटी में एक हेटेड क्रिएट करने वाली बात भी उन्होंने की। ਸੋ ਦਰਸ਼ਕੋ, ਇੱਥੇ ਜਿਹੜੀ ਇਸ ਤੋਂ ਪਹਿਲਾਂ ਤੁਸੀਂ ਗੱਲ ਜਸਵੀਰ ਸਿੰਘ ਅਤੇ ਹਰਵਿੰਦਰ ਸਿੰਘ ਹੋਰਾਂ ਤੋਂ ਸੁਣੀ ਹੈ, ਜਿਹੜੀ ਉਹਨਾਂ ਨੇ ਵਿਸਥਾਰ ਕੀਤੀ ਆ, ਐਲੈਬੋਰੇਟ ਕੀਤੀ ਆ, ਬਿਲਕੁਲ ਦਰਸ਼ਨਪਾਰ ਉਹੀ ਗੱਲ ਕਰ ਰਹੇ ਨੇ ਕਿ ਦੋ ਧਰਮਾਂ ਦੇ ਵਿੱਚ, ਹਿੰਦੂ ਅਤੇ ਸਿੱਖਾਂ ਦੇ ਵਿੱਚ ਇੱਕ ਜਿਹੜਾ ਹੇਟਡ ਕ੍ਰੀਏਟ ਕੀਤਾ, ਉਹ ਇਸ ਬੀਜੇਪੀ ਦੇ ਲੀਡਰ ਨੇ ਕੀਤਾ, ਅਤੇ ਉਹ ਸਪੈਸ਼ਲੀ ਤੌਰ ਦੇ ਉੱਤੇ ਕਹਿ ਰਿਹਾ, ਉਹ ਸਿੱਖ ਦੇ ਤੌਰ ਦੇ ਉੱਤੇ ਉਹਨੂੰ ਪਛਾਣ ਕਰ ਰਿਹਾ। ਮੈਂ ਹੁਣ ਟਵੀਟ ਇੱਥੇ ਤੁਹਾਨੂੰ ਦਿਖਾ ਨਹੀਂ ਸਕਦਾ, ਮੇਰੇ ਕੋਲ ਅਵੇਲੇਬਲ ਨਹੀਂ ਹੈਗਾ। ਯੂਪੀ ਦਾ ਜਿਹੜਾ ਉਹਨਾਂ ਦਾ ਸਟੇਟ ਡਿਪਾਰਟਮੈਂਟ ਆ, ਉਹ ਖਾਸ ਤੌਰ ਦੇ ਉੱਤੇ ਪੰਜਾਬ ਸੈਕਟਰੀਏਟ ਨੂੰ ਕਹਿ ਰਿਹਾ ਕਿ ਤੁਸੀਂ ਆਪਣੇ ਲੋਕਾਂ ਨੂੰ ਯੂਪੀ 'ਚ ਨਾ ਆਉਣ ਦਿਓ। ਮੂੰਹੋਂ ਤਾਂ ਹੁਣ ਕਹਿ ਨਹੀਂ ਸਕਦੇ ਕਿ ਸਿੱਖਾਂ ਨੂੰ ਨਾ ਆਉਣ ਦਿਓ, ਪਰ ਇਸ਼ਾਰਾ ਉਹਨਾਂ ਦਾ ਇਹੀ ਆ ਕਿ ਤੁਸੀਂ ਇੱਥੇ ਸਿੱਖਾਂ ਨੂੰ ਵੜਨ ਨਾ ਦਿਓ ਯੂਪੀ ਦੇ ਵਿੱਚ। ਕਿਸਾਨ ਤਾਂ ਉੱਥੇ ਸਾਰੇ ਬੈਠੇ ਨੇ, ਕਿਸਾਨ ਤਾਂ ਉੱਥੇ ਹਰਿਆਣੇ ਦੇ ਹੀ ਬੈਠੇ ਨੇ, ਉੱਤਰਾਖੰਡ ਦੇ ਹੀ ਬੈਠੇ ਨੇ, ਸਾਰੇ ਬੈਠੇ ਨੇ, ਰਾਜਸਥਾਨ ਦੇ ਬੈਠੇ ਨੇ, ਪਰ ਉਹਨਾਂ ਨੂੰ ਪਤਾ ਕਿ ਇੱਥੇ ਜ਼ਿਆਦਾ ਜਿਹੜਾ ਰਿਐਕਸ਼ਨ ਵੱਡਾ ਹੋਣਾ ਉਹ ਪੰਜਾਬ ਦੇ ਕਿਸਾਨਾਂ ਦਾ ਹੀ ਹੋਣਾ। ਹਾਂਜੀ ਜੀ, ਤਾਂ ਕੱਲ ਇੱਥੇ ਇੱਕ ਹੈਗਾ, ਕੱਲ ਇੱਕ ਨਾ ਨੋਟਿਸ ਵੀ ਜਿਹੜਾ ਸੋਸ਼ਲ ਮੀਡੀਆ ਤੇ ਆਇਆ ਸੀ, ਉਹ 'ਚ ਲਿਖਿਆ ਹੋਇਆ ਸੀ ਪੰਜਾਬ ਦੇ ਲੋਕਾਂ ਤੇ ਲਿਖਤੀ ਤੌਰ ਤੇ ਉਹ ਸੀਗਾ ਜਾਰੀ ਫਰਮਾਨ ਵੀ ਪੰਜਾਬ ਵਾਲਿਆਂ ਦੇ ਯੂਪੀ ਦੇ ਵਿੱਚ ਐਂਟਰੀ ਤੇ ਜਿਹੜੀ ਉਹ ਬੈਨ ਲੱਗਿਆ ਹੈਗਾ। ਉਹ ਕੱਲ ਪੂਰੇ ਸਾਈਨ ਸੂਨ ਤੇ ਹੋਏ ਸੀਗੇ, ਔਰ ਉਹ ਤੋਂ ਸਪਸ਼ਟ ਹੋ ਜਾਂਦਾ ਵੀ ਪੰਜਾਬ ਵਾਲੇ ਜੇ ਆਉਣਗੇ ਤਾਂ ਇਹ ਅਸਲੀ ਦਮ 'ਚ ਪਛਾਣ ਲੈਣਗੇ। ਹਰਿਆਣੇ ਦਾ ਮਨੋਹਰ ਲਾਲ ਖੱਟਰ ਬੋਲਦਾ ਹੈ। ਹਾਂਜੀ, ਬਿਲਕੁਲ, ਮੈਂ ਮਾਫੀ ਚਾਹੁੰਦਾ, ਆਪਾਂ ਪਹਿਲਾਂ ਨਹੀਂ ਸ਼ੇਅਰ ਕਰ ਸਕਦੇ। ਹਾਂਜੀ, ਸਹੀ ਆ। ਆ ਦੇਖੋ, ਇਹਦੇ 'ਚ ਉਚੇਚੇ ਤੌਰ ਤੇ ਲਿਖਿਆ ਵੀ ਪੰਜਾਬ ਵੱਲੋਂ ਲੋਕਾਂ ਦੇ ਜਿਹੜੇ ਉਹ ਅੰਦਰ ਆਉਣ ਤੇ ਜਿਹੜੀ ਉਹ ਪਾਬੰਦੀ ਲਾ ਦਿੱਤੀ ਗਈ ਆ, ਔਰ ਇਸੇ ਕਰਕੇ ਜਿਹੜਾ ਬਹੁਤ ਸਾਰੇ ਜਿਹੜਾ ਜਿੱਦਾਂ ਇਧਰੋਂ ਲੱਖਾ ਸਧਾਣਾ ਗਿਆ ਹੋਇਆ ਸੀਗਾ, ਕੁਝ ਹੋਰ ਸੀ, ਬਾਬਾ ਬਖਸ਼ੀਸ਼ ਸਿੰਘ ਸਿੱਖ ਸੰਘਰਸ਼ ਨਾਲ ਵਿਚਰਦੇ ਰਹੇ ਆ, ਉਹ ਸੀ, ਜਾਂ ਕਈ ਹੋਰ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਉਧਰ ਨੂੰ ਚੱਲ ਪਏ ਸੀ ਵੀ ਯੂਪੀ 'ਚ ਸਾਡੇ ਭਰਾਵਾਂ ਨਾਲ ਇਹ ਕੁਝ ਹੋ ਗਿਆ, ਉਹ ਚੱਲ ਪਏ ਸੀ। ਪਰ ਬਾਰਡਰਾਂ ਦੇ ਉੱਤੇ ਬਹੁਤ ਸਾਰੇ ਕਿਸਾਨ ਲੀਡਰਾਂ ਨੂੰ ਵੀ ਰੋਕਿਆ ਗਿਆ, ਉਹਨਾਂ ਨੂੰ ਵੀ ਰੋਕਿਆ ਗਿਆ, ਔਰ ਸਾਰਿਆਂ ਨੂੰ ਰੋਕਿਆ ਗਿਆ, ਔਰ ਉਹਨਾਂ ਨੇ ਉਹ ਨੋਟਿਸ ਕਰਤਾ ਵੀ ਪੰਜਾਬ ਵਾਲੇ ਨਹੀਂ ਆ ਸਕਦੇ। ਇੱਥੋਂ ਤੱਕ ਕਿ ਮੁੱਖ ਮੰਤਰੀ ਚਰਨਜੀਤ ਚੰਨੀ, ਹਾਲਾਂਕਿ ਇੱਕ ਸਿਆਸੀ ਇਹਨਾਂ ਦੀ ਚਾਲ ਸੀ, ਪਰ ਫਿਰ ਵੀ ਇਹ ਜਾਣਾ ਚਾਹੁੰਦੇ ਸੀ। ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਪੰਜਾਬ ਦਾ ਐਲਾਨ ਸੀ, ਮੈਂ ਜਾਣਾ ਚਾਹੁੰਦਾ, ਇਹਨਾਂ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਗਈ। ਇਹਨਾਂ ਨੂੰ ਅਰੈਸਟ ਵੀ ਕਰ ਲਿਆ। ਰਵਿੰਦਰ ਸਿੰਘ ਜੀ, ਮੈਂ ਵੀਡੀਓ ਵੀ ਚਲਾਦਾ, ਫਿਰ ਹਾਂਜੀ ਉਹ ਤੋਂ ਬਾਅਦ ਰਵਿੰਦਰ ਸਿੰਘ ਜੀ ਤੁਸੀਂ ਆਇਓ। ਇਹ ਦਰਸ਼ਕੋ ਉਹ ਵੀਡੀਓ ਆ। ਸ਼ਾਇਦ ਕਿਸੇ ਕਾਰਨ ਕਰਕੇ ਚੱਲ ਨਹੀਂ ਰਹੀ, ਮੈਂ ਦੁਬਾਰਾ ਕੋਸ਼ਿਸ਼ ਕਰਦਾ ਜੀ। डिप्टी सीएम मेरे संसदीय ਨਹੀਂ ਕੋਈ ਸਮੱਸਿਆ ਮੈਨੂੰ ਲੱਗਦਾ ਵੀਡੀਓ ਦੇ ਵਿੱਚ। ਮੈਂ ਇੱਕ ਵਾਰ ਹੋਰ ਟਰਾਈ ਕਰਾਂ। 184 ਭੁੱਲ ਜਾਓ, ਵਾਹਿਗੁਰੂ ਇਹ ਗੱਲ ਬਿਆਨ। ਇਹ 27 ਤਰੀਕ ਨੂੰ ਉਹਦਾ ਬਿਆਨ ਹੈ, ਠੀਕ ਹਿੰਦੀ ਦਾ, ਠੀਕ ਹੈ। 27 ਤਰੀਕ ਨੂੰ ਉਹਦਾ ਔਨ ਰਿਕਾਰਡ ਬਿਆਨ ਹੈ, ਤੇ ਉਹਨੇ ਉਹ 27 ਤਰੀਕ ਦੇ ਬਾਅਦ ਅੱਜ 3 ਤਰੀਕ ਹੈ, ਉਹ ਜੋ ਉਹਨੇ ਬਿਆਨ ਦਿੱਤਾ ਸੀ 27 ਨੂੰ, ਉਹ ਅੱਜ ਉਹਨੇ ਕਰ ਵਿਖਾਇਆ। ਇਹ ਸੁਨਿਯੋਜਿਤ ਛੜਯੰਤਰ ਸੀ, ਸੁਰੱਖਿਆ ਦਾ ਜ਼ਿੰਮਾ ਹੈ। ਉਹਨੇ ਕਿਹਾ ਕਿ ਤੁਸੀਂ ਅਗਰ ਕਾਲੇ ਝੰਡੇ ਦਿਖਾਏ। ਇਹਦੇ ਵਿੱਚੋਂ ਜੋ ਮੋਟੀ ਗੱਲ ਆਪਾਂ ਕਰਨੀ ਆ ਉਹ ਇਹ ਹੈ ਕਿ ਜੇਕਰ ਤੁਸੀਂ ਕਾਲੇ ਝੰਡੇ ਦਿਖਾਏ ਤੇ ਤੁਸੀਂ 84 ਭੁੱਲ ਜਾਓਗੇ। ਕਹਿਣ ਦਾ ਭਾਵ ਕਿ ਜਿੰਨਾ 84 ਦੇ ਵਿੱਚ ਤੁਹਾਡੇ ਨਾਲ ਕੀਤਾ ਸੀ, ਉਦੋਂ ਹੁਣ ਜ਼ਿਆਦਾ ਕਰਾਂਗੇ। ਹਾਂਜੀ ਰਵਿੰਦਰ ਸਿੰਘ ਜੀ। ਹਾਂਜੀ ਗੁਰਤੇਜ ਸਿੰਘ ਜੀ, ਕਈਆਂ ਨੂੰ ਥੋੜਾ ਜਿਹਾ ਓਪਰਾ ਲੱਗਾ ਹੋਣਾ ਕਿ ਮੈਂ ਜਿਹੜਾ ਸ਼ਬਦ ਕਤਲੇਆਮ, ਸਿੱਖਾਂ ਦੇ ਕਤਲੇਆਮ ਦੀ ਜਿਹੜੀ ਤਿਆਰੀ ਹੈ ਉਹ ਸ਼ਬਦ ਵਰਤਿਆ। ਕਈਆਂ ਨੂੰ ਓਪਰਾ ਲੱਗਾ ਵੀ ਇਹ ਜ਼ਿਆਦਾ ਜਿਹੜਾ ਵਧਾ ਚੜਾ ਕੇ ਦੱਸਿਆ ਗਿਆ। ਹੁਣ ਤੁਸੀਂ ਆਪਾਂ ਗੱਲ ਕੀਤੀ ਸੀ ਪਲੀਆ ਤੋਂ ਲੈ ਕੇ ਲਖੀਮਪੁਰ ਖੀਰੀ, ਜਿਹੜਾ ਉਹਨੇ ਆਪਣੀ ਉਹਦੇ ਵਿੱਚ ਕਿਹਾ ਹੈ, ਤੇ ਦੂਜੇ ਪਾਸੇ ਜਿਹੜਾ ਖਾਸ ਕਰ ਦੱਖਣੀ ਹਰਿਆਣੇ ਦੇ ਵਿੱਚ ਕੋਈ ਖਤਰਾ ਨਹੀਂ, ਉੱਤਰੀ ਪੱਛਮੀ ਹਰਿਆਣਾ, ਜਿਹੜਾ ਉੱਤਰੀ ਹਰਿਆਣਾ, ਪੱਛਮੀ ਹਰਿਆਣਾ, ਉਹਦੇ ਵਿੱਚ ਤੁਸੀਂ ਜਿਹੜੇ ਉਹ ਤਗੜੇ ਹੋ ਜਾਓ ਤੇ ਆਪਣਾ ਇਹਨਾਂ ਦਾ ਜਵਾਬ ਜਿਹੜਾ ਇੱਟ ਦਾ ਜਵਾਬ ਪੱਥਰ ਦੇ ਨਾਲ ਦਿਓ, ਜਿਵੇਂ ਉਹਨੇ ਸਟੇਟਮੈਂਟ ਦਿੱਤੀ ਹੈ। ਤੇ ਇਹਦੇ ਵਿੱਚ ਹੁਣ ਗੱਲ ਸਮਝਣ ਵਾਲੀ ਹੈ, ਕਿਉਂਕਿ ਜਿਹੜਾ ਉੱਤਰੀ ਪੱਛਮੀ ਹਰਿਆਣਾ ਮਤਲਬ ਜਿਹੜਾ ਉਹ ਕਿਹੜਾ ਹੈ,
ਉੱਤਰੀ ਪੱਛਮੀ ਹਰਿਆਣੇ ਦੇ ਵਿੱਚ ਇਹ ਸਾਰੇ ਜ਼ਿਲ੍ਹੇ ਆਉਂਦੇ ਆ, ਜਿਹੜੇ ਕਰਨਾਲ, ਕੁਰੂਕਸ਼ੇਤਰ, ਪਾਣੀਪਤ, ਹਨਾ। ਤੇ ਉਹ ਜਿੱਥੇ ਸਿੱਖ ਪੱਛਮੀ ਵਸੋਂ ਜ਼ਿਆਦੇ ਆ। ਸਿੱਖ ਵਸੋਂ ਜ਼ਿਆਦੇ ਆ। ਪੱਛਮੀ ਹਰਿਆਣੇ ਦੇ ਵਿੱਚ ਹਿਸਾਰ, ਸਿਰਸਾ, ਇਹ ਸਾਰੇ, ਫਤਿਆਬਾਦ, ਇਹ ਜ਼ਿਲ੍ਹੇ ਆਉਂਦੇ ਆ। ਇਹ ਜਿਹੜੇ ਪੰਜਾਬ ਦੇ ਨਾਲ ਇਹ ਜ਼ਿਲ੍ਹੇ, ਪੂਰੀ ਜਿਹੜੀ ਬੈਲਟ ਹੈ ਇਹ ਸਿੱਖ ਬਹੁਲ ਬੈਲਟ ਹੈ। ਤੇ ਇਹਦੇ ਵਿੱਚ ਜਿਹੜੀ ਗਿਣਤੀ ਹੈ ਜਾਟਾਂ ਦੀ, ਜਾਟ ਕਿਰਸਾਨੀ, ਜਿਹੜੀ ਇੱਕ ਜੱਟ ਸਿੱਖ ਜਿਹੜੇ ਬੈਠੇ ਆ, ਜਿਹੜੇ ਉੱਜੜ ਕੇ ਉਧਰੋਂ ਆਏ ਆ, ਇੱਕ ਜਾਟ, ਜਿਹੜੇ ਜਾਟਾਂ ਦੀ ਆਬਾਦੀ ਇੱਥੇ ਜ਼ਰੂਰ ਹੈ, ਇਹ ਨਹੀਂ ਗਾ ਮੈਂ ਕਹਿੰਦਾ ਵੀ ਹੈ ਨਹੀਂ ਗੀ, ਪਰ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਜਾਟਾਂ ਦੀ ਜ਼ਿਆਦਾ ਆਬਾਦੀ ਜਿਹੜੀ ਹੈ ਉਹ ਇੱਧਰੋਂ ਕੈਥਲ ਤੋਂ ਅਗਾਂਹ ਤੇ ਜੀਂਦ, ਰੋਹਤਕ, ਭਵਾਨੀ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਫੀ ਹੈ। ਤੇ ਇੱਧਰ ਜਿਹੜੀ ਹੈ ਉਹ ਸਿੱਖ ਜਿਹੜੀ ਗਿਣਤੀ ਹੈ ਉਹ ਬਿਲਕੁਲ ਹੀ ਨਾ ਮਾਤਰੀ ਕਿਤੇ ਕਿਤੇ ਹੈ। ਤੇ ਇਹਦੇ ਵਿੱਚ ਹੁਣ ਗੱਲ ਇਹ ਸਮਝਣ ਵਾਲੀ ਹੈ ਕਿ ਇਹ ਦੂਜੀਆਂ ਜਿਹੜੀਆਂ, ਕਿਉਂਕਿ ਜਾਟ ਭਾਵੇਂ ਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਇਹਦੇ ਖੁੱਲ੍ਹ ਕੇ ਭਾਵੇਂ ਹਮਾਇਤ ਨਾ ਵੀ ਕੀਤੀ ਹੋਵੇ, ਪਰ ਉਹ ਜਿਹੜੀ ਉਹਨਾਂ ਦੇ ਵਿੱਚ ਇੱਕ ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਇੱਕ ਹੁੰਦੀ ਹੈ ਨਾ, ਇੱਕ ਭਾਵਨਾ ਜਿਹੜੀ ਹੈ ਉਹ ਇਸ ਸੰਘਰਸ਼ ਦੇ ਨਾਲ ਹੀ ਹੈ, ਉਹ ਸਿੱਖਾਂ ਦੇ ਨਾਲ ਹੀ ਹੈ। ਤੇ ਇਹ ਸਾਰੇ ਇਲਾਕੇ ਆ ਜਿਹੜਾ ਹੈ, ਇਹ ਖਾਸ ਕਰ ਕੁਰੂਕਸ਼ੇਤਰ, ਅੰਬਾਲਾ, ਕਰਨਾਲ, ਇਹ ਕੈਥਲ, ਜਿੱਥੇ ਚੜੂਨੀ ਦਾ ਪ੍ਰਭਾਵ ਹੈ, ਉੱਥੇ ਸਿੱਖ ਬਹੁਲ ਜਿਹੜੇ ਇਲਾਕੇ ਨੇ, ਇਹਨਾਂ ਦੇ ਵਿੱਚ ਸਿੱਖਾਂ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ, ਜੋ ਵੀ ਇੱਥੇ ਸੰਘਰਸ਼ ਕੀਤਾ ਜਾ ਰਿਹਾ, ਜੋ ਧਰਨੇ ਕੀਤੇ ਜਾ ਰਹੇ ਨੇ, ਜਾਂ ਖੱਟੜ ਦੇ, ਤੁਹਾਨੂੰ ਯਾਦ ਹੋਵੇਗਾ ਇੱਕ ਵਾਰ ਗਰਾਊਂਡਾਂ ਦੇ ਵਿੱਚ ਹੈਲੀਪੈਡ ਦੇ ਉੱਤੇ ਜਿਹੜਾ ਹੀ ਕਬਜ਼ਾ ਕੀਤਾ ਸੀ ਪਿੱਛੇ ਜੀ, ਜਦੋਂ ਖੱਟੜ ਦਾ ਇੱਕ ਹੋਰ ਬਾਅਦ ਦੇ ਵਿੱਚ ਵੀ ਉਹਦਾ ਜਿਹੜਾ ਸੀ ਉਹਦਾ ਵਿਰੋਧ ਕੀਤਾ ਗਿਆ। ਤੇ ਇਹ ਅਸਲ ਦੇ ਵਿੱਚ ਜਿਹੜਾ ਕੱਲਾ ਲਖੀਮਪੁਰ ਖੀਰੀ ਨਹੀਂ ਜਾਂ ਭਲੀਆ ਨਹੀਂ, ਇਹ ਹਰਿਆਣੇ ਦੇ ਵਿੱਚ ਜਿਹੜਾ ਉੱਤਰੀ ਪੱਛਮੀ ਹਰਿਆਣਾ, ਜਿਹਦੇ ਵਿੱਚ 5-4 ਜ਼ਿਲ੍ਹਿਆਂ ਦਾ ਜ਼ਿਕਰ ਹੁਣ ਆਪਾਂ ਕੀਤਾ, ਇਹਨਾਂ ਦੇ ਵਿੱਚ ਵੀ ਸਿੱਖਾਂ ਦੀ ਨਸਲਕੁਸ਼ੀ ਦੀ ਇੱਕ ਜਿਹੜੀ ਹੈ ਇਹ ਵਿਉਂਤ ਇੱਕ ਬੁਣੀ ਜਾ ਰਹੀ ਹੈ। ਇਹਦੇ ਤੁਹਾਨੂੰ ਹੋਰ ਕਿਤੇ ਸਬੂਤ ਲੈਣ ਦੀ ਜ਼ਰੂਰਤ ਨਹੀਂ ਹੈ। ਇਹ ਜਿਹੜਾ ਮਨੋਹਰ ਲਾਲ ਖੱਟੜ ਜਿਹੜਾ ਹੈ, ਪੰਜਾਬੀ ਖੱਤਰੀ ਹਿੰਦੂ ਭਾਈਚਾਰਾ ਜਿਹੜਾ, ਉਹ ਬੀਜੇਪੀ ਦੇ ਨਾਲ ਅਲਾਇੰਡ, ਕਦੀ ਉਹ ਆਰੀਆ ਸਮਾਜ ਦੇ ਨਾਲ ਅਲਾਇੰਡ ਰਿਹਾ, ਹੁਣ ਅੱਜ ਕੱਲ੍ਹ ਜਿਹੜਾ ਉਹ ਬੀਜੇਪੀ ਦੇ ਨਾਲ, ਤੇ ਜਿਹੜੀਆਂ ਜਾਟਾਂ ਨੂੰ ਛੱਡ ਕੇ ਦੂਜੀਆਂ ਜਿਹੜੀਆਂ ਇੱਥੇ ਕਮਿਊਨਿਟੀਆਂ ਨੇ, ਜਿਵੇਂ ਦੱਖਣੀ ਹਰਿਆਣੇ ਦੇ ਵਿੱਚ ਜਿਹੜਾ ਹੈ ਉਹ ਗੁੱਜਰ ਭਾਈਚਾਰਾ ਸਾਰਾ, ਜਿਹਨੇ ਜਿਹੜਾ ਬਹੁਤ ਵੱਡਾ ਯੋਗਦਾਨ ਰਿਹਾ ਸੀ ਨਸਲਕੁਸ਼ੀ ਦੇ ਵਿੱਚ ਵੀ। ਤੇ ਪਿੱਛੇ 26 ਜਨਵਰੀ ਵਾਲੇ ਦਿਨ ਵੀ 14 ਪਿੰਡ ਜਿਹੜੇ ਉਹਨਾਂ ਦੇ ਸਨ ਇਸ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ, ਉਹਨਾਂ ਹੀ ਜਿਹੜਾ ਸੀ ਉਹ ਹਮਲਾਵਰ ਹੋ ਕੇ ਆਏ ਸਨ ਸਿੰਘੂ ਬਾਰਡਰ ਦੇ ਉੱਤੇ ਵੀ। ਤੇ ਇਹ ਜਿਹੜੀਆਂ ਮੰਨ ਲਓ, ਮੈਂ ਤੇ ਆਪਣੇ ਇਲਾਕੇ ਦੇ ਵੀ ਜਿਹੜੇ ਮੌਤਬਰ ਨੇ, ਆਪਣੇ ਸੱਜਣ ਨੇ, ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ, ਇਹਨਾਂ ਚੀਜ਼ਾਂ ਨੂੰ, ਇਹਨਾਂ ਨੂੰ ਡੀਕੋਡ ਕਰੋ। ਇਹ ਕੋਈ ਆਮ ਬਿਆਨ ਨਹੀਂ ਹੈ। ਜੀ ਬਿਲਕੁਲ, ਇਹ ਆਮ ਬਿਆਨ ਬਿਲਕੁਲ ਵੀ ਨਹੀਂ। ਇਹ ਭਾਰਤੀ ਕਾਨੂੰਨ ਦੇ ਅਨੁਸਾਰ ਤਾਂ ਇਹਦੇ ਅਨੁਸਾਰ ਸੈਡੀਸ਼ਨ ਦੇ ਚਾਰਜਸ ਬਣਦੇ ਆ। ਜੇਕਰ ਤੁਸੀਂ ਇਹਨੂੰ ਕੌਮਾਂਤਰੀ ਪੱਧਰ ਦੇ ਉੱਤੇ ਦੇਖੋ ਤੇ ਇਹ ਇੱਕ ਜੈਨੋਸਾਈਡ ਦੀ ਜਿਹੜੀ ਸਟੇਜਸ ਹੁੰਦੀਆਂ ਨੇ, ਉਸ ਦੇ ਵੱਲ ਨੂੰ ਤੋਰਨ ਦੇ ਇੱਕ ਬਿਆਨ ਬਣਦੇ ਆ, ਜਿਹੜੇ ਗ੍ਰੈਗਰੀ ਐਚ ਸਟੈਂਟਨ ਨੇ ਲਿਖੇ ਨਾ, ਜੈਨੋਸਾਈਡ ਦੀਆਂ ਸਟੇਜਸ ਪੜਾਅ ਲਿਖੇ ਨੇ, ਉਹਦੇ ਅਨੁਸਾਰ ਪੂਰਾ ਫਿੱਟ ਬੈਠਦੇ ਆ ਮੱਕੜ ਦੇ, ਇਹਦੇ ਖੱਟੜ ਦੇ ਬਿਆਨ ਅਤੇ ਜਿਹੜਾ ਬੀਜੇਪੀ ਦਾ ਮਿਸ਼ਰਾ ਗਾ ਯੂਪੀ ਵਾਲਾ, ਉਹਨਾਂ ਦੋਨਾਂ ਦੇ ਬਿਆਨ। ਸੋ ਮਾਫੀ ਚਾਹੁੰਦਾ ਜੀ। ਜਸਵੀਰ ਸਿੰਘ ਜੀ, ਜਿਹੜੀ ਹੁਣ ਇਹਨਾਂ ਨੇ ਕਹੀ ਆ ਗੱਲ ਕਿ ਅਸੀਂ, ਉਹਨਾਂ ਨੇ ਆਸ਼ਵਾਸਨ ਦਿੱਤਾ, ਆਸ਼ਵਾਸਨ ਜ਼ਿਆਦਾ ਕਰਦੇ, ਭਰੋਸਾ ਦਿੱਤਾ ਜਿਹੜਾ ਇਹਨਾਂ ਨੇ ਬੀਜੇਪੀ ਵਾਲਿਆਂ ਨੇ, ਕਿ ਅਸੀਂ ਉਹਨਾਂ ਨੂੰ ਅੰਦਰ ਵੀ ਕਰਾਂਗੇ ਸਾਰਿਆਂ ਨੂੰ, ਉਹਨਾਂ ਨੇ ਪਰਚਾ ਵੀ ਦਰਜ ਕਰ ਲਿਆ ਹੈ। ਕੀ ਲੱਗਦਾ ਹੈ ਕਿ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਉਹਨੂੰ ਫੋਲੋ ਅਪ ਕਰਨਗੀਆਂ, ਜਾਂ ਕਰਨਾਲ ਵਾਲਾ ਕੰਮ ਹੀ ਹੋਊਗਾ? ਕਰਨਾਲ ਵਾਲਿਆਂ ਨੂੰ ਸਾਰੇ ਭੁੱਲ ਗਏ ਨੇ ਹੁਣ, ਡੀਸੀ ਚੱਕ ਕੇ ਉਹਨਾਂ ਨੇ ਸੈਕਟਰੀਏਟ ਦੇ ਵਿੱਚ ਲਾਤਾ ਸੀ, ਅਤੇ ਉਦੋਂ ਬਾਅਦ ਦੇ ਵਿੱਚ ਕੋਈ ਉੱਤੇ ਬਿਆਨ ਵੀ ਨਹੀਂ ਆਉਣੋਂ ਹਟ ਗਏ ਨੇ, ਬਿਆਨ ਵੀ ਕੋਈ ਜ਼ਿਆਦਾ ਦੇਖਣ ਨੂੰ ਨਹੀਂ ਮਿਲਦਾ। ਸੋ ਕੀ ਲੱਗਦਾ ਤੁਹਾਨੂੰ? ਜੀ ਬਿਲਕੁਲ ਗੁਰਤੇਜ ਸਿੰਘ ਜੀ, 11 ਸਤੰਬਰ ਨੂੰ ਕਰਨਾਲ ਦੇ ਵਿੱਚ ਜਿਹੜਾ ਉਹ ਮੋਰਚਾ ਜਿਹੜਾ ਫਤਿਹ ਕੀਤਾ, ਇਹ ਕਿਸਾਨ ਜਿਹੜਾ ਕਿ ਆਗੂਆਂ ਦੇ ਜਿਹੜੇ ਕੁਝ ਪਲੇਟਫਾਰਮ ਹੈਗੇ ਉਹਨਾਂ ਦੇ ਉੱਤੇ ਕਿਹਾ ਗਿਆ ਸੀਗਾ, ਚਲੋ ਫਤਿਹ ਲਾ ਲਓ। ਉੱਥੇ ਸਾਨੂੰ ਪਤਾ ਵੀ ਸੁਸ਼ੀਲ ਕਾਜਲ ਇੱਕ ਕਿਸਾਨ ਦੀ ਜਿਹੜੀ ਆ ਉਹ ਉਸ ਪੂਰੇ ਦੇ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜੀ ਜਾਨ ਚਲੀ ਗਈ ਸੀਗੀ, ਔਰ ਉਹ 1 ਮਹੀਨੇ ਦਾ ਸਮਾਂ ਉਹ ਜਿਹੜੀ ਉੱਥੇ ਇੱਕ ਮੀਟਿੰਗ ਹੋਈ ਸੀ, ਸਮਝੌਤਾ ਹੋਇਆ ਸੀਗਾ ਸਰਕਾਰ ਤੇ ਉੱਥੋਂ ਦੇ ਜਿਹੜਾ ਕਿ ਪ੍ਰਸ਼ਾਸਨ ਤੇ ਨਾਲ ਕਿਸਾਨ ਲੀਡਰਾਂ ਦੇ ਵਿੱਚ, ਜਿਨ੍ਹਾਂ 'ਚ ਗੁਰਨਾਮ ਸਿੰਘ ਚੜੂਨੀ, ਰਾਜੇਵਾਲ, ਕੁਝ ਹੋਰ ਜਿਹੜੇ ਕਿਸਾਨ ਆਗੂ ਮੌਜੂਦ ਸੀਗੇ। 11 ਸਤੰਬਰ ਨੂੰ 1 ਮਹੀਨੇ ਦਾ ਸਮਾਂ ਦਿੱਤਾ ਸੀਗਾ, ਅੱਜ 5 ਤਰੀਕ ਹੋ ਗਈ ਹੈ, 5-6 ਦਿਨ ਰਹਿ ਗਏ ਆ। ਅਸੀਂ ਬਹੁਤਾ ਤਾਂ ਨਹੀਂ ਬੋਲਦੇ, 5 ਦਿਨ ਹੋਰ ਉਡੀਕ ਕਰਦੇ ਹਾਂ ਵੀ ਪ੍ਰਮਾਤਮਾ ਕਰੇ
ਜਿਹੜਾ ਆਸ਼ਵਾਸਨ ਇਹਨਾਂ ਨੇ ਲਿਆ ਅੱਧਾ ਸੀਗਾ, ਉਹ ਆਸ਼ਵਾਸਨ ਦੇ ਵਿੱਚੋਂ ਕੀ ਨਿਕਲਦਾ ਉਹ ਅਸੀਂ ਵੀ ਦੇਖਾਂਗੇ ਔਰ ਇੱਥੇ ਹੀ ਚਰਚਾ ਕਰਾਂਗੇ ਇਹਨਾਂ ਕੈਮਰਿਆਂ ਦੇ ਅੱਗੇ ਇਸ ਸ਼ੋਅ ਦੇ ਵਿੱਚ। ਤਾਂ ਪਹਿਲੀ ਗੱਲ ਤਾਂ ਉਦੋਂ ਵੀ ਜਿਹੜਾ ਸਮਝੌਤਾ ਹੋਇਆ ਸੀ, ਬੈਠ ਕੇ ਸਮਝੌਤਾ ਹੋਇਆ ਸੀਗਾ, ਉਹ ਵੀ ਇੱਕ ਜਿਹੜਾ ਕਿ ਟੇਢਾ ਜਿਹਾ ਸੀਗਾ, ਜਿਹਦੇ 'ਚ ਗੱਲਾਂ ਕਹੀਆਂ ਜਾ ਰਹੀਆਂ ਪਹਿਲਾਂ ਕੁਛ ਹੋਰ ਸੀ, ਬੰਨੀਆਂ ਗਈਆਂ ਕੁਛ ਹੋਰ। ਚਲੋ ਜਦੋਂ ਲੀਡਰਾਂ ਨੂੰ ਪ੍ਰਵਾਨ ਹੈ ਤੇ ਜਨਤਾ ਨੂੰ ਤਾਂ ਪ੍ਰਵਾਨ ਨਹੀਂ ਹੁੰਦਾ, ਜਨਤਾ ਕਈ ਵਾਰੀ ਉਹ ਅੱਖਾਂ ਮੀਟ ਕੇ ਭਰੋਸਾ ਕਰਦੀ ਆ। ਤਾਂ ਉਹ 1 ਮਹੀਨੇ ਦੀ ਛੁੱਟੀ ਸੀਗੀ, ਹਾਲਾਂਕਿ ਸੋਸ਼ਲ ਮੀਡੀਆ ਤੇ ਵੀ ਗੱਲ ਚੱਲਦੀ ਵੀ ਜੇ ਕਿਸੇ ਨੇ ਛੁੱਟੀ ਲੈਣੀ ਹੈ ਤਾਂ ਇਸ ਤਰ੍ਹਾਂ ਕੁਛ ਕਰ ਲਓ, ਉਹਦੇ ਬਾਅਦ 'ਚ 1 ਮਹੀਨੇ ਦੀ ਛੁੱਟੀ ਮਿਲ ਜਾਂਦੀ ਆ। ਤਾਂ ਨਾਲ ਜਿਹੜਾ ਇੱਕ ਉੱਚ ਪੱਧਰੀ ਜਾਂਚ ਸੀ 1 ਮਹੀਨੇ ਦੀ, ਉਹ ਵੀ ਸ਼ਾਇਦ ਮੁੱਕਣ ਕਿਨਾਰੇ ਹੋਊਗੀ। 5 ਦਿਨ ਹੋ ਗਏ ਆ, ਅਸੀਂ ਉਹ ਵੀ 11 ਅਕਤੂਬਰ ਨੂੰ ਉਡੀਕਾਂਗੇ, ਅਸੀਂ ਉਹਨਾਂ ਤੇ ਪ੍ਰੋਗਰਾਮ ਵੀ ਕਰਾਂਗੇ। ਔਰ ਇਹ ਜਿਹੜਾ ਹੁਣ 8 ਦਿਨਾਂ ਦਾ ਸਮਾਂ ਇਸ ਯੂਪੀ ਵਾਲੀ ਘਟਨਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਲਿਆ, ਇੱਕ ਦਿਨ ਤਾਂ ਅੱਜ ਕੱਲ, ਇੱਕ ਦਿਨ ਲੰਘ ਗਿਆ, ਅੱਜ ਦੂਜਾ ਦਿਨ ਹੈ। 8 ਦਿਨ ਪੂਰੇ ਹੋ ਜਾਣੇ ਜਲਦੀ, ਅਸੀਂ ਆਸ ਕਰਦੇ ਹਾਂ। ਜਿਹੜਾ ਆਸ਼ਵਾਸਨ ਲੈ ਕੇ ਆਇਆ ਕਿਸਾਨ ਲੀਡਰ, ਜਿਹਦੇ 'ਚ ਖਾਸ ਕਰਕੇ ਰਕੇਸ਼ ਟਿਕੈਤ ਜਿਹੜੇ ਆ ਯੂਪੀ ਦੇ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਬੈਠ ਕੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ, ਉਹ 8 ਦਿਨਾਂ ਬਾਅਦ ਆਸ਼ੀਸ਼ ਮਿਸ਼ਰਾ ਔਰ ਜਿਹੜਾ ਮੁੱਖ ਹੈਗਾ ਮੰਤਰੀ ਉੱਥੇ ਦਾ ਕੈਬਨਿਟ ਮਿਨਿਸਟਰ ਹੈ ਜਿਹੜਾ ਯੂਪੀ ਦਾ ਅਜੇ ਮਿਸ਼ਰਾ, ਉਹਨਾਂ ਨੂੰ ਔਰ ਉਹਨਾਂ ਦੇ ਜਿਹੜੇ 14 ਬੰਦਿਆਂ ਤੇ ਹੋਰ ਪਰਚਾ ਦਰਜ ਕੀਤਾ ਗਿਆ, ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰੂ। ਔਰ 8 ਦਿਨਾਂ ਬਾਅਦ ਚਲੋ ਜਿਹੜੇ ਜਾਣ ਵਾਲੇ ਚਲੇ ਗਏ, ਜਿਨ੍ਹਾਂ ਦੇ ਪੁੱਤ ਭਾਈ ਕਿਸੇ ਦਾ ਬਾਪ ਚਲਾ ਗਿਆ, ਉਹਨਾਂ ਨੂੰ ਮੁੜ ਕੇ ਨਹੀਂ ਆਉਣਾਗਾ, ਪਰ ਉਹ ਕਮ ਸੇ ਕਮ ਜਿਹੜਾ ਉਹਨਾਂ ਦੇ ਸੀਨੇ ਦੇ ਵਿੱਚ ਜਿਹੜੀ ਬਲਦੀ ਅੱਗ ਆ ਉਹਨੂੰ ਠੰਡ ਤੇ ਪਊਗੀ। ਚਲੋ ਕਾਨੂੰਨੀ ਤੌਰ ਤੇ ਗ੍ਰਿਫਤਾਰੀ ਤੇ ਹੋਈ, ਇਹੀ ਹੁੰਦਾ ਜਾਣ ਤੋਂ ਬਾਅਦ ਵੀ ਜਿਸ ਕੰਮ ਦੇ ਵਾਸਤੇ ਉਹਨਾਂ ਦੀ ਜਾਨ ਚਲੇ ਗਈ ਆ ਉਹ ਕਿੱਥੇ ਜੇ ਪਹੁੰਚੇ। ਜਿੱਦਾਂ ਬਹੁਤ ਸਾਰੀਆਂ ਸੰਘਰਸ਼ ਦੇ ਵਿੱਚ ਜ਼ਿੰਦਗੀਆਂ ਜਾਂਦੀਆਂ, ਕੁਰਬਾਨੀਆਂ ਹੁੰਦੀਆਂ, ਤਾਂ ਉਦੋਂ ਬਾਅਦ ਜਿਹੜੀ ਆਗੂ ਰਹਿ ਜਾਂਦੇ ਆ ਉਹਨਾਂ ਨੇ ਉਹਨੂੰ ਅੱਗੇ ਲੈ ਕੇ ਜਾਣਾ ਹੁੰਦਾ। ਤਾਂ ਜਿਹੜੇ ਚਲੇ ਗਏ ਆ ਉਹ ਕੋਈ ਆਗੂ ਵੀ ਨਹੀਂ ਸੀਗੇ, ਉਹ ਆਮ ਕਿਸਾਨ ਸੰਘਰਸ਼ ਦੇ ਜਿਹੜੇ ਹਮਾਇਤੀ ਸੀਗੇ। ਤਾਂ ਉਹ ਮਗਰ ਵਾਲੇ ਨੇ ਜਿਹੜਾ ਉਹਨਾਂ ਦੀ ਜਿਹੜੀ ਉਹ ਕੁਰਬਾਨੀ ਦਾ ਜਿਹੜਾ ਕਿ ਕਿਸ ਤਰ੍ਹਾਂ ਉਹਨੂੰ ਲੈ ਕੇ ਗਏ। ਔਰ ਹੁਣ 8 ਦਿਨ ਬੜੇ ਜਲਦੀ ਟੱਪ ਜਾਣੇ ਆ, ਅਸੀਂ ਉਡੀਕਾਂਗੇ ਵੀ ਕਦੋਂ ਉਹਨਾਂ ਦੀ ਗ੍ਰਿਫਤਾਰੀ ਹੋਊਗੀ, ਜਾਂ ਕਿਤੇ ਇਹ ਤਾਂ ਨਹੀਂ ਹੁੰਦਾ ਜਿਹੜਾ ਆਸ਼ਵਾਸਨ ਆ ਉਹ ਲਾਰੇ 'ਚ ਬਦਲ ਜੂਗਾ ਔਰ ਉਸ ਤੋਂ ਬਾਅਦ ਜਿਹੜੇ ਮਸਲੇ ਹੋਰ ਹੋ ਜਾਣਗੇ, ਉਦੋਂ ਨੂੰ ਕਿਤੇ ਹੋਰ ਇਸ ਤਰ੍ਹਾਂ ਦੀ ਝੜਪ ਹੋ ਜੂਗੀ। ਫਿਰ ਅਸੀਂ ਉੱਥੋਂ ਆਸ਼ਵਾਸਨ ਲੈ ਕੇ ਔਰ 25-30 ਲੱਖ ਰੁਪਈਆ ਲੈ ਕੇ ਔਰ ਇੱਕ ਜਿਹੜੀ ਹੈ ਉਹ ਸਰਕਾਰੀ ਨੌਕਰੀ ਲੈ ਕੇ, ਸਰਕਾਰੀ ਵੀ ਜਿਹੜੀ ਹੁੰਦੀ ਸਾਨੂੰ ਪਤਾ ਕਿਸ ਤਰ੍ਹਾਂ ਦੀ ਮਿਲਦੀ ਹੈ। ਤਾਂ ਇਹ ਸਪਸ਼ਟ ਸ਼ਬਦਾਂ 'ਚ ਕਹਿੰਦੇ ਆ ਵੀ ਜਦੋਂ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਮੰਗਾਂ ਸਾਡੀਆਂ ਕੀ ਹੈ। ਉਸ ਤੋਂ ਬਾਅਦ ਮੰਗਾਂ ਸਾਡੀਆਂ ਇੱਕ ਜੌਬ, 20-50 ਲੱਖ ਰੁਪਈਆ ਜਾਂ ਕਰੋੜ 2 ਕਰੋੜ 50 ਕਰੋੜ ਵੀ ਮੰਗ ਲਓ, ਜੇਬ 'ਚੋਂ ਥੋੜੀ ਦੇਣਾ ਉਹਨਾਂ ਨੇ। ਤੁਹਾਡਾ ਟੈਕਸ ਇਕੱਠਾ ਕੀਤਾ, ਤੁਹਾਡੇ ਖਾਤੇ ਪਾ ਦੇਣਾ ਕੱਟ ਕਟਾ ਕੇ ਮਾੜਾ ਮੋਟਾ। ਤਾਂ ਉਸ ਤੋਂ ਬਾਅਦ ਤੇ ਕਮ ਸੇ ਕਮ ਜਿਹੜੇ ਕੰਮ ਵਾਸਤੇ ਤੁਸੀਂ ਬੈਠੇ 1 ਸਾਲ ਹੋ ਗਿਆ ਠਿੱਠ ਹੋਈ ਜਾਂਦੇ ਹੋ, 1000 ਦੇ ਨੇੜੇ ਬੰਦਾ ਮਰ ਜਾਣਾ ਤੁਹਾਡਾ, ਉਹ ਉਹਨਾਂ ਦੇ ਸਾਰੀ ਇੱਕ ਬੰਦਾ ਜਾਂਦਾ, ਉਹਦਾ ਪਰਿਵਾਰ ਵੀ ਜਾਂਦਾ, ਉਹਦਾ ਪੇਕਾ ਪਰਿਵਾਰ ਭਾਵ ਉਹਦਾ ਜਿੱਥੇ ਉਹਦਾ ਮਾਂ ਪਿਓ ਔਰ ਨਾਲ ਜਿਹੜੀ ਉਹਦੇ ਵਿਆਹੀ ਆਈ ਹੈ ਉਹ ਵੀ ਗਿਆ, ਸਹੁਰਾ ਪਰਿਵਾਰ ਵੀ ਗਿਆ, ਬੱਚਿਆਂ ਦਾ ਭਵਿੱਖ ਵੀ ਗਿਆ। ਕਿੱਦਾਂ ਉਹਦੀ ਪੀੜ੍ਹੀ ਜਿਹੜੀ ਹੈ ਉਹਦਾ ਜਿਹੜਾ ਕਿ ਤਾਪ ਝੱਲਦੀ ਜਦੋਂ ਕੋਈ ਬੰਦਾ ਸ਼ਹੀਦ ਹੁੰਦਾ, ਜਿਹਦੀ ਜਾਨ ਚਲੇ ਜਾਂਦੀ ਹੈ। ਉਸ ਤੋਂ ਬਾਅਦ ਲੀਡਰਾਂ ਦੇ ਉੱਤੇ ਜਿਹੜੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਘਟਨਾ ਔਰ ਬਾਕੀ ਕੋਈ ਆਤਮ ਹੱਤਿਆ ਦੀ ਘਟਨਾ, ਕੋਈ ਐਕਸੀਡੈਂਟ ਦੀ ਘਟਨਾ ਹੈ, ਕੋਈ ਹਾਰਟ ਅਟੈਕ ਦੀ ਘਟਨਾ ਹੈ, ਉਹ ਘਟਨਾਵਾਂ ਦੇ ਵਿੱਚ ਬਹੁਤ ਫਰਕ ਆ। ਉਹ ਜਾਨਾਂ ਜਾਣੀਆਂ ਔਰ ਇਹ ਜਾਨਾਂ ਜਾਣੀਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਉਹਨਾਂ ਤੋਂ ਬਾਅਦ ਫੈਸਲੇ ਔਰ ਇਹਨਾਂ ਤੋਂ ਬਾਅਦ ਫੈਸਲਿਆਂ ਦੇ ਵਿੱਚ ਵੀ ਫਰਕ ਹੋਣਾ ਚਾਹੀਦਾ। ਬਿਲਕੁਲ, ਆਪਾਂ ਕਹਿੰਦੇ ਕਿ ਅਕਾਲ ਚਲਾਣਾ ਨਹੀਂ ਆ, ਇਹ ਕੋਈ ਨੈਚੁਰਲ ਡੈਥ ਨਹੀਂ ਆ। ਕਈ ਕਿਸਾਨਾਂ ਦੀ ਨੈਚੁਰਲ ਡੈਥ ਵੀ ਹੋਈ ਆ ਉੱਥੇ ਜਿਹੜੇ ਬੈਠੇ ਨੇ ਕਿਸਾਨੀ ਧਰਨੇ ਦੇ ਉੱਤੇ। ਇਹ ਅਕਾਲ ਚਲਾਣਾ ਨਹੀਂ ਆ, ਇਹ ਕਤਲ ਆ ਸਪਸ਼ਟ ਰੂਪ ਦੇ ਵਿੱਚ। ਇਹ ਕਤਲ ਜਿਹੜੇ ਚੜ੍ਹਦੀ ਉਮਰ ਦੇ ਨੌਜਵਾਨ ਨੇ, 2 ਉਹਨਾਂ ਦੇ ਵਿੱਚ, ਇੱਕ 19 ਸਾਲ ਦਾ, ਇੱਕ 20 ਸਾਲ ਦਾ, ਇੱਕ 35 ਸਾਲ ਦਾ, ਇੱਕ ਬਜ਼ੁਰਗ ਨੇ। ਬਜ਼ੁਰਗ ਇਹ ਥੋੜੀ ਕਿ ਉਹਨਾਂ ਨੂੰ ਕੋਈ ਘਰੋਂ ਕੱਢਿਆ ਵੱਢਿਆ ਹੋਇਆ ਜਾ, ਉਹ ਬਜ਼ੁਰਗ ਉਹ ਇੱਕ ਹਿੱਸਾ ਨੇ ਇਸ ਪ੍ਰੋਟੈਸਟ ਦਾ, ਉਹ ਇੱਕ ਪੰਜਾਬੀ ਸੱਭਿਅਤਾ ਦਾ, ਇੱਕ ਸਿੱਖ ਸੱਭਿਅਤਾ ਦੀ ਉੱਥੇ ਨਿਸ਼ਾਨੀ ਨੇ। ਜਿਹੜੇ ਖੜੇ ਨੇ, ਬੈਠੇ ਨੇ, ਉਹ ਸ਼ੇਰਾਂ ਨੂੰ ਮਾਰ ਕੇ ਉਹਨਾਂ ਨੇ ਜ਼ਮੀਨਾਂ ਇਹ ਆਪਣੇ ਵਾਹੀਯੋਗ ਬਣਾਈਆਂ ਹੋਈਆਂ ਨੇ, ਉਹ ਉਸ ਸੱਭਿਅਤਾ ਦਾ ਹਿੱਸਾ ਨੇ। ਉਹਨਾਂ ਨੂੰ ਭੰਗ ਦੇ ਪਹਾੜੇ ਕੋਈ ਮਾਰ ਕੇ ਤੁਰ ਜਾਵੇ ਤੇ ਤੁਸੀਂ ਉਹਨਾਂ ਦਾ ਮੁੱਲ ਪਾ ਕੇ ਆ ਜਾਵੋ, ਇਹ ਗੱਲ ਨਹੀਂ ਬਣਦੀ। ਅੱਗੇ ਆਪਾਂ ਥੋੜਾ ਜਿਹਾ ਹਰਵਿੰਦਰ ਸਿੰਘ ਜੀ। ਹਾਂਜੀ, ਮੈਂ ਗੁਰਤੇਜ ਸਿੰਘ ਇਹਦੇ ਵਿੱਚ ਜਸਵੀਰ ਭਾਜੀ ਦੀ ਗੱਲ ਦੇ ਵਿੱਚ ਹੀ ਮੈਂ ਥੋੜਾ ਜਿਹਾ ਐਡ ਕਰਨਾ ਚਾਹਾਂ, ਮਾਫੀ ਚਾਹੁੰਦਾ। ਜਸਵੀਰ ਸਿੰਘ ਮੈਨੂੰ ਲੱਗਦਾ ਨਾਲ ਉਹ ਬੱਚੀ ਨੂੰ ਸਹਿਜ ਹੋ ਰਿਹਾ ਥੋੜਾ, ਬੱਚੀ ਕਰਕੇ ਤੁਸੀਂ ਬੱਚੀ ਦੇ ਕਿਹਨਾਂ ਦਰਸ਼ਨ ਕਰਾ ਦਿਓ ਜੀ, ਮੈਨੂੰ ਲੱਗਦਾ ਜਸਵੀਰ ਸਿੰਘ ਜੀ ਦੇ ਨੇੜੇ। ਕੋਈ ਨਹੀਂ। ਹਾਂਜੀ ਹਾਂਜੀ ਪੁੱਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੂੰ ਮੈਨੂੰ ਦਿਖਾਈ ਨਹੀਂ ਦੇ ਰਹੇ ਸੀ। ਹਾਂਜੀ, ਹੁਣ ਜਸਵੀਰ ਭਾਜੀ ਦਾ ਮਾਈਕ ਬੋਲ ਰਹੇ ਨੇ, ਪਰ ਉਹਨਾਂ ਦਾ ਮਾਈਕ ਜਿਹੜਾ ਨਹੀਂ, ਹੁਣ ਆਪਾਂ ਉਹਨਾਂ ਨੂੰ ਦੇਖ ਗਏ ਉਹਨਾਂ ਨੂੰ। ਹਾਂਜੀ। ਤਾਂ ਉਹ ਇਸ ਵਕਤ ਕੀ ਹੈ, ਸਵੇਰੇ ਸਵੇਰੇ ਕਿਉਂਕਿ ਘਰ ਦੇ ਕੰਮਕਾਜ ਵੀ ਸਾਰੇ ਹੁੰਦੇ ਆ,
ਤੇ ਹਾਂਜੀ। ਸਾਰਾ ਘਰ ਪਰਿਵਾਰ। ਤਾਂ ਮੈਂ ਜਦੋਂ ਕੱਲ ਵੀ ਇਹਨੂੰ ਜਦੋਂ ਖਿਡਾਉਂਦਾ ਸੀ ਤਾਂ ਮੈਨੂੰ ਸਮਾਂ ਜਦੋਂ ਯੂਪੀ ਵਾਲੀਆਂ ਤਸਵੀਰਾਂ ਆਈਆਂ ਨਾ ਸਾਡੇ ਸਾਹਮਣੇ, ਕਿਵੇਂ 19 ਹਾਂਜੀ। ਸਾਲਾਂ ਦਾ ਜਿਹੜਾ ਕਿ ਉਹ ਵੀਰ ਹੈ ਜਿਹਦੀ ਮੌਤ ਹੋਈ ਹੈ ਸਿੱਖ ਪਰਿਵਾਰ ਚੋਂ, ਹਾਂਜੀ। 2 ਭੈਣਾਂ ਹੁੰਦੀਆਂ। ਤਾਂ ਸੱਚੀ ਮੁੱਚੀ ਇਹ ਕੁਰਬਾਨੀਆਂ ਨੂੰ ਜਦੋਂ ਅਸੀਂ ਇਹ ਕਹਿੰਦੇ ਨਹੀਂ ਜੀ ਇੱਥੇ ਧਰਮ ਦੀ ਗੱਲ ਨਾ ਕਰੋ, ਕੌਮ ਦੀ ਗੱਲ ਕਿਉਂ ਨਾ ਕਰੀਏ ਬਈ, ਉਹਨਾਂ ਨੇ ਤਾਂ ਚੁਣ ਕੇ ਮਾਰੇ ਆ, ਉਹਨੂੰ ਪਤਾ ਸੀ ਵੀ ਬਿਲਕੁਲ। ਅਗਲੇ ਪਾਸੇ ਕੌਣ ਖਲੋਤੇ ਆ। ਤੇ ਜਿਵੇਂ ਸਾਡੇ ਬੱਚੇ ਆ, ਹੁਣ ਮੈਂ ਇਹਨੂੰ ਕਿੰਨਾ ਪਿਆਰ ਕਰਦਾ, ਉਹਨਾਂ ਦੀ ਮਾਵਾਂ ਜਿਹੜੀਆਂ ਕੱਲ ਮਾਤਾ ਦੇ ਗਾਤਰਾ ਪਾਇਆ ਹੋਇਆ ਲਾਸ਼ਾਂ ਦੇ ਕੋਲ ਬੈਠੀਆਂ ਵਿਚਾਰੀਆਂ, ਹਨਾ, ਕਿਉਂਕਿ ਕੌਮ ਆਗੂ ਹੀ ਨਹੀਂ ਹੈ। ਜੇ ਉੱਥੇ ਹੁੰਦਾ ਹੋ ਜਾ ਆਗੂ, ਮਸਲਾ ਥੋੜਾ ਚੁਟਕੀ 'ਚ ਹੱਲ ਹੁੰਦਾ, ਚੁਟਕੀ 'ਚ ਹੱਲ ਕਿਉਂ ਨਾ ਹੁੰਦਾ। ਪਰ ਇੱਥੇ ਲਾਸ਼ਾਂ ਦੇ ਅਸੀਂ ਢੇਰ ਲਵਾਈ ਬੈਠੇ ਆ। ਜਦੋਂ ਕੋਈ ਨਵਾਂ ਮਰਦਾ ਫਿਰ ਪੈਸੇ ਸਰਕਾਰ ਤੋਂ ਮੰਗ ਲੈਂਦੇ ਆ, ਔਰ ਹਾਂਜੀ ਇੰਨਾ ਕੰਪਨਸੇਸ਼ਨ ਦੇ ਦਿਓ ਜੀ, ਇੱਕ ਨੌਕਰੀ ਦੇ ਦਿਓ, ਹੱਕ ਮੰਗੋ, ਰਹਿਤਾ ਕਿਉਂ ਮੰਗਦੇ ਹੋ ਤੁਸੀਂ। ਤਾਂ ਮੈਨੂੰ ਇਹ ਲੱਗਦਾ ਵੀ ਜਿਵੇਂ ਅਸੀਂ ਪਰਿਵਾਰਾਂ ਨੂੰ ਪਿਆਰ ਕਰਦੇ, ਉਹ ਵੀ ਤਾਂ ਪਰਿਵਾਰਾਂ ਨੂੰ ਪਿਆਰ ਕਰਦੇ, ਪਰ ਸੰਘਰਸ਼ ਦੇ ਵਿੱਚ ਉਹਨਾਂ ਨੇ ਜਾਨਾਂ ਵਾਰੀਆਂ। ਤੇ ਕਮ ਸੇ ਕਮ ਬਿਲਕੁਲ ਜੀ। ਫੈਸਲੇ ਉਸ ਤਰ੍ਹਾਂ ਦੇ ਹੋਣੇ ਚਾਹੀਦੇ, ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਮੱਚਦੇ ਕਾਲਜ, ਤੇ ਠੰਡ ਤੇ ਪਵੇ ਥੋੜਾ ਬਹੁਤਾ, ਵੀ ਉਹਨਾਂ ਦੇ ਪੁੱਤ ਜਦੋਂ ਜਵਾਕ ਵੱਡੇ ਹੋਣਗੇ ਕਹਿਣ ਵੀ ਸਾਡੇ ਵੱਡੇ ਗਏ ਸੀ, ਸਾਡੇ ਵੀਰ ਭਾਈ ਚਾਚਾ ਪਿਓ ਸਾਡਾ ਗਿਆ ਸੀ, ਉਹ ਕਿਹੜੇ ਸੰਘਰਸ਼ ਗਿਆ ਸੀ, ਔਰ ਕੀ ਪ੍ਰਾਪਤੀ ਹੋਈ। ਇਹ ਥੋੜੀ ਪ੍ਰਾਪਤੀ 25 ਲੱਖ ਰੁਪਈਆ ਸੀ ਉਹ ਖਰਚ ਲਿਆ ਸੀ ਜਾਂ ਕੀ। ਜੀ, ਇੱਥੇ ਆਪਾਂ ਹਰਵਿੰਦਰ ਸਿੰਘ ਜੀ ਵੀਡੀਓ ਦਿਖਾਉਣੇ ਆ ਜਿਹੜੀ ਜਸਵੀਰ ਸਿੰਘ ਨੇ ਗੱਲ ਕੀਤੀ ਨੇ ਕਿ ਉਹਨਾਂ ਨੂੰ ਉਹ ਪਛਾਣ ਦਿਓ, ਜਿਹੜੀ ਪਛਾਣ ਦੇ ਉਹ ਮਾਲਕ ਸੀ, ਉਹ ਸਿੱਖ ਪਰਿਵਾਰ ਦੇ ਵਿੱਚੋਂ ਸਿੱਖ ਭੈਣਾਂ ਭਰਾਵਾਂ ਦੇ ਭਰਾ ਸੀ। ਉਹ ਜਿਹੜੀ ਤਜਿੰਦਰ ਸਿੰਘ ਵਿਰਕ ਵਾਲੀ ਕਹਾਣੀ ਆ, ਕਿ ਤਜਿੰਦਰ ਸਿੰਘ ਵਿਰਕ ਦੇ ਬਾਰੇ ਹੁਣ ਮੀਡੀਆ ਤੇ ਆਪਾਂ ਇਦੋਂ ਅੱਗੇ ਗੱਲਬਾਤ ਕਰਦੇ ਹਾਂ। ਮੀਡੀਆ ਗਾ ਜਿਹੜਾ ਉਹ ਕਹਿ ਰਿਹਾ ਕਿ ਤਜਿੰਦਰ ਸਿੰਘ ਵਿਰਕ ਨੇ ਬੀਜੇਪੀ ਦੇ ਡਰਾਈਵਰ ਨੂੰ ਮਾਰਤਾ, ਉਹਨਾਂ ਨੇ ਪੱਤਰਕਾਰ ਮਾਰਤਾ, ਇਹ ਕਰਤਾ ਉਹ ਕਰਤਾ। ਪੱਤਰਕਾਰ ਦੇ ਪਰਿਵਾਰ ਕੀ ਕਹਿੰਦਾ, ਪੱਤਰਕਾਰ ਦਾ ਪਰਿਵਾਰ, ਉਹ ਤਾਂ ਆਪਾਂ ਤੁਹਾਨੂੰ ਦਰਸ਼ਕੋ ਇੱਕ ਵਾਰ ਫੇਰ ਦਿਖਾ ਦਿੰਦੇ ਹਾਂ। ਪਹਿਲਾਂ ਵੀ ਆਪਾਂ ਦਿਖਾਇਆ ਕਿ ਜਿਹੜੀ ਇਹ ਲਾਈਨ ਕ੍ਰਾਸ ਕੀਤੀ ਹੋਈ ਆ, ਤੁਸੀਂ ਤੇ ਪੜ੍ਹ ਸਕਦੇ ਹੋ। ਪੱਤਰਕਾਰ ਦੀ ਫੈਮਿਲੀ ਕਹਿੰਦੇ ਕਿ ਹਿਸ ਫੈਮਿਲੀ ਹਾਊਐਵਰ ਸੈਡ ਹੀ ਵਾਸ ਡੂਇੰਗ ਹਿਸ ਜੌਬ ਐਜ਼ ਏ ਰਿਪੋਰਟਰ ਐਂਡ ਅਕਿਊਜ਼ਡ ਮਿਸਰਾਜ ਸਨ ਆਸ਼ੀਸ਼, ਭਾਵ ਕਿ ਜਿਹੜਾ ਅਜੇ ਮਿਸ਼ਰਾ ਦਾ ਪੁੱਤਰ ਆ ਆਸ਼ੀਸ਼ ਆ, ਉਸ ਨੂੰ ਉਹਨਾਂ ਨੇ ਦੋਸ਼ੀ ਦੱਸਿਆ, ਆਪਣੇ ਪੁੱਤਰ ਦਾ ਕਾਤਲ ਦੱਸਿਆਗਾ, ਕਿਉਂਕਿ ਤੇ ਗੋਲੀ ਵੱਜੀ ਆ। ਕਿਸਾਨਾਂ ਕੋਲ ਤਾਂ ਉੱਥੇ ਹਥਿਆਰ ਹੀ ਨਹੀਂ ਸੀ। ਯੂਪੀ ਦੇ ਵਿੱਚ ਅਸਲਾ ਕਿਹਨੂੰ ਨਹੀਂ ਪਤਾ, ਕਿਹੜੇ ਪੰਜਾਬੀ ਨੂੰ ਨਹੀਂ ਪਤਾ ਕਿ ਯੂਪੀ ਦੇ ਵਿੱਚ ਅਸਲਾ ਬੜਾ ਆਮ ਮਿਲ ਜਾਂਦਾ। ਤੇ ਇਹ ਮੰਤਰੀ ਨੇ, ਇਹਨਾਂ ਕੋਲ ਤਾਂ ਖਾਸ ਹੋਊਗਾ, ਆਮ ਨਹੀਂ, ਇਹਨਾਂ ਕੋਲ ਤਾਂ ਹੋਰ ਖਾਸ ਹੋਊ, ਚਾਹੇ ਜੱਲ ਕੋਈ ਹੋਵੇ, ਉਹ ਅਸੀਂ ਕਨਫਰਮ ਨਹੀਂ ਕਰ ਸਕਦੇ। ਇਹ ਇਹਨਾਂ ਦਾ ਸਾਰਾ ਕੁਝ ਚਲਾਇਆ ਹੋਇਆਗਾ ਇਹ। ਉਹ ਗੋਲੀ ਹੈ ਜਿਹੜੀ ਡੈਫੀਨੇਟਲੀ ਉਹਨਾਂ ਤੋਂ ਹੀ ਵੱਜੀ ਹੋਊਗੀ। ਅਤੇ ਹੁਣ ਆਪਾਂ ਦਿਖਾਉਣੀ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਇਹਨਾਂ ਨੇ ਅਕਿਊਜ਼ ਕਰ ਰਿਹਾ ਮੀਡੀਆ ਕਿ ਤਜਿੰਦਰ ਸਿੰਘ ਵਿਰਕ ਹੋਰਾਂ ਨੇ ਮਾਰਿਆ। ਤਜਿੰਦਰ ਸਿੰਘ ਵਿਰਕ ਦੀ ਕੀ ਹਾਲਾਤ ਨੇ, ਕਿ ਤਜਿੰਦਰ ਸਿੰਘ ਵਿਰਕ ਨੇ ਪਹਿਲਾਂ ਕੁਝ ਕੀਤਾ, ਫਿਰ ਉਹਦੇ ਉੱਤੇ ਗੱਡੀ ਚੜਾਈ। ਤਜਿੰਦਰ ਸਿੰਘ ਵਿਰਕ ਨੂੰ ਤਾਂ ਉਹ ਅਦਮ ਹੋਇਆ ਕਰਕੇ ਉੱਥੇ ਸੁੱਟ ਗਏ ਨੇ। ਇਹ ਜਿਹੜੀ ਤੁਸੀਂ ਵੀਡੀਓ ਦੇਖੋ ਦਰਸ਼ਕੋ, ਅੱਗੇ ਭਾਜੀ ਦੇ 15 ਬੰਦੇ ਥੱਲੇ ਦੇ ਉੱਤੇ, ਮੋਨੂ ਨੇ 15 ਮੁੰਡੇ ਥੱਲੇ ਦੇ ਉੱਤੇ, ਭਾਜੀ ਦਾ ਸੱਟ ਲੱਗੀ ਵੀਰ ਜੀ, ਉਹ ਪਾਣੀ ਲਿਆ, ਪਾਣੀ, ਗੱਡੀ ਪਲਟ ਗਈ ਭਾਜੀ। ਸੋ ਇਹ ਨੇ ਤਜਿੰਦਰ ਸਿੰਘ ਵਿਰਕ, ਜਿਸ ਜ਼ਖਮੀ ਹਾਲਤ ਦੇ ਵਿੱਚ ਉਹ ਬੈਠੇ ਨੇ। ਉਹ ਕਿਹਨੂੰ ਮਾਰ ਲੈਣਗੇ, ਉਹ ਕਿਹਦੇ ਸੋਟੀ ਮਾਰ ਲੈਣਗੇ। ਉਹ ਖੂਨੋ ਖੂਨੀ ਹੋਏ ਬੈਠੇ ਨੇ। ਉਦੋਂ ਬਾਅਦ ਦੇ ਵਿੱਚ ਉਹਨਾਂ ਨੂੰ ਪਹਿਲਾਂ ਯੂਪੀ ਦੇ ਕਿਸੇ ਹਸਪਤਾਲ ਦੇ ਵਿੱਚ ਕਰਿਆ, ਪਰ ਉਹਨਾਂ ਦਾ ਟ੍ਰੀਟਮੈਂਟ ਨਹੀਂ ਹੋ ਸਕਿਆ। ਫਿਰ ਉਹਨਾਂ ਨੂੰ ਸ਼ਾਇਦ ਦਿੱਲੀ ਭੇਜਿਆ ਗਿਆ, ਜਿੰਨੀ ਸਾਡੇ ਕੋਲ ਹਜੇ ਤੱਕ ਸੂਚਨਾ ਗਈ। ਤੋ ਇਹਨਾਂ ਨੂੰ ਮੀਡੀਆ ਵਾਰ-ਵਾਰ ਕਹਿ ਰਿਹਾ ਕਿ ਇਹਨਾਂ ਨੇ ਮਾਰਿਆ। ਅਗਲੀ ਗੱਲ ਆ ਹੁਣ ਜਿਹੜੀ ਮੈਂ ਤਸਵੀਰ ਦਿਖਾਉਣ ਜਾ ਰਿਹਾ, ਡੀਹਿਊਮਨਾਈਜ਼ ਕਰਨਾ। ਇਹ ਗ੍ਰੈਗਰੀ ਐਟ ਸਟੈਂਟਨ ਦੀ ਆਪਾਂ ਫੇਰ ਗੱਲ ਕਰਦੇ ਹਾਂ, ਜਿਹਨੇ ਜੈਨੋਸਾਈਡ ਦੀਆਂ ਸਟੇਜਸ ਲਿਖੀਆਂ ਨੇ, ਕਿ ਡੀਹਿਊਮਨਾਈਜ਼ ਕਰ ਦਿਓ, ਕਿ ਇਹ ਕਹਿ ਦਿਓ ਕਿ ਇਹ ਤਾਂ ਮਰਨ ਦੇ ਲਾਇਕ ਹੀ ਨੇ, ਇਹ ਤਾਂ ਕੀੜੇ ਮਕੌੜੇ ਆ। ਹੁਣ ਜਿਹੜੇ ਬੀਜੇਪੀ ਦੇ ਲੀਡਰ ਨੇ, ਜਿਨ੍ਹਾਂ ਨੂੰ ਹਿੰਦੂਤਵਾ ਦਾ ਹੰਕਾਰ, ਜਿਨ੍ਹਾਂ ਦਾ 7ਵੇਂ ਅਸਮਾਨ ਦੇ ਉੱਤੇ ਚੜਿਆ ਹੋਇਆ ਹੈਗਾ, ਉਹ ਕਹਿ ਰਹੇ ਨੇ ਕਿ ਇਹ ਤਾਂ ਜੀ ਬੱਬਰ ਖਾਲਸਾ ਵਾਲੇ ਆ, ਇੱਕ ਇਹ ਪੱਤਰਕਾਰ ਆ ਬਾਂਦਰ ਮੂੰਹਾਂ ਜਿਹਾ, ਮੈਨੂੰ ਸ਼ਬਦ ਵਰਤਣਾ ਨਹੀਂ ਚਾਹੀਦੇ, ਪਰ ਉਹਦਾ ਮੂੰਹ ਹੀ ਬਾਂਦਰ ਵਰਗਾ ਆ। ਨਿਊਜ਼ 18 ਦਾ ਜਾਂ ਜਸਵੀਰ ਸਿੰਘ ਜਾਂ ਕਿਹੜੇ ਦਾ? ਨਿਊਜ਼ 18 ਦਾ ਅਮਨ ਚੋਪੜਾ ਜੀ। ਹਾਂ, ਅਮਨ ਚੋਪੜਾ। ਉਹ ਕਹਿ ਰਿਹਾ ਕਿ ਇਹ ਕਿਸਾਨ, ਜਦ ਭਿੰਡਰਾਂ ਵਾਲੇ ਸੰਤਾਂ ਦਾ ਉਹ ਨਾਮ ਮੈਂਸ਼ਨ ਕਰ ਰਿਹਾ ਇਸ ਟੀ-ਸ਼ਰਟ ਕਰਕੇ, ਉਹਨੇ ਫੋਟੋ ਤਾਂ ਨਹੀਂ ਪਾਈ ਕਿ ਇਹ ਕਿਸਾਨ ਨੇ ਜਾਂ ਭਿੰਡਰਾਂ ਵਾਲੇ ਦੇ ਸਮਰਥਕ ਨੇ, ਕੋਈ ਸਮਥਿੰਗ ਇਦਾਂ ਵਾਲੇ ਦਾ ਉਹ ਇਦਾਂ ਦਾ ਕੁਝ ਉਹਨੇ ਕਮੈਂਟ ਕੀਤਾਗਾ। ਸੋ ਭਾਵ ਕਿ ਡੀਹਿਊਮਨਾਈਜ਼ ਕਰਨਾ, ਵੀ ਜੇ ਕੋਈ ਸੰਤ ਭਿੰਡਰਾਂ ਵਾਲਿਆਂ ਦਾ ਸਪੋਰਟਰ ਆ ਕਿ ਉਹਨੂੰ ਤਾਂ ਫਿਰ ਮਾਰਨਾ ਜਾਇਜ਼ ਆ, ਭਾਵ ਕਿ ਉਹਨਾਂ ਤੇ ਗੱਡੀ ਚੜਾਉਣੀ ਜਾਇਜ਼ ਆ। ਤੇ ਇਹ ਬੱਬਰ ਖਾਲਸਾ ਵਾਲੇ ਆ, ਇਹਨਾਂ ਦੇ ਉੱਤੇ ਗੱਡੀਆਂ ਚੜਾਉਣੀਆਂ ਜਾਇਜ਼ ਨਹੀਂ। ਉਹਨਾਂ ਦਾ ਕਹਿਣ ਦਾ ਮਤਲਬ ਇਹੀ ਆ, ਇਹ ਜੈਨੋਸਾਈਡ ਦੀਆਂ ਸਟੇਜਸ ਦੇ ਵਿੱਚ ਡੀਹਿਊਮਨਾਈਜ਼ ਕਰ ਦੇਣਾ, ਬੰਦੇ ਨੂੰ ਕਹਿ ਦੇਣਾ ਕਿ ਤੂੰ ਤਾਂ ਇਨਸਾਨ ਹੀ ਨਹੀਂ ਆ। ਇਹ ਮੀਡੀਆ ਵਰਤਾਂਤ ਆ ਜਿਹੜਾ ਘੜ ਰਿਹਾ। ਸਣੇ ਪੰਜਾਬ ਦੇ ਮੀਡੀਆ, ਇੱਥੋਂ ਤੱਕ ਕਿ ਅਜੀਤ ਨੇ ਵੀ ਇਹੋ ਹੀ ਲਾਇਆ ਕਿ ਇੱਕ ਵੱਡਾ ਸਾਰਾ ਉੱਥੇ ਹੱਲਾ ਗੋਲਾ ਹੋਇਆ ਤੇ 8 ਜਣੇ ਮਾਰੇ।
ਤੇ ਕਿਸਾਨੋਂ ਕਾ ਉਦਰਬ ਜਿਹੜਾ ਕਹਿੰਦੇ ਹੁੰਦੇ ਆ ਹਿੰਦੀ ਦੇ ਵਿੱਚ, ਉਪਦਰਵ, ਇਹ ਅਮਰ ਉਜਾਲਾ ਲਾ ਰਿਹਾਗਾ ਕਿ ਕਿਸਾਨੋਂ ਕਾ ਉਪਦਰਵ, 8 ਜਾਣੇ ਉੱਥੇ ਮਾਰੇ ਗਏ। ਇਹ ਮੀਡੀਆ ਦੀ ਹਸਤੀ ਆ ਜਿਹੜੀ ਅੱਜ ਚਿੱਟੇ ਦਿਨ ਵਰਗੀ ਜਿਹੜੀ ਘਟਨਾ, ਜਿਹਨੂੰ ਇੱਕ ਨਿੱਕੀ ਜੀ ਵੀਡੀਓ ਕਲਿੱਪ ਦੀ ਉਹ ਐਕਸਪਲੇਨ ਕਰ ਰਹੀ ਹੈ, ਜਿਹੜੀ ਆਪਾਂ ਫੇਰ ਦਰਸ਼ਕੋ ਚਲਾਉਣੇ ਆ। ਉਸ ਤੋਂ ਬਾਅਦ ਫਿਰ ਆਪਾਂ ਮੀਡੀਆ ਦੀ ਜਿਹੜੀ ਕਾਰਜਕਾਰੀ ਆ ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਮੈਂ ਇੱਕ ਵਾਰ ਵੀਡੀਓ ਚਲਾਉਣੀ ਚਾਹੁੰਦਾ ਜਿਸ ਦੇ ਵਿੱਚ ਗੱਡੀ ਚੱਲਦੀ ਆ। ਇਹ ਦੇਖੋ ਕਿ ਕਿੰਨੇ ਆਰਾਮ ਨਾਲ ਜਾ ਰਹੇ ਨੇ। ਹੁਣ ਕਿਸੇ ਬੰਦੇ ਨੂੰ ਪਤਾ ਹੋਵੇ ਕਿ ਸਾਡੇ ਪਿੱਛੇ ਗੱਡੀ ਆ ਰਹੀ ਹੈ ਜਾਂ ਅਸੀਂ ਉਹਦੇ ਰੋੜਾ ਮਾਰਨਾ, ਕੋਈ ਇਸ ਤਰੀਕੇ ਨਾਲ ਤੁਰ ਪਊਗਾ? ਬਾਪੂ ਜੀ ਬਜ਼ੁਰਗ ਜਿਨ੍ਹਾਂ ਦੇ ਜਿਹੜੇ ਹਰੀ ਪੱਗ ਵਾਲੇ ਤੁਸੀਂ ਦੇਖ ਰਹੇ ਹੋ ਇੱਥੇ, ਜਿਨ੍ਹਾਂ ਨੂੰ ਉਹ ਗੱਡੀ ਚੱਕੂ, ਜਿਵੇਂ ਪਿੰਡਾਂ ਦੇ ਵਿੱਚ ਆਪਾਂ ਦੇਖੇ ਨੇ ਭੂਸਰਿਆ ਢੱਠਾ ਆਉਂਦਾ ਹੁੰਦਾ, ਕੋਈ ਪਿੱਛੋਂ ਆ ਕੇ ਪੈ ਜਾਂਦਾ, ਉਹਨਾਂ ਨੂੰ ਜਮਾਂ ਜਦੋਂ ਕੋਲ ਆਉਂਦੀ ਆ ਉੱਥੇ ਉਹਨਾਂ ਦੇ ਵੱਜਦੀ ਆ, ਤੇ ਉਦੋਂ ਬਾਅਦ 'ਚ ਉਹਨਾਂ ਦੀ ਪੱਗ ਲੈਂਦੀ ਆ, ਤੇ ਉਦੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ 3 ਹੋਰ ਜਾਣੇ ਆ ਜਿਹੜੇ ਉਹ ਸ਼ਹੀਦ ਹੋ ਜਾਂਦੇ। ਵੀਡੀਓ ਥੋੜੀ ਰੁਕ ਕੇ ਚੱਲ ਰਹੀ ਆ, ਪਰ ਆਪਾਂ ਜਿਹੜੀ ਗੱਲ ਤੁਹਾਨੂੰ ਦੱਸਣੀ ਚਾਹੁੰਦੇ ਸੀ ਗੁਰਤੇਜ ਸਿੰਘ, ਇਹਦੇ ਤੇ ਮੈਂ ਇਸ ਵੀਡੀਓ ਤੇ ਕਮੈਂਟ ਕਰਨਾ ਚਾਹਾਂਗਾ। ਬਾਅਦ ਦੇ ਵਿੱਚ ਮੈਂ ਥੋੜਾ ਜਿਹਾ ਜਸਵੀਰ ਭਾਈ ਜਿਹੜੀ ਪਹਿਲਾਂ ਗੱਲ ਕੀਤੀ ਸੀਗੀ ਉਹਦੇ ਤੇ ਥੋੜੀ ਜਿਹੀ ਮਤਲਬ ਉਸ ਦੇ ਥੋੜੀ ਜਿਹੀ ਐਲੈਬੋਰੇਟ ਉਹਨੂੰ ਵੀ ਕਰਨਾ ਚਾਹਾਂਗਾ। ਇਹ ਤੁਸੀਂ ਵੀਡੀਓ ਵੇਖੋ, ਇਹ ਉਹ ਸ਼ਾਇਦ ਆਪਣੇ ਕੋਲ ਵੀਡੀਓ ਮੈਨੂੰ ਵੀ ਸਵੇਰੇ ਯਾਦ ਨਹੀਂ ਰਿਹਾ, ਕਿਉਂਕਿ ਉਹਨੂੰ ਮੈਂ ਡਾਊਨਲੋਡ ਕਰਕੇ ਤੁਹਾਨੂੰ ਭੇਜ ਦਿੰਦਾ। ਇੱਕ ਆਜ ਤੱਕ ਦੇ ਉੱਤੇ ਇਹ ਜਿਹੜਾ ਮਨੂ ਮਿਸ਼ਰਾ ਹੈ, ਜਿਹੜਾ ਉਹਦੀ ਛੋਟੀ ਜਿਹੀ ਇੱਕ ਕਲਿੱਪ ਹੈ, ਉਹਨੂੰ ਕੋਈ ਪੱਤਰਕਾਰ ਆਜ ਤੱਕ ਦਾ ਸਵਾਲ ਪੁੱਛਣ ਡਿਆ, ਤੇ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਜਿਹੜੀ ਗੱਡੀ ਸੀਗੀ ਥਾਰ, ਉਹਨੂੰ ਜਿਹੜੇ ਨੇ ਉਹ ਵੱਟੇ ਵੱਜੇ ਨੇ, ਤੇ ਮੇਰੇ ਖਿਆਲ ਉਹਨੇ ਕਿਹਾ ਵੀ ਵਿੰਡ ਸਕਰੀਨ ਜਿਹੜੀ ਹੈ ਉਹ ਤੋਂ ਵੱਟਾ ਵੱਜ ਗਿਆ ਤੇ ਉਹਨੂੰ ਵੱਜਿਆ, ਤੇ ਤਾਂ ਕਰਕੇ ਜਿਹੜੀ ਹੈ ਉਹ ਜੀਪ ਬੇਕਾਬੂ ਹੋ ਗਈ। ਇੱਥੇ ਸ਼ਾਇਦ ਇਹਦੇ ਵਿੱਚ ਆਪਣੇ ਵੇਖਣ ਵਾਲਿਆਂ ਨੂੰ ਇਹ ਸਾਫ਼ ਜਿਹੜੀ ਤਸਵੀਰ ਨਹੀਂ ਦਿਖੀ ਹੋਗੀ, ਪਰ ਤੁਸੀਂ ਵੇਖ ਲਓ ਬਿਲਕੁਲ ਵਿੰਡ ਸਕਰੀਨ ਜਿਹੜਾ ਉਹਦੇ ਉੱਤੇ ਕੋਈ ਐਵੇਂ ਦਾ ਨਿਸ਼ਾਨ ਨਹੀਂ, ਕੋਈ ਭੱਜੀ ਨਹੀਂ ਗਈ ਉਹ। ਹਾਂ, ਉਹਦੀ ਜਿਹੜੀ ਪਾਸੇ ਵਾਲੀ ਬਾਰੀ ਸ਼ੀਸ਼ਾ ਸ਼ਾਇਦ ਜ਼ਰੂਰ ਉਹ ਖੁੱਲਾ ਹੋਇਆ, ਪਰ ਵਿੰਡ ਸਕਰੀਨ ਦੇ ਵਿੱਚ ਉਹ ਤੁਸੀਂ ਉਹ ਵੇਖਿਓ ਉਹ ਵੀਡੀਓ, ਉਹਦੇ ਵਿੱਚ ਉਹ ਸਾਫ਼ ਲੱਗਦਾ ਹੈ ਉਹਨੂੰ ਮੁੜਕਾ ਰਿਹਾ ਬਾਰ-ਬਾਰ, ਉਹਨੂੰ ਉਹਦੇ ਚਿਹਰੇ ਦੇ ਉੱਤੇ, ਤੇ ਉਹਦੇ ਤੋਂ ਸਾਫ਼ ਜ਼ਾਹਿਰ ਹੋ ਰਿਹਾ ਕਿ ਉਹ ਜਿਹੜਾ ਹੈ ਉੱਥੇ ਝੂਠ ਬੋਲ ਰਿਹਾ ਹੈ। ਤੇ ਦੂਜੀ ਗੱਲ ਜਿਹੜੀ ਜਸਵੀਰ ਭਾਜੀ ਮੈਂ ਆਡੀਓ ਸੁਣਾ ਦਿੰਦਾ ਜਿਹੜੀ ਤੁਸੀਂ ਗੱਲ ਕਹੀ ਆ। ਦਰਸ਼ਕੋ, ਮੈਂ ਕੋਸ਼ਿਸ਼ ਕਰੀਏ ਲੱਭਣ ਦੀ, ਇਹਨੂੰ ਆਪਾਂ ਕਹਿੰਦੇ ਕਿ ਬਾਹਲਾ ਆਪਾਂ ਪ੍ਰੋਫੈਸ਼ਨਲੀ ਤਾਂ ਨਹੀਂ, ਪਰ ਤੁਹਾਨੂੰ ਆਡੀਓ ਜ਼ਰੂਰ ਸੁਣਾ ਦਿੰਦੇ ਕਿਉਂਕਿ ਇੱਥੇ प्रोफेशनलिज्म वाला चाहिए भी नहीं होता जो सानू तथ्यां दी लोड़ होवे। किसान कहते हैं वो लोग भाई साहब आक्रमण किए, उसमें मेरी एक महिंद्रा थार गाड़ी थी, एक फॉर्च्यूनर थी कारकर्ता की, और एक छोटी कार थी। तो उसमें उन्होंने पत्थर सीधे ड्राइवर को मारा। मेरा ड्राइवर जिसका नाम हरिओम मिश्रा है, उसकी मौके पर उन्होंने पत्थर मारा, लाठी मारी, भगवान जाने क्या किया, उसके सर पर लगा। वो गाड़ी ले जा करके डिसबैलेंस हुई, पता नहीं कहाँ घुसा जा करके। उसमें जो भी लोग पथराव कर रहे थे, जो भी घटना हुई उसमें वो लोग गाड़ी के नीचे आए, परंतु ड्राइवर को तुरंत उन्होंने निकाला। हालांकि मेरी समझ से ड्राइवर वो समाप्त हो चुका था, उसको फिर लाठी से मार रहे हैं। वो वीडियो शायद आप ही लोगों ने भी चलाया है, उसको लाठियों से मार रहे हैं। वो मतलब क्या कहा जाए। और 4 से 5 कार्यकर्ता हमारे मृत्यु को प्राप्त हो गए हैं, 2-3 कार्यकर्ता मिल नहीं रहे हैं। और कहा जा रहा है कि आपने फायरिंग भी करवाई वहां पर। वैसा फायरिंग अब हमने क्या कराई, अब हम ये तो फायरिंग जो हमारे कुछ एक कार्यकर्ता हैं जिनको बता रहे हैं तलवार लगी, कुछ एक कार्यकर्ता हैं जिनको लाठियों से पीटा जा रहा है। और मान लीजिए अगर फायरिंग वाली भी बात आप सोचो, तो अगर हमको आक्रमण करना होता या कोई घटना कर रही होती तो 3 वाहन लेके भाई साहब कौन जाता है माला गुलाब लेके घटना करने। अच्छा, ਇੱਥੇ ਹਰਵਿੰਦਰ ਸਿੰਘ ਦੇਖੋ ਕਿ ਇਹ ਕਹਿੰਦਾ ਜੀ ਸਾਡੇ ਸਾਰੇ ਬੰਦੇ ਉੱਥੇ ਮਾਰੇ ਗਏ ਜਾਂ ਕੁਝ ਦਾ ਪਤਾ ਨਹੀਂ ਲੱਗ ਰਿਹਾ। ਕਿ ਤੈਨੂੰ ਸਾਰੀ ਇਹ ਗੱਲਬਾਤ ਦਾ ਕਿੱਥੋਂ ਪਤਾ ਲੱਗਿਆ? ਨਹੀਂ ਭਾਜੀ, ਗੁਰਤੇਜ ਭਾਜੀ ਇੱਥੇ ਇੱਕ ਤਾਂ ਇਹ ਨੁਕਤਾ ਬਣਦਾ ਇਹਦੇ ਚ। ਨਹੀਂ ਇੱਥੇ ਨੁਕਤਾ ਫੜਨ ਵਾਲਾ ਨਾ, ਇੱਥੇ ਨੁਕਤਾ ਫੜਨ ਵਾਲਾ ਜਿਹੜਾ ਬਿਰਤਾਂਤ ਇੱਥੇ ਰਚਿਆ ਜਾ ਰਿਹਾ ਉਹਨੂੰ ਉਸ ਦੇ ਨੁਕਤੇ ਦੀ ਗੱਲਬਾਤ ਚੋਂ ਉਸ ਨੁਕਤੇ ਨੂੰ ਫੜੋ ਤੁਸੀਂ। ਉੱਥੇ ਜਿਹੜੇ ਉੱਥੇ ਵੀਰ ਆਪਣੇ ਭਰਾ ਜਿਹੜੇ ਸੰਘਰਸ਼ ਕਰਦੇ ਪਏ ਹਨ, ਜਿਹੜੇ ਉਸ ਮੌਕੇ ਤੇ ਮੌਜੂਦ ਸਨ, ਉਹਨਾਂ ਕਿਹਾ ਵੀ ਇਹ ਆਪ ਗੱਡੀ ਚਲਾ ਰਿਹਾ ਸੀ, ਪਹਿਲੀ ਗੱਲ। ਤੇ ਦੂਜੀ ਗੱਲ, ਇਹ ਜੀਪ ਦੇ ਵਿੱਚੋਂ ਆਪ ਭੱਜਾ, ਇਹਨੂੰ ਪੁਲਿਸ ਨੇ ਕਵਰ ਫਾਇਰ, ਇਹਨੇ ਗੋਲੀ ਮਾਰੀ ਹੈ। ਇੱਕ ਕਿਸਾਨ ਜਿਹੜਾ ਉਹ ਆਪਣਾ ਵੀਰ ਆਪਣਾ ਜਿਹੜਾ ਉਹ ਉੱਥੇ ਉਹਦੀ ਮੌਤ ਹੋ ਗਈ ਉਸੇ ਵਕਤ ਹੀ।
ਜੀ ਜਿਹਨੂੰ ਗੋਲੀ ਇਹਨੇ ਮਾਰੀ ਹੈ ਤੇ ਬਾਅਦ ਦੇ ਵਿੱਚ ਪੁਲਿਸ ਜਿਹੜੀ ਉਹਨੇ ਕਵਰ ਫਾਇਰ ਦਿੱਤਾ ਤੇ ਬਾਅਦ ਦੇ ਵਿੱਚ ਜਦੋਂ ਇਹ ਕਮਾਦ ਦੇ ਵਿੱਚ ਜਾ ਕੇ ਵੀ ਇਹਨਾਂ ਨੇ ਫਾਇਰਿੰਗ ਕੀਤੀ ਹੈ। ਅਸਲ ਦੇ ਵਿੱਚ ਇਹ ਸਾਰੀ ਗੱਲਬਾਤ ਦੇ ਵਿੱਚੋਂ ਇਹ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਇਹ ਜਿਹੜਾ ਬੰਦਾ ਹੈ ਉਸ ਵਕਤ ਮੌਕੇ ਤੇ ਮੌਜੂਦ ਹੀ ਨਹੀਂ ਸੀਗਾ। ਜੀ 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 ਹਾਂਜੀ, ਤੇ ਇਹ ਗੱਲ ਨੂੰ ਜਿਹੜੀ ਹੈ ਇੱਥੇ ਇਹਨੂੰ ਆਪਾਂ ਨੂੰ ਇਹਨੂੰ ਨੁਕਤੇ ਨੂੰ ਫੜਨ ਦੀ ਜ਼ਰੂਰਤ ਹੈ। ਇਹ ਅਸਲ ਦੇ ਵਿੱਚ ਤੁਸੀਂ ਜੇ ਇਹ ਪੂਰੀ ਖਬਰ ਦੇ ਥੱਲੇ ਜੋ ਲਿਖਿਆ ਆਉਂਦਾ ਉਹ ਪੜੋ। ਇਹ ਕਹਿੰਦਾ ਉਸ ਵਕਤ ਮੈਂ ਬਨਵਾਰੀਪੁਰ, ਸ਼ਾਇਦ ਜੇ ਮੈਂ ਨਾਂ ਸਹੀ ਲੈਂਦਾ ਹੋਵਾਂ ਉਸ ਪਿੰਡ ਜਾਂ ਸ਼ਹਿਰ ਦਾ, ਤੇ ਮੈਂ ਬਨਵਾਰੀਪੁਰ ਸੀ ਉਸ ਵਕਤ ਜਿਸ ਵਕਤ ਇਹ ਘਟਨਾ ਹੋਈ। ਤੇ ਜਦੋਂ ਚਸ਼ਮਦੀਦ ਜਿਹੜੇ ਉੱਥੇ ਆਪਣੇ ਸਿੱਖ ਜਿਹੜੇ ਭਰਾ ਸਨ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜੀ ਮੇਰੀ ਵੀ ਗੱਲਬਾਤ ਕਾਫੀ ਵੀਰਾਂ ਨਾਲ ਹੋਈ ਹੈ, ਇੱਥੇ ਵੀ ਹੋਈ। ਆਪਾਂ ਵੀ ਸੁਣਾ ਦਿੰਦੇ ਹਾਂ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਆਪਾਂ ਸੁਣਾ ਦਿੰਦੇ ਹਾਂ, ਮੇਰੇ ਕੋਲ है वो। लोग जाने लगे, भीड़ बिल्कुल रोड पे आ गई, तो उसी समय हमारे जो मेन लीडर थे तेजिंदर विर्क, उनके ऊपर पर्सनली अटैक करने के लिए जो उनकी प्लानिंग थी, जब वो बाहर निकले तो उनको ऊपर बताया गया पीछे से बैक साइड से नेपाल बॉर्डर की तरफ से फॉर्च्यूनर लगभग 40 से 50 की स्पीड में आई और पीछे सभी पुलिस, डीएम, एसपी सब उस साइड में थे। किसी ने कोई नहीं रोका, बैरिकेड लगी थी, हटा दी गई, गाड़ियां फुल स्पीड से आई, लोगों की पीठ थी पीछे से, जब वो गाड़ियां आई और लोगों के ऊपर चढ़ती गई, कुचलती गई, लोगों को पता ही नहीं लगा भी अचानक ये हो क्या गया है। जहां पर आकर बस खड़ी थी सरकारी और बैरिकेड लगा था, जहां पर बस उनकी गाड़ियां रुक गई। गाड़ियां से उतरने के बाद पर्सनली जहां पर 50 से 60 पुलिस वाले खड़े थे, जब वो मंत्री जी का बेटा उतरा उन्होंने उनको कवर किया और इस तरफ गन्ने की तरफ ले गए, और जब लोग पीछे भागे तो उन्होंने आगे से फायरिंग और आंसू गैस के गोले चलाए। तो अब इसकी भी जांच जरूरी है कि ਸੋ ਇਹ ਰਵੀਸ਼ ਕੁਮਾਰ ਹੋਰਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਕਲਿੱਪ ਚਲਾਈ ਆ। ਮਨਦੀਪ ਪੂਨੀਆ, ਜਸਵੀਰ ਸਿੰਘ ਜਾਣਦੇ ਨੇ, ਉਹ ਕਿਸਾਨੀ ਸੰਘਰਸ਼ ਦੇ ਵਿੱਚ ਕਾਫੀ ਵਧੀਆ ਰੋਲ ਰਿਹਾ ਮਨਦੀਪ ਪੂਨੀਆ ਉਹਨਾਂ ਦਾ, ਵਧੀਆ ਪੱਤਰਕਾਰੀ ਕਰਿਆ, ਇੱਥੋਂ ਤੱਕ ਉਹਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਟਾਰਚਰ ਵੀ ਕੀਤਾ ਗਿਆ। ਉਹਨਾਂ ਨੇ ਨਇਆ ਗਾਉਂ ਨਾਂ ਦਾ ਉਹਨਾਂ ਦਾ ਇੱਕ YouTube ਚੈਨਲ ਆ, ਫੇਸਬੁੱਕ ਵੀ ਆ, ਉੱਥੇ ਜਾ ਕੇ ਉਹਨਾਂ ਨੇ ਇਹ ਗਰਾਊਂਡ ਜ਼ੀਰੋ ਤੋਂ ਉਹਨਾਂ ਨੇ ਗੱਲਬਾਤ ਕੀਤੀ ਹੈ। ਜਿਹੜੇ ਨੌਜਵਾਨ ਉੱਥੇ ਖੜੇ ਸੀ ਉਸੇ ਜਗ੍ਹਾ ਦੇ ਉੱਤੇ ਖੜੇ ਨੇ, ਪਿੱਛੇ ਗੱਡੀ ਵੀ ਪਈ ਹੋਈ ਆ ਮੱਚੀ। ਉਹ ਨੌਜਵਾਨ ਕਹਿ ਰਿਹਾ, ਕਿਉਂਕਿ ਉਹ ਉਸ ਇਲਾਕੇ ਦੇ ਨੇ, ਉਹ ਜਾਣਦੇ ਨਹੀਂ ਕਿ ਇਹ ਆਸ਼ੀਸ਼ ਮਿਸ਼ਰਾ ਕੌਣ ਆ ਜਾਂ ਬੋਨੀ ਟੋਨੀ ਜੋ ਵੀ ਉਹਦਾ ਨਾਂ ਲੈਂਦੇ ਆ ਕਿ ਇਹ ਕੌਣ ਆ। ਉਹਨਾਂ ਨੇ ਉਹਨੂੰ ਦੇਖਿਆਗਾ, ਉਹਨੂੰ ਭੱਜਦਾ ਦੇਖਿਆ ਤੇ ਉਦੋਂ ਬਾਅਦ ਚ ਗੋਲੀਆਂ ਚਲਾਈਆਂ। ਉਸੇ ਗੋਲੀ ਦੇ ਵਿੱਚ ਹੀ ਜੋ ਉਹਨੂੰ ਸਾਨੂੰ ਸਮਝ ਆ ਰਹੀ ਆ ਮੋਟੀ ਮੋਟੀ ਗੱਲ ਕਿ ਪੱਤਰਕਾਰ ਦੇ ਗੋਲੀ ਵੀ ਲੱਗੀ ਹੋਊ, ਕਿਉਂਕਿ ਪੱਤਰਕਾਰ ਦਾ ਕੰਮ ਹੁੰਦਾ ਜਦੋਂ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਆ ਤੇ ਉਹ ਪਿੱਛੇ ਕਵਰ ਅਪ ਕਰਨ ਦੇ ਲਈ ਭੱਜਦਾਗਾ, ਉਹਦੀ ਡਿਊਟੀ ਆ, ਉਹਦੀ ਜ਼ਿੰਮੇਵਾਰੀ ਆ। ਸੋ ਉਸ ਦੇ ਵਿੱਚ ਹੀ ਗੋਲੀ ਜਦੋਂ ਚੱਲੀਆਂ ਗੋਲੀਆਂ, ਉਹਨਾਂ ਦੇ ਵਿੱਚੋਂ ਕੁਝ ਨੌਜਵਾਨਾਂ ਦੇ ਵੀ ਲੱਗੀਆਂ ਜਿਹੜੀਆਂ ਫੱਟੜ ਹੋਏ ਨੇ, ਕਿਉਂਕਿ ਉਹਨਾਂ ਦੀਆਂ ਅਜੇ ਪੂਰੀਆਂ ਰਿਪੋਰਟਾਂ ਨਹੀਂ ਸਾਡੇ ਸਾਹਮਣੇ ਆਈਆਂ। ਜਿਸ ਤਰ੍ਹਾਂ ਦਰਸ਼ਨਪਾਲ ਜੀ ਕਹਿ ਰਹੇ ਨੇ ਉਹ NDTV ਦੇ ਉੱਤੇ, ਤੇ ਜਿਹੜੇ ਫੱਟੜ ਹੋਏ ਨੇ ਜਦੋਂ ਉਹਨਾਂ ਦੀਆਂ ਵੀ ਰਿਪੋਰਟਾਂ ਸਾਹਮਣੇ ਆਉਣਗੀਆਂ ਉੱਥੋਂ ਸਾਰੀ ਚੀਜ਼ ਖੁੱਲ ਕੇ ਆਊਗੀ। ਗੋਲੀਆਂ ਨੌਜਵਾਨਾਂ ਦੀ ਵੀ ਵੱਜੀਆਂ ਨੇ, ਇਕੱਲੇ ਕਾਰ ਦੇ ਨਾਲ ਨਹੀਂ ਮਰੇ ਜਾਂ ਕਾਰ ਦੇ ਨਾਲ ਨਹੀਂ ਇਕੱਲਾ ਨੁਕਸਾਨ ਹੋਇਆ ਜਾਂ ਫੱਟੜ ਹੋਏ, ਸੋ ਗੋਲੀਆਂ ਵੱਜੀਆਂ ਨੇ। ਹਾਂਜੀ ਜਸਵੀਰ ਸਿੰਘ ਜੀ, ਮੀਡੀਆ ਦੀ ਜਿਹੜੀ ਕਰਨੀ ਹੈ ਜੀ। ਬਿਲਕੁਲ, ਦੇਖੋ ਵੀਰੇ, ਗੱਲ ਫਿਰ ਉਹੀ ਹੈ ਵੀ ਇਸ ਘਟਨਾ ਨੂੰ ਕਵਰ ਕਰਨ ਵਾਲਾ ਜਿਹੜਾ ਪੱਤਰਕਾਰ ਆ ਉਹ ਵੀ ਧੰਨ ਆ, ਔਰ ਉਹਦੇ ਮਾਫ ਕਰਨਾ ਮੈਂ ਆਈ ਵੀ ਸੀ, ਮੇਰੇ ਕੋਲ ਵੀਡੀਓ ਨਿਕਲ ਗਈ ਆ। ਦਾ ਲਲਨ ਟੌਪ ਨੇ ਜਿਹੜੀ ਵੀਡੀਓ ਚਲਾਈ ਹੈ, ਮੈਂ ਕੋਸ਼ਿਸ਼ ਕਰਦਾ ਤਾਂ ਜਿਹੜੀ ਕਿ ਗੱਲਬਾਤ ਮੀਡੀਆ ਨੂੰ ਇਸ ਘਟਨਾਕ੍ਰਮ ਨੂੰ ਕਵਰ ਕਰਦਾ ਹੋਇਆ ਜਿਹੜਾ ਪੱਤਰਕਾਰ ਹੈ ਉਹਦੀ ਮੌਤ ਜਿਹੜੀ ਹੋਣੀ ਆ ਉਹ ਛੋਟੀ ਗੱਲ ਨਹੀਂ ਗੀ, ਕਿਉਂਕਿ ਉਸ ਮੌਕੇ ਬਹੁਤ ਘੱਟ ਜਿਹੜਾ ਮੀਡੀਆ ਉੱਥੇ ਸੀ। ਹਾਲਾਂਕਿ ਸੋਸ਼ਲ ਮੀਡੀਆ ਦੇ ਹਵਾਲੇ ਤੋਂ ਸਾਨੂੰ ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਕਲਿੱਪ ਜਿਹੜੇ ਮਿਲ ਰਹੇ ਜਿਨ ਚੋਂ ਪਤਾ ਲੱਗਦਾ, ਜਿੱਦਾਂ ਹੁਣ ਜਿਹੜੀ ਗੱਡੀ ਕਿਸਾਨਾਂ ਦੇ ਉੱਤੇ ਚੜ੍ਹਨ ਵਾਲੀ ਜਿਹੜੀ ਵੀਡੀਓ ਹੈ, ਇਹ ਵੀ ਕਿਉਂਕਿ ਹਰੇਕ ਕੋਲ ਮੋਬਾਈਲ ਆ, ਉਦੋਂ ਤੱਕ ਇੰਟਰਨੈਟ ਚੱਲਦਾ ਸੀ, ਕੋਈ ਲਾਈਵ ਕਰ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ, ਜਾਂ ਫਾਇਦਾ ਹੋਇਆ ਇਹ ਚੀਜ਼ ਮਿਲ ਗਈ ਹੈ। ਰੱਬ ਨਾ ਕਰੇ ਜੇ ਇਹ ਵੀਡੀਓ ਹੀ ਨਾ ਮਿਲਦੀ, ਜੇ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਨਾ ਆਉਂਦੀ, ਤਾਂ ਫਿਰ ਤਾਂ ਉਹ ਜੋ ਕੁਛ ਮਰਜ਼ੀ ਬਣਾ ਲੈਂਦੇ, ਪਰ ਹੁਣ ਉਹ ਗੱਲ ਝੁਠਲਾਈ ਜਾਣੀ ਹੈ। ਹਾਲਾਂਕਿ ਭਾਰਤੀ ਅਦਾਲਤਾਂ ਜਿਹੜੀਆਂ ਉੱਥੇ ਅਪੀਲਾਂ, ਦਲੀਲਾਂ, ਸਭ ਕੁਛ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਚੱਲਦਾ ਉੱਥੇ, ਸੌਖਾ ਨਹੀਂ ਹੋਊਗਾ ਇਹ ਵੀਡੀਓ ਉੱਥੇ ਪੇਸ਼ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਸਪਸ਼ਟ ਕਰ ਦੇਣਾ ਵੀ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ। ਪਰ ਜਿਹੜਾ ਢਾਂਚਾ ਇਸ ਵਕਤ ਸਾਨੂੰ ਪਤਾ ਵੀ ਉਹ ਬਹੁਤ ਜ਼ਿਆਦਾ ਹੰਕਾਰਿਆ ਹੋਇਆ, ਔਰ ਸੱਤਾ ਦਾ ਹੰਕਾਰ ਬਹੁਤ ਜ਼ਿਆਦਾ ਹੈ। ਤਾਂ ਇੱਕ ਪੱਤਰਕਾਰ ਉੱਥੇ ਜਿਹੜਾ ਮੌਜੂਦ ਸੀ, ਉਹਦੀ ਮੌਤ ਜਿਹੜੀ ਹੈ ਉਹਨੂੰ ਅਸੀਂ ਸਿਰਫ ਉਹ ਉੱਥੇ ਜਿਹੜਾ ਟਕਰਾਓ ਦੇ ਵਿੱਚ ਮੌਤ ਹੋ ਗਈ ਇਹ ਨਹੀਂ ਕਹਿ ਸਕਦੇ। ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹ ਟਾਰਗੇਟ ਕਰਕੇ ਉਹਨੂੰ ਮਾਰਿਆ ਗਿਆ। ਔਰ ਉਹਦਾ ਪਰਿਵਾਰ ਕਹਿੰਦਾ, ਜਿਸ ਤਰ੍ਹਾਂ ਤੁਸੀਂ ਵੀ ਪਹਿਲਾਂ ਜਿਹੜੀ ਉਹ ਇੱਕ ਰਿਪੋਰਟ ਹੈ ਅਖਬਾਰ ਦੀ, ਉਹਦੀ ਮਾਤਾ ਕਹਿੰਦੀ, ਉਹਦਾ ਪਰਿਵਾਰ ਕਹਿੰਦਾ ਵੀ ਮੇਰੇ ਪੁੱਤ ਦੀ ਜਿਹੜੀ ਮੌਤ ਆ ਉਹ ਜਿਹੜੀ ਭੱਜੀ ਆ ਰਹੀ ਗੱਡੀ ਸੀ ਉਹਦੇ ਥੱਲੇ ਆਉਣ ਕਰਕੇ ਹੋਈ ਹੈ।
ਤਾਂ ਉਹਨੂੰ ਜੀ। ਟਾਰਗੇਟ ਕਰਕੇ ਮਾਰਿਆ ਗਿਆ, ਕਿਉਂਕਿ ਉਹਦੇ ਕੋਲ ਪੂਰੇ ਦੇ ਪੂਰਾ ਜਿਹੜਾ ਉਦੋਂ ਜਿਹੜਾ ਮਾਹੌਲ ਸੀ ਉਹ ਉਹਨੇ ਕੈਪਚਰ ਕੀਤਾ ਹੋਊਗਾ। ਔਰ ਇੱਕ ਪੱਤਰਕਾਰ ਦੀ ਗੱਲ ਕਹੀ ਜਾਣੀ ਔਰ ਇੱਕ ਕਿਸਾਨ ਦੀ ਗੱਲ ਕਹੀ ਜਾਣੀ ਜਾਂ ਇੱਕ ਬੀਜੇਪੀ ਜਿਹੜਾ ਕਿ ਮੈਂਬਰ ਦੀ ਗੱਲ ਕਹੀ ਜਾਣੀ, ਬਹੁਤ ਫਰਕ ਹੈ। ਕਿਸਾਨ ਦੀ ਗੱਲ ਨੂੰ ਕਹੂਗਾ ਜੀ ਇਹ ਤਾਂ ਕਿਸਾਨ ਹੈ, ਕਿਸਾਨਾਂ ਦੀ ਗੱਲ ਕਰਨੀ ਆ, ਔਰ ਬੀਜੇਪੀ ਵਾਲੀ ਦਾ ਅਸੀਂ ਕਹਾਂਗੇ ਵੀ ਇਹਨੇ ਆਪਦੇ ਪੱਖ ਦੀ ਗੱਲ ਕਰਨੀ, ਪਰ ਪੱਤਰਕਾਰ ਨੇ ਦੋਹਾਂ ਦੀ ਗੱਲ ਕਰਨੀ। ਅੱਜ ਅਸੀਂ ਦੋਹਾਂ ਦੀ ਗੱਲ ਕਰ ਰਹੇ ਹਾਂ। ਬੀਜੇਪੀ ਵਾਲਿਆਂ ਦਾ ਉੱਥੇ ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਕਿਸਾਨਾਂ ਨੇ ਵਿਰੋਧ ਕੀਤਾ, ਪੁਲਿਸ ਨੇ ਕੋਈ ਹੋਰ ਰੂਟ ਦੇਤਾ, ਇਹ ਵੀ ਆਪਾਂ ਗੱਲ ਕੀਤੀ ਵੀ ਹਾਂ ਉਹ ਕਿਸੇ ਹੋਰ ਰੂਟ ਤੋਂ ਜਾ ਰਿਹਾ ਸੀਗਾ। ਤਾਂ ਕਿਸਾਨ ਜਿਹੜੇ ਆ ਉਹ ਉਸ ਜਿਹੜਾ ਕਿ ਚੋਪਰ ਜਿੱਥੇ ਉਹਨੇ ਉਤਾਰਨਾ ਸੀ ਉੱਥੋਂ ਵਾਪਸ ਆ ਰਹੇ ਸੀ, ਤਾਂ ਉਹਦੀਆਂ ਗੱਡੀਆਂ ਉੱਥੇ ਕਿਵੇਂ ਪਹੁੰਚੀਆਂ? ਡਿਪਟੀ ਸੀਐਮ ਦਾ ਕਾਫਲਾ ਉੱਧਰ ਗਿਆ ਨਹੀਂ, ਡਿਪਟੀ ਸੀਐਮ ਦਾ ਰੂਟ ਹੋਰ ਹੈ, ਇਹ ਗੱਡੀਆਂ ਉੱਥੇ ਕਰਨ ਕੀ ਗਈਆਂ? ਠੀਕ ਹੈ ਨਾ। ਸਾਰਿਆਂ ਨੂੰ ਪਤਾ ਸੀ ਵੀ ਇੱਧਰ ਕਿਸਾਨ ਪ੍ਰਦਰਸ਼ਨ ਕਰ ਰਹੇ ਆ। ਕੀ ਅਜੇ ਮਿਸ਼ਰਾ ਦੇ ਜਿਹੜਾ ਆਸ਼ੀਸ਼ ਮਿਸ਼ਰਾ ਨੂੰ ਪਤਾ ਨਹੀਂ ਸੀ ਵੀ ਇੱਧਰ ਕਿਸਾਨ ਪ੍ਰਦਰਸ਼ਨ ਕਰ ਰਹੇ ਆ? ਜਾਂ ਪੁਲਿਸ ਨੂੰ ਨਹੀਂ ਸੀ ਪਤਾ ਵੀ 1000 ਨੰਬਰ ਜਿਹੜੀ ਥਾਰ ਹੈ ਜਿਹੜੀ ਮਿਸ਼ਰਾ ਦੇ ਨਾਮ ਦੇ ਉੱਤੇ ਰਜਿਸਟਰਡ ਗੱਡੀ ਹੈ ਉਹ ਇੱਧਰ ਕੀ ਕਰਨ ਆ ਰਹੀ ਹੈ? 3 ਗੱਡੀਆਂ ਦਾ ਕਾਫਲਾ ਕੀ ਕਰਨ ਆ ਰਿਹਾ? ਇਹ ਬੜੀ ਗਣੀਮਿੱਥੀ ਸਾਜ਼ਿਸ਼ ਹੈ, ਕਿਉਂਕਿ ਉਹਨਾਂ ਨੇ ਪਹਿਲਾਂ ਕਹਿਤਾ ਸੀਗਾ ਕਿ ਅਸੀਂ ਬਹੁਤ ਤਗੜੀ ਚੀਜ਼ ਆ। ਔਰ ਉਹ ਉਹਦਾ ਜਿਹੜਾ ਬੈਕਗ੍ਰਾਉਂਡ ਆ ਉਹ ਇੱਕ ਬੜਾ ਵੱਡਾ ਗੁੰਡਾ ਮਵਾਲੀ ਹੈ, ਉਹ ਮਸਟੰਡਾ ਉਸ ਇਲਾਕੇ ਦਾ ਭਾਜਪਾ ਦਾ ਜਿਹੜਾ ਇਹ ਆਗੂ ਆ। ਔਰ ਲਗਾਤਾਰ ਜਿਹੜਾ ਯੂਪੀ ਦੇ ਵਿੱਚ ਜਿਹੜਾ ਗੁੰਡਾ ਰਾਜ ਕਿੰਨਾ ਹਾਵੀ ਆ ਉਹ ਅਸੀਂ ਦੇਖਦੇ ਰਹਿੰਦੇ ਆ। ਇਤਿਹਾਸ ਗਵਾਹ ਯੂਪੀ ਦੇ ਵਿੱਚ ਸ਼ਰੇਆਮ ਬਹੁਤ ਸਾਰੀਆਂ ਜਿਹੜੀਆਂ ਮੁਸਲਮਾਨ ਬੱਚੀਆਂ ਦੇ ਰੇਪ ਹੁੰਦੇ ਆ, ਮਸੀਤਾਂ ਦੇ ਵਿੱਚ ਅੱਗਾਂ ਲਾਈਆਂ ਜਾਂਦੀਆਂ ਨੇ। 2002 ਦੇ ਦੰਗਿਆਂ ਦੀ ਅਸੀਂ ਗੱਲ ਕਰ ਲਈਏ ਤੇ ਕੁਝ ਰਹਿ ਹੀ ਨਹੀਂ ਜਾਂਦਾ। ਉਹ ਤਾਂ 84 ਨੂੰ ਵੀ ਮਾਤ ਪਾਉਂਦੇ ਆ। ਬਹੁਤ ਦਰਦਨਾਕ ਸੀ ਨਾ। ਔਰ ਇਹ ਇਹਨਾਂ ਨੇ ਗਿਣ ਮਿੱਥ ਕੇ ਇਹ ਗੱਲ ਧਾ ਕੇ ਫਿਰ ਕੀਤੀ ਹੈ। ਔਰ ਗਾਂ ਨੂੰ ਨਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਦੇਖੋ ਪੰਗਾ ਤਾਂ ਲਿਆ ਪੰਜਾਬੀ 'ਚ, ਕਿਸਾਨ ਸੰਘਰਸ਼ ਨੇ ਪੰਗਾ ਤਾਂ ਲਿਆ ਇੱਕ ਅਜਿਹੇ ਗਰੁੱਪ ਦੇ ਨਾਲ ਜਿਹੜਾ ਦੇਸ਼ ਦੇ ਉੱਤੇ ਕਾਬਜ਼ ਹੈ। ਉਹਨਾਂ ਕੋਲ ਪੈਸਾ ਵੀ ਹੈ, ਪਲੈਨਿੰਗ ਵੀ ਹੈ, ਤਾਕਤ ਵੀ ਹੈ, ਫੌਜ ਵੀ ਹੈ, ਸਭ ਕੁਝ ਹੈ। ਔਰ ਲੀਡਰ ਵੀ ਉਹਨਾਂ ਦੇ ਲੀਡਰ ਕਮ ਸੇ ਕਮ ਉਹਨਾਂ ਦੇ ਫੈਸਲੇ ਲੈਣ ਦੇ ਵਾਸਤੇ ਉਹ ਜਿਹੜੇ ਉਹ ਇਮਾਨਦਾਰ ਵੀ ਹੈ। ਉਹ ਆਪਦੇ ਜਿਹੜਾ ਹਿੰਦੂਤਵਾ ਦਾ ਰਾਜ ਉਹਨਾਂ ਨੇ ਲੈ ਕੇ ਆਉਣਾ, ਕਹਿੰਦੇ ਵੀ ਹਿੰਦੂਤਵਾ ਦਾ ਰਾਜ, ਹਿੰਦੂ ਰਾਸ਼ਟਰ ਦੀ ਗੱਲ ਕਰਦੇ, ਉਹ ਉਸ ਕੰਮ 'ਚ ਇਮਾਨਦਾਰ ਆ ਤਾਂ ਲਾਗੇ ਤਾਗੇ ਪਹੁੰਚੇ ਆ। ਸਾਡੇ ਲੀਡਰ ਨਾ ਤੇ ਇਮਾਨਦਾਰ ਆ, ਨਾ ਸਾਡੇ ਕੋਲ ਉਸ ਤਰ੍ਹਾਂ ਦੀ ਪਲੈਨਿੰਗ ਹੈ, ਨਾ ਸਾਡੇ ਕੋਲ ਉਸ ਤਰ੍ਹਾਂ ਦੇ ਬੰਦੇ ਖੜਨ ਵਾਲੇ ਹੈਗੇ ਆ। ਉਹਨਾਂ ਦੇ ਬੰਦੇ ਖਲੋਤੇ ਆ ਇੱਕ ਥਾਪੜ ਕੇ। ਮੁੱਖ ਮੰਤਰੀ ਹਰਿਆਣੇ ਦਾ ਉਹ ਸ਼ਰੇਆਮ ਕਹਿ ਰਿਹਾ ਜੈਸੇ ਕੋ ਤੈਸਾ ਕਰੋ। ਸਾਡੇ ਕਿਹੜੇ ਲੀਡਰ ਨੇ ਕਿਹਾ ਵੀ ਆ ਜਾਓ ਮੈਂ ਤੁਹਾਡੇ ਨਾਲ ਖਲੋਤਾ? ਗੱਲਾਂ ਕਰਦੇ, ਉਦੋਂ ਬਾਅਦ ਇੱਕ ਨੌਕਰੀ ਤੇ 25-30 ਲੱਖ ਰੁਪਏ ਲੈ ਕੇ ਘਰੇ ਆ ਜਾਂਦੇ ਆ। ਤਾਂ ਇਹ ਪੱਤਰਕਾਰ ਦੀ ਜਿਹੜੀ ਮੌਤ ਆ ਇਹਨੂੰ ਅਸੀਂ ਇੱਕ ਆਮ ਮੌਤ ਨਹੀਂ ਕਹਿ ਸਕਦੇ, ਇਹ ਇੱਕ ਪਲੈਨਿੰਗ ਨਾਲ, ਕਿਉਂਕਿ ਇੱਕ ਪੱਤਰਕਾਰ ਦਾ ਮਾਰਿਆ ਜਾਣਾ ਉਹ ਸਾਰੇ ਸਬੂਤਾਂ ਦਾ ਮਾਰਿਆ ਜਾਣਾ, ਉਹਨਾਂ ਸਾਰੇ ਸਬੂਤਾਂ ਦੇ ਉੱਤੇ ਹਮਲਾ ਜਿਹੜੇ ਉਹਨੂੰ ਉਸ ਵਕਤ ਕੈਪਚਰ ਕੀਤੇ ਹੋਣਗੇ ਵੀ ਕਿਵੇਂ ਉਹਨੇ ਹਮਲਾ ਕੀਤਾ, ਕਿਸ ਤਰ੍ਹਾਂ ਆਇਆ, ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਹਾਵ ਭਾਵ ਸੀ। ਸਾਡੇ ਕੋਲ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਵੀਡੀਓਜ਼ ਦੇ ਵਿੱਚ ਨਹੀਂ ਸਾਹਮਣੇ ਆਇਆ, ਸ਼ਾਇਦ ਉਹ ਪੱਤਰਕਾਰ ਦੇ ਮਨ ਦੇ ਵਿੱਚ ਸੀ, ਉਹ ਉਸ ਮੌਕੇ ਦਾ ਜਿਹੜਾ ਕੋਈ ਚਸ਼ਮਦੀਦ ਵੀ ਸੀ। ਜੀ ਬਿਲਕੁਲ, ਆਪਾਂ ਗੱਲਬਾਤ ਦੇ ਤਕਰੀਬਨ ਅਖੀਰ ਤੱਕ ਹੀ ਪਹੁੰਚ ਚੁੱਕੇ ਹਾਂ। ਆਪਾਂ ਇੱਕ ਵਾਰ ਫੇਰ ਸਾਰੀ ਗੱਲ ਨੂੰ ਰੀਕੈਪ ਕਰਦੇ ਹਾਂ। ਸੋ ਦਰਸ਼ਕੋ, ਅਸੀਂ ਸ਼ੁਰੂ ਦੇ ਵਿੱਚ ਦੇਖਿਆ ਜੋ ਤੁਸੀਂ ਵੀਡੀਓ ਕਲਿੱਪ ਤੇ ਅਸੀਂ ਚਲਾਈਆਂ ਨੇ ਕਿ ਗੱਲ ਸ਼ੁਰੂ ਹੁੰਦੀ ਆ ਅਜੇ ਮਿਸ਼ਰਾ ਨੇ ਯੂਨੀਅਨ ਮਿਨਿਸਟਰ ਫॉर ਸਟੇਟ ਫॉर ਹੋਮ ਅਫੇਅਰਸ, ਤੇ ਉਹਦਾ ਮੁੰਡਾ ਜਿਹੜਾ ਆਸ਼ੀਸ਼ ਮਿਸ਼ਰਾ, ਇਹਨਾਂ ਦੀ ਪ੍ਰੋਵੋਕੇਸ਼ਨ ਤੋਂ ਗੱਲ ਸ਼ੁਰੂ ਹੁੰਦੀ ਆ। ਤੇਜਿੰਦਰ ਸਿੰਘ ਬਿਰਕ ਹੋਰਾਂ ਦੇ ਨਾਲ ਤੇਜਿੰਦਰ ਸਿੰਘ ਬਿਰਕ ਇਹਨਾਂ ਦਾ ਬਿਆਨ ਦਾ ਜਵਾਬ ਦਿੰਦੇ ਆ ਕਿ ਅਸੀਂ ਭਾਈ ਤੇਰੇ ਘਰ ਦੇ ਅੱਗੇ ਆਵਾਂਗੇ, ਦੱਸਾਂਗੇ ਤੈਨੂੰ ਕਾਨੂੰਨਾਂ ਦੇ ਵਿੱਚ ਗਲਤ ਕੀ ਆ। ਉਹ ਇਹ ਨਹੀਂ ਕਹਿੰਦੇ ਕਿ ਅਸੀਂ ਡਾਂਗਾ ਲੈ ਕੇ ਆਵਾਂਗੇ, ਉਹ ਕਹਿੰਦੇ ਤੈਨੂੰ ਕਾਨੂੰਨ ਦੇ ਵਿੱਚ ਦੱਸਾਂਗੇ ਗਲਤ ਕੀ ਆ। ਉਦੋਂ ਬਾਅਦ ਦੇ ਵਿੱਚ ਜੋ ਉਹਨੇ ਬਿਆਨ ਦਿੱਤੇ ਸੀ ਲੀਡਰ ਨੇ, ਉਸੇ ਤਰੀਕੇ ਦੇ ਨਾਲ ਉਹ ਜਿਹੜੇ ਉਹਦੇ ਲੋਕ ਅਮਲ ਕਰਦੇ ਨੇ, ਉਹ ਗੱਡੀਆਂ ਚੜਾਉਂਦੇ ਨੇ ਕਿ ਤੁਹਾਨੂੰ ਇੱਥੇ ਖਤਮ ਕਰਾਂਗੇ, ਤੁਹਾਨੂੰ ਉੱਥੇ ਭਜਾਵਾਂਗੇ। ਉਦੋਂ ਬਾਅਦ ਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਹੋ ਰਹੀਆਂ ਨੇ ਇਹ ਤੁਹਾਡੇ ਸਾਹਮਣੇ ਨੇ। ਇਹਦੇ ਵਿੱਚ ਹੀ ਜਿਹੜਾ ਮਨੋਹਰ ਲਾਲ ਖੱਟਰ ਦਾ ਬਿਆਨ। ਪਰ ਇੱਥੇ ਅਸੀਂ ਇਸ ਹਿੰਦੂਤਵਾ ਜਿਹੜੀ ਸਰਕਾਰ ਆ ਉਹਨੂੰ ਇਸ ਸਪਸ਼ਟ ਰੂਪ ਦੇ ਵਿੱਚ ਕਹਿ ਦਿੰਦੇ ਆ ਕਿ ਇੱਥੇ ਜਿਨ੍ਹਾਂ ਨਾਲ ਤੁਸੀਂ ਪੰਗਾ ਲੈ ਰਹੇ ਹੋ ਉਹ ਜਿਨ੍ਹਾਂ ਦੇ ਵਾਰਸ ਨੇ ਨਾ, ਉਹਨਾਂ ਨੇ ਇੱਥੇ ਮੁਗਲ ਅੰਪਾਇਰ ਨਹੀਂ ਛੱਡਿਆ ਸੀ। ਇਹ ਉਹਨਾਂ ਦੇ ਵਾਰਸ ਨੇ ਜਿਨ੍ਹਾਂ ਨੇ ਇੱਥੇ ਗੋਰੀ ਸਰਕਾਰ ਡਿਸਮੈਂਟਲ ਕਰਕੇ ਰੱਖਤੀ ਸੀ। ਉਹ ਲੋਕ ਨੇ। ਇਹ ਨਾ ਸਮਝੋ ਕਿ ਤੁਹਾਡੇ ਕੋਲ ਪਾਵਰ ਆ, ਤੁਹਾਡੇ ਕੋਲ ਪੈਸਾ, ਤੁਹਾਡੇ ਕੋਲ ਸਟੇਟ ਮਸ਼ੀਨਰੀ ਆ, ਐਵਰੀਥਿੰਗ ਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾਗਾ ਕਿ ਸ਼ੇਰਾਂ ਦੇ ਸ਼ਿਕਾਰ ਕਰਕੇ ਇਹਨਾਂ ਨੇ ਇਸ ਧਰਤੀ ਨੂੰ ਵਾਹੁਣਯੋਗ ਬਣਾਇਆਗਾ। ਇਹ ਤੁਸੀਂ ਗੁਰਪ੍ਰੀਤ ਸਿੰਘ ਮੰਡਿਆਣੀ ਹੋਣਾ ਦਾ ਲੇਖ ਪੜ੍ਹ ਸਕਦੇ ਹੋ ਕਿ ਸ਼ੇਰਾਂ ਨਾਲ ਭਿੜਲਾਂ ਪਿਆ ਸਿੱਖ ਕਿਸਾਨਾਂ ਨੂੰ ਯੂਪੀ ਦੀ ਤਰਾਈ ਆਬਾਦ ਕਰਨ ਦੇ ਵੇਲੇ। ਸ਼ੇਰਾਂ ਦੇ ਜਿਨ੍ਹਾਂ ਨੇ ਸ਼ਿਕਾਰ ਕੀਤੇ ਹੋਏ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਹੰਕਾਰੀ ਜਿਹੜੇ ਇਹ ਲੋਥਾਂ ਤੁਰੀਆਂ ਫਿਰਦੀਆਂ, ਹੰਕਾਰੀ ਲੋਥਾਂ 70-70, 80-100 ਕਿਲੋ ਦਾ ਭਾਰ ਲੈ ਕੇ ਜਿਹੜੀਆਂ, ਇਹਨਾਂ ਦੇ ਨਾਲ ਉਹਨਾਂ ਨੂੰ ਉਲਝਣਾ ਔਖਾ ਨਹੀਂ ਆ।
ਪਰ ਉਹ ਫੇਰ ਵੀ ਅਜੇ ਸਬਰ ਦੇ ਵਿੱਚ ਬੈਠੇ ਨੇ। ਉਹ ਫੇਰ ਵੀ ਉਸ ਤਰੀਕੇ ਦੀ ਉਹ ਨਹੀਂ ਰਿਟੈਲੀਏਟ ਕਰ ਰਹੇ ਜੋ ਉਹਨਾਂ ਦੇ ਇਤਿਹਾਸ ਦੇ ਵਿੱਚ ਉਹਨਾਂ ਨੇ ਬਜ਼ੁਰਗਾਂ ਨੇ ਕੀਤਾ ਹੋਇਆ। ਇਹ ਤੁਸੀਂ ਯਾਦ ਰੱਖਣਾ, ਅੱਗ ਦੇ ਨਾਲ ਨਹੀਂ ਖੇਡਣਾ ਚਾਹੀਦਾ। ਜਿਹੜੀ ਇਹ ਸਰਕਾਰ ਆ BJP, ਉਹਨਾਂ ਨੂੰ ਬੜਾ ਮਹਿੰਗਾ ਪਊਗਾ। ਬੀਬੀ ਹੈ ਤਾਂ ਕਮਿਊਨਿਸਟ ਵਿਚਾਰਧਾਰਾ ਦੀ ਸਪੋਰਟਰ ਹੀ ਆ, ਪਰ ਉਹਨੇ ਬਿਆਨ ਠੀਕ ਠਾਕ ਦਿੱਤਾ ਗਾ। ਸੋਨੀਆ ਮਾਨ ਨੇ ਉਹਨੇ ਕਹਿਣਾ ਕਿ ਤੁਸੀਂ ਮੁਸਲਮਾਨਾਂ ਨੂੰ ਕਹਿੰਦੀ ਤੁਸੀਂ ਦੱਬ ਲਿਆ, ਪਰ ਇਹ ਸਿੱਖ ਨੇ, ਇਹਨਾਂ ਨਾਲ ਪੰਗਾ ਲੈ ਕੇ ਤੁਸੀਂ ਜਾਓਗੇ ਕਿੱਧਰ। ਇਹ ਉਹਦਾ ਵੀ ਬਿਆਨ ਆਇਆ। ਅਖੀਰ ਦੇ ਉੱਤੇ ਤੁਸੀਂ ਕੋਈ ਹੋਰ ਟਿੱਪਣੀ ਕਰਨੀ ਚਾਹੁੰਦੇ ਹੋ ਹਰਵਿੰਦਰ ਸਿੰਘ ਜਾਂ ਜਸਵੀਰ ਸਿੰਘ ਜੀ? ਫਿਰ ਆਪਾਂ ਸਮਾਪਤੀ ਕਰਦੇ ਹਾਂ। ਹਾਂਜੀ, ਮੈਂ ਇੱਕ ਹੀ ਦੋ ਗੱਲਾਂ ਇੱਥੇ ਕਰਨੀਆਂ ਕਿ ਜਸਵੀਰ ਭਾਜੀ ਯਾਰਾਂ ਜਿਹੜੀ ਗੱਲ ਕੀਤੀ ਸੀ ਕਿ 50 ਲੱਖ ਲੈ ਕੇ ਸਾਰਾ ਜਿਹੜਾ ਪ੍ਰੈਸ਼ਰ ਬਣਿਆ ਹੁੰਦਾ ਹੈ ਨਾ, ਉਹ ਸਾਰਾ ਹੀ ਉਹ ਜਿਹੜਾ ਉਹ ਖਿੰਡ ਜਾਂਦਾ ਹੈ। ਤੇ ਬਿਲਕੁਲ ਉਹਦੀ ਗੱਲ ਠੀਕ ਸੀ, ਕਿਉਂਕਿ ਕੌਮ ਨੇ ਜਿੱਥੇ ਅਰਬਾਂ ਰੁਪਈਆ ਜਿਹੜਾ ਇਸ ਸੰਘਰਸ਼ ਦੇ ਵਿੱਚ ਲਾਇਆ, ਉੱਥੇ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਗਵਾਈਆਂ ਨੇ, ਉਹਨਾਂ ਦਾ ਜਿਹੜਾ ਘਰ-ਬਾਰ ਉਹ ਵੀ ਸੰਭਾਲਣਾ ਜਾਣਦੀ ਹੈ। ਤੇ ਇਹ ਕੋਈ ਸਰਕਾਰੇ ਦੁਆਰਾ ਕੋਈ ਮੰਗਤਿਆਂ ਦੀ ਕੌਮ ਨਹੀਂ ਹੈ, ਪਹਿਲੀ ਗੱਲ ਤੇ। ਕਿਉਂਕਿ ਜੇ ਇਹਨਾਂ ਜਿਹੜੀਆਂ ਇਹ ਜਿਹੜੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਜਿਹੜੇ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਇਸ ਉਹਦੇ ਵਿੱਚ ਦਿੱਤੀਆਂ ਨੇ, ਹੁਣ ਯੂਪੀ ਦੇ ਵਿੱਚ ਵੀ, ਉਹਦੇ ਬਾਅਦ ਇੱਕ ਬਹੁਤ ਵੱਡਾ ਜਿਹੜਾ ਸੀ ਇੱਕ ਪ੍ਰੈਸ਼ਰ ਉਹ 26 ਤੋਂ ਬਾਅਦ ਜਿਹੜੀ ਨਵਰੀਤ ਸਿੰਘ ਉਹਨਾਂ ਦੀ ਜਿਹੜੀ ਉਹਦੇ ਤੋਂ ਸ਼ਹਾਦਤ ਹੋਈ, ਉਹਦੇ ਤੋਂ ਬਾਅਦ ਵੀ ਬਣ ਸਕਦਾ ਸੀ, ਹੁਣ ਵੀ ਜਿਹੜਾ ਉਹ ਹੀ ਬਣ ਸਕਦਾ ਸੀ। ਅਸਲ ਦੇ ਵਿੱਚ ਜਿਹੜੀ ਕਿਸਾਨ ਲੀਡਰਸ਼ਿਪ ਜਿਹੜੀ ਹੈ ਕੋਤਾਹੀ ਕਿੱਥੇ ਕਰ ਰਹੀ ਹੈ, ਉਹ ਇਹ ਕਰ ਰਹੀ ਹੈ ਕਿ ਜਦੋਂ ਇੱਕ ਪ੍ਰੈਸ਼ਰ ਕੁੱਕਰ ਦੇ ਵਿੱਚ ਪੂਰਾ ਪ੍ਰੈਸ਼ਰ ਬਣਿਆ ਹੁੰਦਾ ਹੈ ਤੇ ਜੇ ਉਹਨੂੰ ਸੀਟੀ ਨੂੰ ਜਿਹੜਾ ਉਹ ਉੱਤੋਂ ਸੀਟੀ ਨੂੰ ਜੇ ਛੇੜਿਆ ਜਾਏ ਤਾਂ ਜਿਹੜੀ ਸਾਰੀ ਪ੍ਰੈਸ਼ਰ ਹਵਾ ਜਿਹੜੀ ਉਹ ਬਾਹਰ ਨਿਕਲ ਜਾਂਦੀ ਹੈ। ਅਸਲ ਦੇ ਵਿੱਚ ਇਹ ਅੰਦੋਲਨ ਜਿਹੜਾ ਕਿਸਾਨ ਮੋਰਚਾ ਹੈ, ਜਿਹੜਾ ਇਹ ਸੰਘਰਸ਼ ਚੱਲ ਰਿਹਾ, ਇਹਨੂੰ ਅੱਗੇ ਲਿਜਾਣ ਵਾਸਤੇ ਉਹਦਾ ਪੜਨਾ ਜ਼ਰੂਰੀ ਸੀ। ਮਤਲਬ ਇਹ ਨਹੀਂਗਾ ਕਿ ਉੱਥੇ ਜਿਹੜੀ ਉਹ ਹਿੰਸਾ ਜਿਹੜੀ ਹੈ ਉੱਥੇ ਹੋਵੇ, ਪਰ ਉਹ ਜਿਹੜਾ ਪ੍ਰੈਸ਼ਰ ਸੀ, ਉਸ ਪ੍ਰੈਸ਼ਰ ਦੇ ਨਾਲ ਸਰਕਾਰ ਨੂੰ ਜਿਹੜਾ ਗੋਡਿਆਂ ਪਰ ਨਹੀਂ ਲਿਆਇਆ ਜਾ ਸਕਦਾ ਸੀ। ਪਰ ਜਿਹੜਾ ਉਹ ਫਿਰ ਇੱਕ ਸਮਝੌਤਾਵਾਦੀ ਜਿਹੜਾ ਇੱਕ ਵਿਚਾਰ ਜਿਹੜਾ ਇਹਨਾਂ ਦੇ ਮਨਾਂ ਦੇ ਵਿੱਚ ਹੈ ਵੀ ਸਮਝੌਤਾ ਕਰਕੇ ਜੀ ਚਲੋ ਜੀ ਇੱਕ ਨੌਕਰੀ ਲੈ ਕੇ ਤੇ 40-50 ਲੱਖ ਰੁਪਈਆ, ਜਿਹਦੇ ਵਿੱਚੋਂ ਪਤਾ ਨਹੀਂ ਹੁਣ ਪਰਿਵਾਰ ਨੂੰ ਕਿੰਨੇ ਮਿਲਣੇ ਆ, ਕਿਉਂਕਿ ਇਹ ਵੀ ਉਹਨਾਂ ਇੱਕ ਬਿਆਨ ਦੇ ਦਿੱਤਾ ਵੀ 45 ਲੱਖ ਮਿਲ ਜਾਏਗਾ ਤੇ ਜਦੋਂ ਮਿਲੇਗਾ ਚਲੋ ਉਹ ਤੇ ਉਦੋਂ ਵੇਖੀ ਜਾਏਗੀ। ਪਰ ਇੱਕ ਇਹ ਵੀ ਉਹਨਾਂ ਜਿਹੜੇ ਉੱਚੇ ਕਾਜ ਦੀ ਜਿਹੜੀਆਂ ਆਪਣੀਆਂ ਜਾਨਾਂ ਗਵਾਈਆਂ, ਉਹ ਜਿਹੜਾ ਉਹਨਾਂ ਪ੍ਰੈਸ਼ਰ ਉਹਨਾਂ ਕ੍ਰੀਏਟ ਕੀਤਾ ਆਪਣੀਆਂ ਜਾਨਾਂ ਵਾਰ ਕੇ ਇਸ ਸੰਘਰਸ਼ ਦੇ ਉੱਤੋਂ, ਉਹ ਬਿਲਕੁਲ ਹਾਲ ਦੀ ਘੜੀ ਤੇ ਜਿਹੜਾ ਉਹ ਉਹਨਾਂ ਨੂੰ ਇਹਨਾਂ ਅਜਾਈਂ ਗਵਾ ਦਿੱਤਾ ਹੈ। ਇੱਕ ਤਾਂ ਗੱਲ ਗੁਰਤੇਜ ਸਿੰਘ ਜੀ ਮੈਂ ਇਹ ਕਰਨੀ ਸੀ, ਤੇ ਦੂਜੀ ਗੱਲ ਜਿਹੜੀ ਆਪਣਾ ਇਹ ਕਰਨੀ ਸੀ ਕਿ ਕਿਉਂ ਜੋ ਇੱਥੇ ਪੰਜਾਬ ਦੇ ਵਿੱਚ ਇੱਕ ਤਰਾਸਦੀ ਹੈ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਉਹ ਵੱਧ ਗਿਣਤੀ ਹੈ ਨਾ, ਇਹ ਬਹੁਤ ਸਿੱਖ ਬਹੁਤ ਸਟੇਟ ਹੈ, ਤੇ ਉਹਦੇ ਵਿੱਚ ਵੀ ਜਿਹੜੇ ਆ ਉਹ ਸਿਆਸਤ ਜਿਹੜੀ ਹੈ ਉਹ ਸਿੱਖਾਂ ਦੇ ਸਿਰਾਂ ਦੇ ਉੱਤੇ ਹੁੰਦੀ ਹੈ। ਤੇ ਹੁਣ ਯੂਪੀ ਜਿੱਤਣ ਵਾਸਤੇ ਜਿਹੜੇ ਕਾਂਗਰਸ ਜਾਂ ਸਮਾਜਵਾਦੀ ਪਾਰਟੀ ਉਹ ਜਿਹੜੀ ਹੈ ਉਹ ਇੱਕ ਪਾਸਿਓਂ ਸਿੱਖਾਂ ਦੇ ਸਿਰਾਂ ਤੇ ਸਿਆਸਤ ਕਰੇਗੀ ਤੇ ਦੂਜੀ ਧਿਰ ਜਿਹੜੀ ਉਹ ਸਿੱਖਾਂ ਨੂੰ ਮਾਰ ਕੇ ਜਿਹੜੀ ਹੈ ਉਹ ਜਿਹੜਾ ਯੂਪੀ ਜਿੱਤਣ ਦੀ ਕੋਸ਼ਿਸ਼ ਕਰੇਗੀ। ਤੇ ਇਹ ਸਮੇਂ ਦੇ ਵਿੱਚ ਆਪਾਂ ਨੂੰ ਇੱਕ ਕੌਮ ਨੂੰ ਇਹੀ ਅਪੀਲ ਹੈ ਕਿ ਸੁਚੇਤ ਹੋਣ ਦੀ, ਕਿ ਜਿਹੜੀਆਂ ਇਹ ਨਸਲਕੁਸ਼ੀ ਦੀਆਂ ਜਿਹੜੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਇਹ ਬਿਆਨਾਂ ਰਾਹੀਂ ਜਿਹੜੀਆਂ ਨੇ ਇੱਕ ਇਸ਼ਾਰੇ ਕੀਤੇ ਜਾ ਰਹੇ ਨੇ, ਤੇ ਇਹਦੇ ਤੋਂ ਜਿਹੜਾ ਉਹ ਸੁਚੇਤ ਹੋਣ ਦੀ ਜ਼ਰੂਰਤ ਹੈ। ਧੰਨਵਾਦ ਜੀ। ਜਸਵੀਰ ਸਿੰਘ ਜੀ, ਤੁਸੀਂ ਕੋਈ ਅਖੀਰਲੀ ਟਿੱਪਣੀ ਕਰਨੀ ਚਾਹੁੰਦੇ ਹੋ? ਜੀ ਵੀਰ, ਇਹੀ ਹੈ ਵੀ ਅਸੀਂ ਇਸ ਜਿਹੜਾ ਕਿ ਪੂਰੇ ਦੇ ਪੂਰੇ ਮਾਮਲੇ ਦੇ ਨਾਲ ਭਾਵੁਕ ਤੌਰ ਤੇ ਜੁੜੇ ਹੋਏ ਆ। ਬੇਸ਼ੱਕ ਉਹ 25-26 ਨਵੰਬਰ ਸੀ ਜਦੋਂ ਅਸੀਂ ਘਰਾਂ ਦੇ ਵਿੱਚੋਂ 2-2 ਸੂਟ ਲੈ ਕੇ ਗਏ ਸੀ, ਕਿਸੇ ਨੂੰ ਨਹੀਂ ਸੀ ਪਤਾ ਵੀ ਉੱਥੇ ਇੰਨਾ ਲੰਮਾ ਚੱਲਣਾ ਹੈ, ਜਾਪਦਾ ਸੀ ਵੀ ਇੱਥੇ ਬਹਿ ਜਾਾਂਗੇ, ਪਰ ਕਿਉਂਕਿ ਉਹ ਇਹ ਸੀ ਵੀ ਉਹ ਕਿਸਾਨ ਲੀਡਰਾਂ ਦੀ ਦਿੱਤੀ ਹੋਈ ਆਵਾਜ਼ ਸੀ, ਅੰਦਾਜ਼ਾ ਇਹੋ ਸੀ ਵੀ ਜਿੱਥੇ ਪੁਲਿਸ ਰੋਕੂਗੀ, ਜਿਸ ਤਰ੍ਹਾਂ ਪਹਿਲਾਂ ਕਿਸਾਨ ਲੀਡਰ ਬਹਿੰਦੇ ਹੁੰਦੇ ਆ। ਔਰ ਹਾਲਾਂਕਿ ਜਿਹੜਾ ਕਿ ਉਗਰਾਹਾਂ ਨੇ ਔਰ ਹੋਰ ਕਿਸਾਨ ਲੀਡਰਾਂ ਨੇ ਕਹਿ ਵੀ ਦਿੱਤਾ ਸੀ ਵੀ ਜਿੱਥੇ ਪੁਲਿਸ ਬਹਾਉਂਦੀ ਹੈ ਜੀ ਉੱਥੇ ਬਹਿ ਜਾਵਾਂਗੇ, ਪਰ ਉਹ ਬਖਸ਼ਿਸ਼ ਸੀ ਇੱਕ ਸੱਚੇ ਪਾਤਸ਼ਾਹ ਦੀ, ਔਰ ਇੱਕ ਜੋਸ਼ ਸੀਗਾ ਉਸ ਵਕਤ। ਉਹ ਬੋਲੇ ਸੋਹਣੇ ਹਾਲ ਦੇ ਜਕਾਰੇ ਜਦੋਂ ਗੂੰਜਦੇ ਗਏ, ਕਿਹੜੇ ਬੈਰੀਅਰ, ਕਿਹੜੇ ਟਿੱਪਰ, ਕਿਹੜੇ ਟਰੱਕ ਜਿੱਦਾਂ ਹਵਾ ਦੇ ਵਿੱਚ ਉੱਡਦੇ। ਚੰਡੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਦੈਂਤਾਂ ਦਾ ਤੇ ਉਹ ਯੁੱਧ ਦਾ ਵਰਣਨ ਕਰਦੇ ਆ ਨਾ, ਉਹ ਕਿ ਉਹਨਾਂ ਨੇ ਪੂਛਾਂ ਤੋਂ ਫੜ ਕੇ ਹਾਥੀ ਜਿਹੜੇ ਉਹ ਅਸਮਾਨ ਨੂੰ ਸੁੱਟੇ, ਤਾਂ ਐਂ ਜਾਪਦਾ ਸੀ ਵੀ ਜਿਹੜੀ ਇੱਕ ਉਸ ਤਰ੍ਹਾਂ ਦਾ ਮਾਹੌਲ ਹੈ। ਬੇਸ਼ੱਕ ਇਹ ਕੋਈ ਧਾਰਮਿਕ ਜੰਗ ਨਹੀਂ ਸੀ, ਧਰਮ ਦੀ ਲੜਾਈ ਨਹੀਂ ਸੀ, ਪਰ ਜੋਸ਼ ਜਿਹੜਾ ਉਹ ਪੰਜਾਬ ਦੀ ਧਰਤੀ ਤੋਂ ਉਤਰੇ ਹੋਏ ਸਿੱਖਾਂ ਦੇ ਵਿੱਚ ਉਹ ਬੋਲੇ ਸੋਹਣੇ ਹਾਲ ਦੇ ਜਕਾਰੇ ਜਦੋਂ ਗੂੰਜਦੇ ਸੀ ਤਾਂ ਉਹ ਹੀ ਸੀ। ਉਦੋਂ ਵੀ ਅਸੀਂ ਭਾਵੁਕ ਤੌਰ ਤੇ ਇਸ ਦੇ ਨਾਲ ਜੁੜੇ ਹੋਏ ਸੀ।
ਔਰ ਅੱਜ ਵੀ ਜੁੜੇ ਹੋਏ ਹਾਂ। ਅਸੀਂ ਉਦੋਂ ਵੀ ਜੁੜੇ ਹੋਏ ਸੀ ਜਦੋਂ ਕਿਸਾਨ ਲੀਡਰਾਂ ਨੇ ਕਿਹਾ ਵੱਡੀ ਗਿਣਤੀ 'ਚ ਲੈ ਕੇ ਆਓ ਟਰੈਕਟਰ, ਅਸੀਂ ਦਿੱਲੀ ਦੀ ਹਿੱਕ ਤੇ ਮੋਦੀ ਦੀ ਹਿੱਕ ਤੇ ਚੜ੍ਹਨ ਵਾਲੇ ਟਰੈਕਟਰਾਂ ਦਾ ਜਿਹੜਾ ਕਿ ਉਹ ਚਰਚਾ ਹੋਊਗੀ, ਔਰ ਉਹ ਟਰੈਕਟਰ ਆਏ। ਪਰ ਅਸੀਂ ਉਦੋਂ ਵੀ ਭਾਵੁਕ ਤੌਰ ਤੇ ਨਾਲ ਜੁੜੇ ਹੋਏ ਸੀ ਜਦੋਂ ਉਹਨਾਂ ਮੁੰਡਿਆਂ ਨੂੰ ਗਦਾਰ ਕਿਹਾ ਗਿਆ। ਅਸੀਂ ਅੱਜ ਵੀ ਇਸ ਮੋਰਚੇ ਦੇ ਨਾਲ ਭਾਵੁਕ ਤੌਰ ਤੇ ਜੁੜੇ ਹੋਏ ਹਾਂ ਜਦੋਂ ਕਿਸਾਨ ਮੋਰਚਾ ਕਹਿੰਦਾ ਵੀ ਜਿਹੜਾ ਇਹਨਾਂ ਨੂੰ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ, ਵਿਰੋਧਤਾ ਕਰੋ, ਜਿੰਨੀ ਮਰਜ਼ੀ ਵਿਰੋਧਤਾ ਕਰੋ। ਔਰ ਕਈ ਥਾਂ ਤੇ ਜੇ ਪੰਜਾਬ ਦੇ ਵਿੱਚ ਇਹਨਾਂ ਦੀ ਵਿਰੋਧਤਾ ਹੋਈ ਆ, ਕੱਪੜੇ ਤੱਕ ਵੀ ਪਾਟੇ, ਇਹਨਾਂ ਦੇ ਬੂਹਾਂ ਅੱਗੇ ਜਿਹੜਾ ਉਹ ਗੋਹੇ ਦੇ ਢੇਰ ਵੀ ਲਾਏ ਆ। ਤਾਂ ਯੂਪੀ ਦੀ ਘਟਨਾ ਵੀ ਹੋਈ ਹੈ। ਤਾਂ ਲੀਡਰਸ਼ਿਪ ਜਿਹੜੀ ਹੈ ਨਾ, ਉਹਦੇ ਉੱਤੇ ਬਹੁਤ ਵੱਡਾ ਜਿਹੜਾ ਇਹ ਫੈਸਲਾ, ਕਿਉਂਕਿ ਇਹ ਇਤਿਹਾਸ ਨੂੰ ਇੱਕ ਚੁਣੌਤੀ ਦੇਣ ਦੀ ਗੱਲ ਜਾਂ ਚੁਣੌਤੀ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਿੱਖਾਂ ਨੇ ਬਹੁਤ ਸਾਰੇ ਸੰਘਰਸ਼ ਲੜੇ ਆ ਔਰ ਸਿਰ ਦੇ ਕੇ ਲੜੇ ਤੇ ਜਿੱਤੇ ਆ। ਜੇ ਤੁਸੀਂ ਕੋਈ ਸਿਰ ਵੀ ਦੇ ਦਿਓ ਤੇ ਆਪਦਾ ਜਜ਼ਬਾ ਤੇ ਆਪਦਾ ਤਰੀਕਾ ਵੀ ਛੱਡ ਦਿਓ, ਸਿਰ ਤੁਸੀਂ ਦਿਓ ਤੇ ਫੈਸਲੇ ਅਸੀਂ ਕਰੀਏ, ਫਿਰ ਜਿਹੜਾ ਇਹ ਬਹੁਤਾ ਚਿਰ ਜਿਹੜਾ ਗੱਲ ਹਾਨੇ ਬੰਨੇ ਨਹੀਂ ਲੱਗਣੀ। ਗੱਲ ਜਿੱਦਾਂ ਪਿਛਲੇ ਸਮੇਂ ਵੀ ਕਹਿੰਦੇ ਤਾਂ ਡਰਦੇ ਝੱਕਦੇ ਸਾਰੇ ਕਹਿ ਦਿੰਦੇ ਆ, ਖਾਸ ਕਰ ਗੁਰਨਾਮ ਸਿੰਘ ਚੜੂਨੀ ਕਹਿ ਦਿੰਦੇ ਵੀ ਇਸ ਤਰ੍ਹਾਂ ਬਾਤ ਨਹੀਂ ਬਣੇਗੀ, ਇਹ ਫਾਰਮੈਲਿਟੀ ਸੇ ਬਾਤ ਨਹੀਂ ਬਣੇਗੀ, ਲੜਾਈ ਤੋਂ ਆਮਣੇ ਸਾਹਮਣੇ ਕੀ ਹੋਗੀ। ਹੋ ਰਹੀ ਆਮਣੇ ਸਾਹਮਣੇ ਦੀ, ਕਿੰਨੇ ਕੁ ਹੋਰ ਆਮਣੇ ਸਾਹਮਣੇ ਦੀ ਲੜਾਈ ਹੋਣੀ ਆ। ਸਿਰ ਲੱਗ ਰਿਹਾ, 700 ਬੰਦਾ ਜਿਹੜਾ ਉਹ ਸੰਘਰਸ਼ ਦੇ ਲਿਖੇ ਲੱਗ ਚੁੱਕਾ। ਪਹਿਲਾਂ ਵਾਲੀਆਂ ਜਾਨਾਂ ਜਾਣੀਆਂ ਔਰ ਕੱਲ ਵਾਲਾ ਜਿਹੜਾ ਯੂਪੀ ਦੇ ਵਿੱਚ ਘਟਨਾ ਹੋਣੀ, ਇਹਦੇ 'ਚ ਬਹੁਤ ਫਰਕ ਆ। ਇਹ ਸਿੱਧਮ ਸਿੱਧੀ ਲੜਾਈ ਵਰਗਾ ਮਾਹੌਲ ਸੀ। ਬੇਸ਼ੱਕ ਕਿਸਾਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਹਿੰਸਕ ਪਹਿਲ ਨਹੀਂ ਕੀਤੀ, ਕਿਸਾਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਉਹ ਟਕਰਾਓ ਦੀ ਸਥਿਤੀ ਵਿੱਚ ਨਹੀਂ ਸੀ। ਉਹ ਤੇ ਆਪਦਾ ਝੰਡੇ ਲੈ ਕੇ ਜਿੰਦਾਬਾਦ ਮੁਰਦਾਬਾਦ ਸਜੇ ਕਰਦੇ ਜਾਂਦੇ ਆ, ਪਰ ਉਹਨਾਂ ਨੇ ਜਿਹੜੀ ਇਹ ਭਾਜੀ ਚਾੜੀ ਆ। ਤਾਂ ਇੱਥੇ ਸਾਨੂੰ ਇਤਿਹਾਸ ਵੱਲ ਜਿਹੜਾ ਜ਼ਰੂਰ ਦੇਖਣਾ ਪਊਗਾ ਕਿ ਜਦੋਂ ਜੰਗ ਚੱਲਦੀ ਹੋਵੇ, ਜੇ ਤੁਸੀਂ ਵਾਰ ਨਾ ਕਰੋਗੇ ਤੇ ਦੁਸ਼ਮਣ ਵਾਰ ਕਰੂਗਾ। ਕਿੰਨਾ ਚਿਰ ਹੋ ਗਿਆ ਤੁਸੀਂ ਵਾਰ ਨਹੀਂ ਕੀਤਾ, ਦੁਸ਼ਮਣ ਲਗਾਤਾਰ ਵਾਰ ਕਰ ਰਿਹਾ। ਜਾਂ ਤੇ ਮੈਦਾਨ ਛੱਡ ਕੇ ਘਰ ਆਉਣਾ ਪਊਗਾ, ਜਾਂ ਫਿਰ ਤੁਹਾਨੂੰ ਉਹਦਾ ਜਿਹੜਾ ਮੁਕਾਬਲਾ ਉਹ ਡਟ ਕੇ ਕਰਨਾ ਪਊਗਾ। ਔਰ ਇਹ ਵਾਰ ਜਿਹੜਾ ਉਹ ਹੁਣ ਤੁਸੀਂ ਕਿਸ ਤਰ੍ਹਾਂ ਕਰਨਾ, ਲੀਡਰਸ਼ਿਪ ਦੇ ਉੱਤੇ ਬਹੁਤ ਵੱਡਾ ਜਿਹੜਾ ਇੱਕ ਇਹ ਅਹਿਮ ਜਿਹੜਾ ਇਸ ਵਕਤ ਸਮਾਂ ਹੈਗਾ। ਕਿਉਂਕਿ ਬਹੁਤ ਸਾਰੀ ਇਹ ਲੀਡਰਸ਼ਿਪ ਦੇ ਵਿੱਚ ਕੁਝ ਅਜਿਹੇ ਲੋਕ ਆ, ਕੁਝ ਅਜਿਹੇ ਲੀਡਰ ਆ, ਉਹ ਵਾਰ-ਵਾਰ ਕਹਿ ਦਿੰਦੇ ਜੀ ਫਲਾਣੇ ਬਾਬੇ ਨੇ ਬੰਦੇ ਮਰਾਤੇ ਸੀ ਜੀ, ਉਦੋਂ ਆਹ ਮੋਰਚਾ ਲੱਗਿਆ ਸੀ, ਤੁਸੀਂ ਬੜੇ ਬੰਦੇ ਮਰਾਤੇ, ਇੰਨੇ ਲੋਕ ਮਰਵਾਤੇ। ਲੋਕ ਹੁਣ ਵੀ ਮਰ ਰਹੇ ਆ, ਪਰ ਉਹ ਮੋਰਚਿਆਂ ਦੇ ਵਿੱਚ ਇਸ ਤਰ੍ਹਾਂ ਲੋਕ ਜਲੀਲ ਹੋ ਕੇ ਨਹੀਂ ਸੀ ਮਰੇ ਕਿ ਮਰ ਵੀ ਗਏ ਔਰ ਉਦੋਂ ਬਾਅਦ ਮਸਲਾ ਵੀ ਨਾ ਹੱਲ ਹੋਵੇ। ਮਰ ਤੇ ਰਹੇ ਆ, ਹੁਣ ਮਸਲਾ ਹੱਲ ਕਿਸ ਤਰ੍ਹਾਂ ਕਰਾਉਣਾ। ਮੰਗਾਂ ਸਾਡੀਆਂ ਜਿਹੜੀਆਂ ਇਹਨਾਂ ਸ਼ਹੀਦੀਆਂ ਤੋਂ ਬਾਅਦ, ਇਹ ਜਾਨਾਂ ਜਾਣ ਤੋਂ ਬਾਅਦ 50 ਲੱਖ ਦੀ, 2 ਕਰੋੜ ਦੀ, 10 ਕਰੋੜ ਦੀ ਨੌਕਰੀਆਂ ਦੀ ਹੋਣੀ ਚਾਹੀਦੀ, ਜਾਂ ਜਿਸ ਕੰਮ ਦੇ ਵਾਸਤੇ ਸੰਘਰਸ਼ ਚੱਲ ਰਿਹਾ ਉਹ ਹੁਣ ਮੇਰੀ ਤੇ ਹੋ ਰਹੇ ਆ। ਔਰ ਅਸੀਂ ਕੋਸ਼ਿਸ਼ ਵੀ ਕਰਾਂਗੇ, ਕਿਸਾਨ ਲੀਡਰ ਸਾਡੇ ਬਜ਼ੁਰਗ ਆ, ਸਤਿਕਾਰਯੋਗ ਆ, ਸਾਡੇ ਪਿੰਡਾਂ ਸ਼ਹਿਰਾਂ ਚੋਂ ਡੀਸੀ ਦਫ਼ਤਰਾਂ ਦੇ ਬਾਹਰ ਅਸੀਂ ਮਿਲਦੇ ਰਹੇ ਉਹਨਾਂ ਨੂੰ, ਧਰਨਾ ਦਿੰਦਿਆਂ ਨੂੰ। ਹੁਣ ਉਹ ਚੱਲ ਗਏ ਦਿੱਲੀ, ਉਸ ਹਕੂਮਤ ਦੇ ਨਾਲ ਉਹਨਾਂ ਦਾ ਮੱਥਾ ਲੱਗਿਆ। ਜਿਹੜੀ ਹਕੂਮਤ ਜਿਹੜੀ ਹੈ ਨਾ, ਉਹ ਬੜੀ ਬੇਦਰਦ ਆ, ਬੜੀ ਬੇਦਰਦ ਵੀ ਆ, ਪਰ ਉਹ ਬੁਜ਼ਦਿਲ ਵੀ ਬੜੀ ਆ। ਉਹ ਬੇਦਰਦ ਤਾਂ ਆ ਵੀ ਉਹ ਆਪਦੇ ਤਾਕਤ ਦੇ ਹੰਕਾਰ ਦੇ ਵਿੱਚ ਤੁਹਾਡੇ ਤੇ ਜ਼ੁਲਮ ਕਰਦੀ ਆ। ਉਹ ਬੁਜ਼ਦਿਲ ਤਾਂ ਆ ਜਦੋਂ ਤੁਸੀਂ ਸਿੱਧੇ ਹੋ ਜਾਓਗੇ ਨਾ, ਉਹਨੇ ਤੁਹਾਡੇ ਅੱਗੇ ਜਿਹੜਾ ਕਿ ਪਲ ਵੀ ਨਹੀਂ ਖਲੋਣਾ ਜੀ। ਇਹ ਫੈਸਲਾ ਇਹਨਾਂ ਨੂੰ ਲੈਣਾ ਪਊਗਾ, ਇਤਿਹਾਸ ਵੱਲ ਦੇਖ ਕੇ ਲੈਣਾ ਪਊਗਾ। ਵੀ ਤੁਸੀਂ ਇਹ ਕਹਿੰਦੇ ਰਹੋ ਵੀ ਇਹ ਸਿੱਖਾਂ ਦਾ ਮੋਰਚਾ ਨਹੀਂਗਾ ਜੀ, ਇਹ ਫਲਾਣੀ ਕੌਮ ਦਾ ਮੋਰਚਾ ਨਹੀਂਗਾ ਜੀ, ਇਹ ਤਾਂ ਇਕੱਲੇ ਇੰਡੀਅਨਸ ਦਾ ਮੋਰਚਾ ਜੀ, ਪੰਜਾਬ ਦੇ ਇੰਡੀਆ ਦੇ ਕਿਸਾਨਾਂ ਦਾ ਮੋਰਚਾ, ਤੁਸੀਂ ਕਹੋ, ਪਰ ਉਹਨਾਂ ਨੂੰ ਸਪਸ਼ਟ ਪਤਾ ਕਿ ਸਭ ਤੋਂ ਅੱਗੇ ਲੱਗਣ ਵਾਲੇ ਕੌਣ ਆ। ਸਾਰੇ ਸਤਿਕਾਰਯੋਗ ਆ, ਸਾਰੇ ਸਤਿਕਾਰਯੋਗ ਆ ਜਿੰਨੇ ਲੋਕ ਲੱਗੇ ਹੋਏ ਆ। ਤਾਂ ਲੀਡਰਸ਼ਿਪ ਦੇ ਉੱਤੇ ਬਹੁਤ ਵੱਡਾ ਜਿਹੜਾ ਇਸ ਵਕਤ ਇੱਕ ਅਹਿਮ ਫੈਸਲਾ ਲੈਣ ਦੀ ਲੋੜ ਆ। ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ, ਸਾਰਿਆਂ ਨੇ ਤਨ ਮਨ ਧਨ ਦੇ ਨਾਲ ਇਸ ਸੰਘਰਸ਼ ਦੇ ਵਿੱਚ ਸਹਿਯੋਗ ਦਿੱਤਾ ਔਰ ਸਾਰੇ ਸਤਿਕਾਰਯੋਗ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ, ਚਾਹੇ ਕਿਸੇ ਭਾਈਚਾਰੇ ਚੋਂ ਕਿਸੇ ਪਰਿਵਾਰ ਚੋਂ ਹੋਣ। ਪਰ ਹੁਣ ਜਿਹੜਾ ਉਹ ਫੈਸਲੇ ਦੀ ਘੜੀ ਹੈ, ਸਰਕਾਰ ਨੂੰ ਚੁਣੌਤੀ ਦਿੱਤੀ ਜਾਵੇ, ਜਿਹੜਾ ਫੈਸਲਾ ਉਹ ਅੱਗੇ ਰੱਖਿਆ ਜਾਵੇ ਵੀ ਆਹ ਸਾਡਾ ਹੱਲ ਕਰੋ, ਨਾ ਕਿ ਨੌਕਰੀਆਂ ਦੀ ਪੇਸ਼ਕਸ਼ ਹੋਵੇ, ਨਾ ਕਿ ਉੱਥੇ ਇਹਨਾਂ ਨੂੰ ਕੰਪੋਜੀਸ਼ਨ। ਕੌਮ ਨੇ ਜਿੱਥੇ ਲੀਡਰ ਕਿਸਾਨੀ ਸੰਘਰਸ਼ ਦੇ ਉੱਤੇ ਰੋਜ਼ਾਨਾ ਦਾ ਕਰੋੜਾਂ ਰੁਪਏ ਦੇ ਫੰਡ ਆਉਂਦੇ ਨੇ, ਕਿ ਇਹਨਾਂ ਪਰਿਵਾਰਾਂ ਨੂੰ ਭੁੱਖੇ ਥੋੜੀ ਮਰਨ ਦੇਣਗੇ। ਅੱਜ ਫੈਸਲੇ ਦੀ ਧੰਨਵਾਦ ਜਸਵੀਰ ਸਿੰਘ ਜੀ ਤੁਹਾਡਾ। ਸੋ ਤੁਸੀਂ ਟਿੱਪਣੀ ਕੀਤੀਆਂ। ਹਰਵਿੰਦਰ ਸਿੰਘ ਤੁਹਾਡਾ ਵੀ ਸ਼ਾਮਲ ਹੋਣ ਲਈ ਧੰਨਵਾਦ, ਅਤੇ ਦਲਜੀਤ ਸਿੰਘ ਹੋਰਾਂ ਦਾ ਜਿਹੜੇ ਆਪਣੇ ਫੋਨ ਲਾਈਨ ਦੇ ਉੱਤੇ ਜੁੜੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਦਰਸ਼ਕੋ, ਅਖੀਰ ਦੇ ਉੱਤੇ ਮੈਂ ਤੁਹਾਨੂੰ ਜਾਂਦੇ ਇੱਕ ਹੋਰ ਵੀਡੀਓ ਦਿਖਾਉਣੀ ਚਾਹੁੰਦਾ, ਜੇਕਰ ਤੁਹਾਨੂੰ ਇਹ ਸਹੀ ਦਿਖ ਰਹੀ ਹੋਊਗੀ। ਸੋ ਇਸ ਦੇ ਵਿੱਚ ਜਿਹੜੇ ਬੀਜੇਪੀ ਦੇ ਜਿਹੜੇ ਗੁੰਡੇ ਸੀ, ਉਹ ਜੀਪ ਦੇ ਵਿੱਚੋਂ ਉਤਰ ਕੇ ਭੱਜ ਰਹੇ ਨੇ। ਉਹ ਤੁਸੀਂ ਦੇਖੋ, ਉਹ ਕੋਈ ਪੱਥਰ ਵੱਜੇ ਵਾਲਾ ਬੰਦਾ ਇਸ ਤਰੀਕੇ ਦੇ ਨਾਲ ਨਹੀਂ ਭੱਜਦਾ। ਤੇ ਉਹ ਬਾਅਦ ਚ ਵੀਡੀਓ ਆਪਾਂ ਕੌਮੀ ਆਵਾਜ਼ ਦੇ ਵੀ ਉਹ ਸਾਂਝੀ ਕਰ ਦਾਂਗੇ। ਤੇ ਉਹਦੇ ਹੱਥ ਵਿੱਚ ਹਥਿਆਰ ਵੀ ਨੇ, ਉਹਦੇ ਹੱਥ ਦੇ ਵਿੱਚ ਕੋਈ ਹਥਿਆਰ ਨਜ਼ਰ ਆ ਰਿਹਾ। ਉਹ ਇੰਜ ਨਹੀਂ ਪਤਾ ਕੋਈ ਅੱਗ ਵਾਲਾ ਹਥਿਆਰ ਆ, ਭਾਵ ਕਿ ਕੋਈ ਰਿਵਾਲਵਰ ਵਗੈਰਾ, ਜਾਂ ਕੋਈ ਕਿਰਪਾਨ ਦੀ ਫੈਮਿਲੀ ਦੇ ਵਿੱਚੋਂ ਕੋਈ ਹਥਿਆਰ। ਤੋ ਇਹ ਆਪਾਂ ਵੀਡੀਓ ਕੌਮੀ ਆਵਾਜ਼ ਦੇ ਉੱਤੇ ਸਾਂਝੀ ਕਰ ਦਿੰਦੇ ਹਾਂ ਫਿਊ ਸੈਕਿੰਡਸ ਦੇ ਵਿੱਚ।
ਅੱਜ ਦੀ ਇਸ ਖਾਸ ਗੱਲਬਾਤ ਦੇ ਵਿੱਚ ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਸ ਦੇ ਵਿੱਚ ਸ਼ਾਮਲ ਹੋਏ, ਇਸ ਨੂੰ ਦੇਖਿਆ ਲਾਈਵ, ਅੱਗੇ ਸਾਂਝੀ ਕਰਨੀ ਨਾ ਭੁੱਲਣਾ। ਦਿਓ ਜੀ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ